तो ਅਸੀਂ ਇਹ ਪਾਇਆ ਕਿ ਕਰੋਨਾ ਵਾਇਰਸ ਕੋਈ ਮਹਾਮਾਰੀ ਨਹੀਂ ਹੈਗੀ, ਇੱਕ ਫਰਾਡ ਹੋ ਰਿਹਾ ਦੁਨੀਆ ਦੇ ਵਿੱਚ ਤੇ ਦਵਾਈਆਂ ਦੇ ਬਗੈਰ ਹੀ ਇਸਦਾ ਇਲਾਜ ਹੋ ਸਕਦਾ ਹੈ। So overall, I have been researching into Ayurveda, homeopathy, naturopathy, and I have developed an integrated system ਜਿਹਦੇ ਨਾਲ ਅਸੀਂ ਕਿਸੇ ਵੀ ਬਿਮਾਰੀ ਨੂੰ ਆਪਣੇ ਡਾਈਟ ਨਾਲ, ਆਪਣੇ ਨੈਚੁਰਲ ਰੈਮੀਡੀਜ਼ ਨਾਲ ਠੀਕ ਕਰ ਸਕਦੇ ਹਾਂ। ਐਜ਼ ਅ ਰਿਜ਼ਲਟ ਸਾਡੀ ਬੋਡੀ ਦੇ ਜਿੰਨੇ ਵੀ ਫੰਕਸ਼ਨਸ ਨੇ ਉਹਨੂੰ ਕਰਨ ਵਾਸਤੇ ਸਾਨੂੰ ਸ਼ੂਗਰ ਦੀ ਲੋੜ ਹੁੰਦੀ ਹੈ, ਪਰ ਉਹ ਸ਼ੂਗਰ ਜਿਹੜੀ ਹੈ ਇੱਕ ਲਿਮਿਟ ਵਿੱਚ ਹੀ ਸੇਫ ਹੁੰਦੀ ਹੈ। ਜੇ ਉਸ ਲਿਮਿਟ ਤੋਂ ਜ਼ਿਆਦਾ ਬਲੱਡ ਵਿੱਚ ਰਹਿਣ ਲੱਗੇ ਤੇ ਉਹਦੇ ਡੈਮੇजेस, ਉਹਦੇ ਹਾਰਮਸ ਵੀ ਹੁੰਦੇ ਆ। ਸਾਡੀ ਪੈਨਕ੍ਰੀਆਸ ਪ੍ਰੋਪਰਲੀ ਇਨਸੂਲਿਨ ਨਾ ਪ੍ਰੋਡਿਊਸ ਕਰੇ ਜਾਂ ਫਿਰ ਜਿਹੜਾ ਇਨਸੂਲਿਨ ਪ੍ਰੋਡਿਊਸ ਹੋ ਰਿਹਾ ਹੈ ਉਹ ਬਲੱਡ ਨਹੀਂ ਯੂਜ਼ ਕਰ ਪਾਏ ਪ੍ਰੋਪਰਲੀ ਟਰਾਂਸਪੋਰਟੇਸ਼ਨ ਆਫ ਗਲੂਕੋਜ਼ ਵਿੱਚ, ਤੇ ਸਾਨੂੰ ਡਾਇਬੀਟੀਜ਼ ਹੋ ਜਾਂਦੀ ਹੈ ਕਿਉਂਕਿ ਸਾਡੇ ਜਿਹੜੇ ਬਲੱਡ ਵਿੱਚ ਜਿੰਨਾ ਸ਼ੂਗਰ ਹੋਣਾ ਚਾਹੀਦਾ ਹੈ ਉਸ ਤੋਂ ਜ਼ਿਆਦਾ ਸ਼ੂਗਰ ਰਹਿਣ ਲੱਗ ਪੈਂਦਾ ਹੈ, ਜੋ ਅੱਗੇ ਜਾ ਕੇ ਸਾਨੂੰ ਪ੍ਰੋਬਲਮ ਕਰ ਸਕਦਾ ਹੈ। ਤੇ ਦੋ ਤਰ੍ਹਾਂ ਦੀ ਡਾਇਬੀਟੀਜ਼ ਹੁੰਦੀ ਹੈ, ਇੱਕ ਡਾਇਬੀਟੀਜ਼ ਟਾਈਪ 2, ਇੱਕ ਟਾਈਪ 1। ਟਾਈਪ 1 ਜਿਹੜੀ ਹੈ ਉਹ ਬੱਚਿਆਂ ਵਿੱਚ ਹੁੰਦੀ ਹੈ ਛੋਟੀ ਉਮਰ ਤੋਂ ਹੀ, ਤੇ ਟਾਈਪ 2 ਜਿਹੜੀ ਹੁੰਦੀ ਹੈ ਉਹ ਵੱਡਿਆਂ ਵਿੱਚ ਹੁੰਦੀ ਹੈ। ਆਹ ਸ਼ੂਗਰ ਬੋਡੀ ਵਿੱਚ ਜਿਵੇਂ ਮੈਂ ਦੱਸਿਆ ਕਿ ਸਾਨੂੰ ਚਾਹੀਦੀ ਹੀ ਹੈਗੀ, ਲੇਕਿਨ ਜਦ ਇੱਕ ਸੇਫ ਲਿਮਿਟ ਤੋਂ ਜ਼ਿਆਦਾ ਰਹਿਣ ਲੱਗ ਪੈਂਦੀ ਹੈ ਤੇ ਲੰਬੇ ਸਮੇਂ ਵਿੱਚ ਰਹਿਣ ਲੱਗ ਪੈਂਦੀ ਹੈ ਤੇ ਹੁੰਦਾ ਕੀ ਹੈ, ਉਹ ਸ਼ੂਗਰ ਜਿਹੜੀ ਹੈ ਉਹ ਸਾਡੀ ਬੋਡੀ ਵਾਸਤੇ, ਆਰਗਨਸ ਵਾਸਤੇ ਡੈਮੇਜਿੰਗ ਸਾਬਿਤ ਕਰ ਸਕਦੀ ਹੈ। ਉਹ ਸਾਡੀ ਅੱਖਾਂ ਨੂੰ ਜਾ ਕੇ ਡੈਮੇਜ ਕਰ ਸਕਦੀ ਹੈ, ਸਾਡੀ ਕਿਡਨੀ ਨੂੰ ਡੈਮੇਜ ਕਰ ਸਕਦੀ ਹੈ, ਸਾਡੀ ਲੈਗਸ ਨੂੰ ਡੈਮੇਜ ਕਰ ਸਕਦੀ ਹੈ, ਸਾਡੀ ਹੋਰ ਬੋਡੀ ਆਰਗਨਸ ਨੂੰ ਡੈਮੇਜ ਕਰ ਸਕਦੀ ਹੈ, ਹਾਰਟ ਨੂੰ ਡੈਮੇਜ ਕਰ ਸਕਦੀ ਹੈ। ਦੋ ਮੇਨ ਚੀਜ਼ ਹੈਗੀਆਂ, ਇੱਕ ਵੈਕਸੀਨ ਤੇ ਇੱਕ ਜਿਹੜਾ ਮਾਰਕੀਟ ਦਾ ਫੂਡ ਆ ਰਿਹਾ ਹੈ ਤੇ ਦੁੱਧ ਆ ਰਿਹਾ ਹੈ। ਇਸ ਤੋਂ ਅਵੋਇਡ ਕਰੀਏ ਆਪਾਂ ਐਨੀਮਲ ਪ੍ਰੋਟੀਨ ਨੂੰ, ਤਾਂ ਇਹ ਡਾਇਬੀਟੀਜ਼ ਬੱਚਿਆਂ ਵਿੱਚ ਨਹੀਂ ਹੁੰਦੀ। ਅੱਜ ਤੋਂ 1979 ਦੀ ਗੱਲ ਕਰੀਏ ਤੇ ਉੱਥੇ ਵਿੱਚ NDDG ਦੀ ਰਿਪੋਰਟ ਸੀਗੀ ਕਿ ਜੇ ਕਿਸੇ ਦਾ ਬਲੱਡ ਸ਼ੂਗਰ 200 mg ਪਰ ਡੈਸੀਲੀਟਰ ਤੋਂ ਉੱਤੇ ਹੈਗਾ ਤਾਂ ਉਹਨੂੰ ਡਾਇਬੀਟੀਜ਼ ਹੈਗੀ, 200 ਤੋਂ ਉੱਤੇ। ਫਿਰ ਕੀ ਹੋਇਆ, ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ ਤੇ WHO ਵਰਲਡ ਹੈਲਥ ਆਰਗੇਨਾਈਜੇਸ਼ਨ, ਜਿਹਨੂੰ ਮੈਂ ਵਰਲਡ ਹੋਕਸ ਆਰਗੇਨਾਈਜੇਸ਼ਨ ਕਹਿੰਦਾ, ਉਹਨਾਂ ਨੇ 1997 ਵਿੱਚ ਕੀ ਕੀਤਾ, ਉਹਨੂੰ 200 ਤੋਂ ਥੱਲੇ ਲਿਆ ਕੇ 126 ਕਰ ਦਿੱਤਾ ਕਿ ਜੇ ਹੁਣ ਤੁਹਾਡੀ ਬਲੱਡ ਸ਼ੂਗਰ ਜਿਹੜੀ ਹੈ 126 ਤੋਂ ਉੱਤੇ ਆ ਗਈ ਫਾਸਟਿੰਗ, ਤਾਂ ਤੁਸੀਂ ਡਾਇਬੀਟੀਜ਼ ਦੇ ਪੇਸ਼ੈਂਟ ਹੈਗੇ। ਸੋ ਦੇਖੋ, ਜਿਸ ਦਿਨ 1997 ਵਿੱਚ ਡਿਕਲੇਅਰ ਹੋਇਆ ਹੋਏਗਾ ਉਸ ਦਿਨ ਰਾਤੋਂ ਰਾਤ ਕਿੰਨੇ ਸਾਰੇ ਲੋਕੀ ਪੇਸ਼ੈਂਟ ਬਣ ਗਏ ਹੋਣਗੇ ਡਾਇਬੀਟੀਜ਼ ਦੇ, ਜਦਕਿ ਉਹਦਾ ਗੱਲ ਤਾਂ ਉਦਾਂ ਹੀ ਸੀਗੇ ਤੇ ਅਗਲੇ ਦਿਨ ਉਹ ਡਾਇਬੀਟੀਜ਼ ਦੇ ਪੇਸ਼ੈਂਟ ਬਣ ਗਏ। ਜੀ। ਤੇ ਹੁਣ ਉਸ ਤੋਂ ਬਾਅਦ ਕੀ ਹੋਇਆ, ਉਹਨਾਂ ਨੇ ਕਿਹਾ ਨਹੀਂ, ਅਜੇ ਵੀ ਇੰਨੇ ਲੋਕੀ ਡਾਇਬੀਟੀਜ਼ ਦੇ ਪੇਸ਼ੈਂਟ ਨਹੀਂ ਬਣੇ, ਅਸੀਂ ਹੋਰ ਪੇਸ਼ੈਂਟ ਬਣਾਣੇ ਆ ਡਾਇਬੀਟੀਜ਼ ਦੇ। ਤੇ 2003 ਵਿੱਚ ਇਹਨਾਂ ਨੇ ਇੱਕ ਹੋਰ ਰੂਲ ਪਾਸ ਕਰਤਾ, ਜੇ ਕਿਸੇ ਦਾ ਬਲੱਡ ਸ਼ੂਗਰ ਫਾਸਟਿੰਗ 100 ਤੋਂ ਉੱਤੇ ਹੈਗਾ ਤੇ ਉਹ ਡਾਇਬੀਟੀਜ਼ ਦਾ ਪੇਸ਼ੈਂਟ ਹੈਗਾ। तो रातों रात ਲੱਖਾਂ ਲੋਕੀ ਡਾਇਬੀਟੀਜ਼ ਦੇ ਹੋਰ ਪੇਸ਼ੈਂਟ ਬਣ ਗਏ। ਜਿਹੜੀ ਅਮਰੀਕਨ ਕਾਲਜ ਆਫ ਫਿਜ਼ੀਸ਼ੀਅਨਸ ਦੀ 2018 ਦੀ ਗਾਈਡਲਾਈਨਸ ਆਈ, ਮਈ ਵਿੱਚ ਰਿਪੋਰਟ ਆਈ ਸੀਗੀ, ਤੇ ਉਹ ਜਿਹੜੇ ਕੰਟਰੋਲ ਕਰਦੇ ਪਏ ਦਵਾਈਆਂ ਨਾਲ ਉਹਨਾਂ ਵਿੱਚ ਤੇ ਜਿਹੜੇ ਦਵਾਈਆਂ ਨਹੀਂ ਲੈ ਰਹੇ ਤੇ ਉੱਤੇ ਹੈ ਉਹਨਾਂ ਦੀ ਸ਼ੂਗਰ, ਉਹਨਾਂ ਵਿੱਚ ਕੀ ਫਰਕ ਆ ਰਿਹਾ ਹੈ। ਤੇ ਉਹਦੇ ਵਿੱਚ ਇਹ ਵੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਆਪਣੀ HbA1c ਨੂੰ 6 ਤੋਂ ਥੱਲੇ ਰੱਖਿਆ, 6% ਤੋਂ ਥੱਲੇ ਰੱਖਿਆ, ਤੇ ਜਿਨ੍ਹਾਂ ਨੇ ਆਪਣੇ ਬਲੱਡ ਸ਼ੂਗਰ ਨੂੰ 150 ਤੋਂ ਥੱਲੇ ਰੱਖਿਆ, ਤੇ ਉਹਨਾਂ ਦੇ ਵਿੱਚ 22% ਜ਼ਿਆਦਾ ਡੈਥ ਪਾਈਆਂ ਗਈਆਂ। ਅੱਛਾ ਜੀ, ਓਕੇ। That means ਕਿ ਜਿਹੜੇ ਲੋਕੀ ਆਪਣੇ ਸ਼ੂਗਰ ਨੂੰ ਜ਼ਬਰਦਸਤੀ ਦਵਾਈਆਂ ਦੇ ਨਾਲ ਕੰਟਰੋਲ ਕਰਦੇ ਪਏ ਸੀ, ਉਹਨਾਂ ਦੀ 22% ਜ਼ਿਆਦਾ ਡੈਥ ਹੋਈਆਂ ਕੰਪੇਅਰ ਟੂ ਦਾ ਬਲੱਡ ਗਰੁੱਪ ਜਿਨ੍ਹਾਂ ਨੇ ਨਹੀਂ ਕੀਤਾ ਇਸ ਤਰ੍ਹਾਂ। ਤੇ ਜਿਵੇਂ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਜੀ ਦੱਸਦੇ ਨੇ ਕਿ ਜੇ ਕਿਸੇ ਦੀ ਬਲੱਡ ਸ਼ੂਗਰ ਬਿਨਾਂ ਕਿਸੇ ਦਵਾਈ ਤੋਂ 250 ਤੋਂ ਥੱਲੇ ਹੈਗੀ ਤੇ ਉਹ ਡਾਇਬੀਟੀਜ਼ ਦਾ ਪੇਸ਼ੈਂਟ ਨਹੀਂ ਹੈਗਾ, ਜਾਂ ਤੁਹਾਡਾ ਬਲੱਡ ਸ਼ੂਗਰ 230 ਆ ਰਿਹਾ ਹੈ ਖਾਣਾ ਖਾਣ ਤੋਂ 2 ਘੰਟੇ ਬਾਅਦ, ਤਾਂ ਤੁਸੀਂ ਡਾਇਬੀਟੀਜ਼ ਦੇ ਪੇਸ਼ੈਂਟ ਹੈ ਹੀ ਨਹੀਂ ਤੇ ਤੁਹਾਨੂੰ ਦਵਾਈ ਖਾਣ ਦੀ ਲੋੜ ਹੀ ਨਹੀਂ ਹੈ। ਕਿ ਕੋਈ ਸ਼ੂਗਰ ਦਾ ਪੇਸ਼ੈਂਟ ਨਹੀਂ ਸੀਗਾ ਪਰ ਉਹ 3-4 ਸਾਲ ਲਗਾਤਾਰ ਸ਼ੂਗਰ ਦੀ ਗੋਲੀਆਂ ਖਾਂਦਾ ਰਿਹਾ। ਹੋਇਆ ਕਿ ਉਹਨੇ ਪਹਿਲਾਂ ਤਾਂ ਆਪਣੀ ਬੋਡੀ ਦੀ ਫੰਕਸ਼ਨਿੰਗ ਨੂੰ ਖਰਾਬ ਕੀਤਾ, ਜਿੰਨੀ ਸ਼ੂਗਰ ਦੀ ਰਿਕੁਆਇਰਮੈਂਟ ਸੀਗੀ ਉਸ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਰਹੇ, ਬੇਮਤਲਬ ਜਿਹਦੀ ਲੋੜ ਨਹੀਂ ਸੀਗੀ। ਪਲੱਸ ਦਵਾਈਆਂ ਆਪਣੇ ਆਪ ਵਿੱਚ ਹੀ ਕੈਮੀਕਲ ਹੁੰਦੀਆਂ ਨੇ, ਉਹਨਾਂ ਵਿੱਚ ਉਹ ਵੀ ਸਾਡੀ ਬੋਡੀ ਵਾਸਤੇ ਇੱਕ ਡਾਇਆਕਸਿਨ ਟੌਕਸਿਨ ਹੀ ਹੁੰਦੇ ਆ, ਜਦੋਂ ਅੰਦਰ ਜਾ ਕੇ ਇਕੱਠੇ ਹੋਣਾ ਸ਼ੁਰੂ ਕਰ ਦਿੰਦੇ ਆ। ਤੁਸੀਂ ਵੇਖਿਆ ਹੋਏਗਾ ਕੋਈ ਵੀ ਬੰਦਾ ਕੱਲਾ ਡਾਇਬੀਟੀਜ਼ ਦਾ ਪੇਸ਼ੈਂਟ ਨਹੀਂ ਹੁੰਦਾ, ਉਹਨੂੰ ਨਾਲ ਹਾਰਟ ਦੀ ਪ੍ਰੋਬਲਮ, ਕੋਲੇਸਟ੍ਰੋਲ ਦੀ ਪ੍ਰੋਬਲਮ, ਹੋਰ ਸਾਰੀਆਂ ਆਈਆਂ ਹੁੰਦੀਆਂ ਨੇ। ਕਿਉਂ? ਇੱਕ ਗੋਲੀ ਬੰਦਾ ਅਗਰ ਲਗਾਤਾਰ 4-5 ਸਾਲ ਖਾਂਦਾ ਰਹੇਗਾ ਤੇ ਉਹ ਸਾਨੂੰ ਹੋਰ ਬਿਮਾਰੀਆਂ ਗਿਫਟ ਕਰ ਦੇਣਗੇ। ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ। ਬੜੀ ਖਾਸ ਪੇਸ਼ਕਸ਼ ਤੁਹਾਡੀ ਸੇਵਾ ਦੇ ਵਿੱਚ ਅੱਜ ਫਿਰ ਲੈ ਕੇ ਹਾਜ਼ਰ ਹੋ ਗਏ ਹਾਂ। ਜਿਵੇਂ ਕਿ ਅਸੀਂ ਵਾਅਦਾ ਕੀਤਾ ਸੀ, ਸਰੀਰਕ ਬਿਮਾਰੀਆਂ ਜਾਂ ਫਿਰ ਮਾਨਸਿਕ ਬਿਮਾਰੀਆਂ ਨੂੰ ਲੈ ਕੇ ਇੱਕ ਸੀਰੀਜ਼ ਆਪਾਂ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਸ਼ੁਰੂ ਜਿਹੜੀ ਹੈ ਕੀਤੀ ਹੋਈ ਹੈ, ਤੇ ਅੱਜ ਇਹਦਾ ਦੂਸਰਾ ਭਾਗ ਹੀ ਕਹਿ ਸਕਦੇ ਹਾਂ ਕਿ ਜੋ ਵਾਅਦਾ ਸੀ ਕਿ ਸ਼ੂਗਰ ਵਰਗੀ ਭਿਆਨਕ ਬਿਮਾਰੀ ਦੇ ਬਾਰੇ ਜਿਹੜੀ ਹੈ ਗੱਲਬਾਤ ਕੀਤੀ ਜਾਵੇ। ਤੇ ਅੱਜ ਕਰਾਂਗੇ ਇਸ ਬਿਮਾਰੀ ਦੇ ਬਾਰੇ ਗੱਲਾਂ, ਇਹਦੇ ਇਲਾਜ ਦੀਆਂ ਗੱਲਾਂ ਕਰਾਂਗੇ, ਕਿਵੇਂ ਹੁੰਦੀ ਹੈ, ਕਿਹੜੀਆਂ ਗੱਲਾਂ ਬਾਤਾਂ ਨੇ, ਕਿਹੜੀਆਂ ਸਾਡੇ ਵਿੱਚ ਮਾੜੀਆਂ ਹੈਬਿਟਸ ਨੇ, ਉਹ ਸਾਰੀ ਗੱਲਬਾਤ ਕਰਨੀ ਹੈ। ਪਰ ਉਸ ਤੋਂ ਪਹਿਲਾਂ ਸਾਡੇ ਬਹੁਤ ਹੀ ਖਾਸ ਜਿਹੜੇ ਨੇ ਭਾਈ ਕਮਲਪ੍ਰੀਤ ਸਿੰਘ ਕੈਨੇਡਾ ਦੀ ਧਰਤੀ ਤੋਂ ਨਿਊਟ੍ਰੀਸ਼ਨ ਨੇ, ਹੈਲਥ ਐਕਸਪਰਟ ਨੇ, ਨਾਲ ਸਾਡੇ ਜੁੜ ਚੁੱਕੇ ਆ। ਤੇ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਫਤਿਹ ਦੀ ਸਾਂਝ ਪਾ ਕੇ ਜੀ ਆਇਆਂ ਨੂੰ ਆਖੀਏ। ਭਾਈ ਕਮਲਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸੋ ਮੈਂ ਚਾਹੁੰਦਾ ਕਿ ਆਪਾਂ ਦੱਸੀਏ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ, ਤੁਸੀਂ ਇਹ ਸਾਰੀ ਸਟੱਡੀ ਜਿਹੜੀ ਹੈ ਨਿਊਟ੍ਰੀਸ਼ਨ ਬਣਨ ਤੱਕ, ਹੈਲਥ ਐਕਸਪਰਟ ਬਣਨ ਤੱਕ ਕਿੱਥੋਂ ਕੀਤੀ, ਕਿਵੇਂ ਤੁਹਾਨੂੰ ਲੱਗਿਆ ਕਿ ਇਹ ਸਾਰਾ ਕੁਝ ਜਿਹੜਾ ਹੈ ਅੱਗੇ ਲੈ ਕੇ ਜਾਣਾ ਚਾਹੀਦਾ ਜਿਹਦੇ ਨਾਲ ਲੋਕਾਂ ਦਾ ਇਲਾਜ ਹੋ ਸਕੇ, ਲੋਕ ਇਹਦੇ ਤੋਂ ਫਾਇਦਾ ਉਠਾ ਸਕਣ। ਸਾਰਾ ਮੈਂ ਚਾਹੁੰਦਾ ਆਪਣੀ ਬੈਕਗ੍ਰਾਉਂਡ ਹਿਸਟਰੀ ਕਿੱਥੋਂ ਕਿੱਥੋਂ ਤੁਸੀਂ ਸਟੱਡੀ ਕੀਤੀ ਹੈ, ਸਾਰਾ ਕੁਝ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ। ਲਾਈਕ ਸਟਾਰਟਿੰਗ ਤੋਂ ਹੀ, ਮਤਲਬ ਬਚਪਨ ਤੋਂ ਹੀ ਮੈਨੂੰ ਨੇਚਰ ਦੇ ਨਾਲ ਰਹਿਣ ਦਾ, ਨੇਚਰ ਦੇ ਬਾਰੇ ਜਾਣਨ ਦਾ ਬਹੁਤ ਸ਼ੌਂਕ ਹੁੰਦਾ ਸੀਗਾ। ਐਂਡ ਜਦ ਮੈਂ ਵੱਡਾ ਹੋਇਆ ਤੇ ਹੈਲਥ ਐਂਡ ਨਿਊਟ੍ਰੀਸ਼ਨ ਤੇ ਵੀ ਮੈਨੂੰ ਬਹੁਤ ਜ਼ਿਆਦਾ ਉਹਦੇ ਤੇ ਇੰਕਲੀਨੇਸ਼ਨ ਸੀਗੀ ਪੜ੍ਹਨ ਬਾਰੇ, ਜਾਣਨ ਬਾਰੇ। ਜਦ ਮੈਂ ਵੇਖਿਆ ਕਿ ਘਰ ਘਰ ਵਿੱਚ ਇਸ ਤਰ੍ਹਾਂ ਦੀ ਬਿਮਾਰੀਆਂ ਨੇ, ਡਾਇਬੀਟੀਜ਼, ਹਾਈਪਰਟੈਂਸ਼ਨ, ਹੋਰ ਇਸ ਤਰ੍ਹਾਂ ਦੀ ਬਿਮਾਰੀਆਂ, ਤੇ ਇੰਨੇ ਹਸਪਤਾਲ ਬਣ ਚੁੱਕੇ ਆ, ਇੰਨੇ ਡਾਕਟਰ ਆ ਚੁੱਕੇ ਆ, ਪਰ ਫਿਰ ਵੀ ਬਿਮਾਰੀਆਂ ਦਾ ਇਲਾਜ ਨਹੀਂ ਹੋ ਰਿਹਾ। ਦੈਨ ਆਈ ਸਟਾਰਟਡ ਰਿਸਰਚਿੰਗ and in the process I completed my fitness nutrition specialist program from American Council on Exercise. I am a certified diabetes educator from Indo-Vietnam Medical Board, and I also completed a nutrition therapy from Lincoln University College, Malaysia. And 2020 ਵਿੱਚ ਜਿਹੜੀ ਮੇਰੀ ਸਭ ਤੋਂ ਵੱਡੀ ਅਚੀਵਮੈਂਟ ਸੀਗੀ, that was being part of the influenza care experts by Dr. Bishwaroop Roy Chaudhary. So we trained under him and he trained us to cure people from coronavirus. ਤੇ ਮੈਨੂੰ ਕਰੋਨਾ ਵਾਰੀਅਰ ਦਾ ਟਾਈਟਲ ਮਿਲਿਆ ਸੀਗਾ ਫॉर ਕਿਉਰਿੰਗ ਮੋਰ ਦੈਨ 200 ਕਰੋਨਾ ਦੇ ਪੇਸ਼ੈਂਟਸ। ਐਂਡ ਸਾਡੀ ਟੀਮ ਨੇ ਮਿਲ ਕੇ, ਜਿਹਦੇ ਵਿੱਚ 111 ਡਾਕਟਰਸ ਤੇ ਹੋਮਿਓਪੈਥਸ, ਆਯੁਰਵੇਦ ਤੇ ਹੋਰ ਐਕਸਪਰਟਸ ਨੇ, ਆਪਾਂ ਸਾਰਿਆਂ ਨੇ ਮਿਲ ਕੇ 50,000 ਕਰੋਨਾ ਦੇ ਪੇਸ਼ੈਂਟ ਠੀਕ ਕੀਤੇ ਬਿਨਾਂ ਕਿਸੇ ਪੈਸੇ ਦੇ ਲਏ। ਫ੍ਰੀ ਸੇਵਾ ਸੀਗੀ ਐਂਡ ਉਹਦੇ ਵਿੱਚ ਕੋਈ ਅਸੀਂ ਉਹਨਾਂ ਨੂੰ ਦਵਾਈਆਂ ਨਹੀਂ ਦਿੱਤੀਆਂ ਤੇ ਕਿਸੇ ਦੀ ਵੀ ਮੌਤ ਨਹੀਂ ਹੋਈ, ਸਾਰੇ ਹੀ ਜ਼ਿੰਦਾ ਨੇ। तो ਅਸੀਂ ਇਹ ਪਾਇਆ ਕਿ ਕਰੋਨਾ ਵਾਇਰਸ ਕੋਈ ਮਹਾਮਾਰੀ ਨਹੀਂ ਹੈਗੀ, ਇੱਕ ਫਰਾਡ ਹੋ ਰਿਹਾ ਦੁਨੀਆ ਦੇ ਵਿੱਚ ਤੇ ਦਵਾਈਆਂ ਦੇ ਬਗੈਰ ਹੀ ਇਸ ਦਾ ਇਲਾਜ ਹੋ ਸਕਦਾ ਹੈ। ਸੋ ਓਵਰਆਲ I have been researching into Ayurveda, homeopathy, naturopathy, and I have developed an integrated system ਜਿਹਦੇ ਨਾਲ ਅਸੀਂ ਕਿਸੇ ਵੀ ਬਿਮਾਰੀ ਨੂੰ ਆਪਣੇ ਡਾਈਟ ਨਾਲ, ਆਪਣੇ ਨੈਚੁਰਲ ਰੈਮੀਡੀਜ਼ ਨਾਲ ਠੀਕ ਕਰ ਸਕਦੇ ਹਾਂ। ਕੀ ਬਾਤ ਹੈ ਜੀ, ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਕਿ ਮਹਾਮਾਰੀ ਨਹੀਂ ਹੈਗੀ, ਇਹਨੂੰ ਇੱਕ ਧੰਦਾ ਬਣਾਇਆ ਜਾ ਰਿਹਾ, ਜਿਹਦੇ ਕਰਕੇ ਸਾਰਾ ਕੁਝ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਕਿ ਕਿਵੇਂ ਤੇ ਕੀ ਸਾਰੀ ਦੁਨੀਆ ਜਿਹੜੀ ਹੈ ਉਹ ਡਰ ਕੇ ਅੰਦਰ ਵੜੀ ਹੋਈ ਹੈ। ਲੋਕਡਾਊਨ ਲੱਗੇ ਹੋਏ ਨੇ, ਮਾਸਕ ਪਾਉਣ ਤੋਂ ਬਿਨਾਂ ਘਰੋਂ ਬਾਹਰ ਨਹੀਂ ਨਿਕਲਣਾ, ਸਟੋਰਾਂ ਦੇ ਵਿੱਚ ਸਾਰਾ ਕੁਝ ਆਪਾਂ ਕਹਿ ਲਈਏ ਵੀ ਇੱਕ ਤਰ੍ਹਾਂ ਦੀ ਜ਼ਿੰਦਗੀ ਰੁਕੀ ਹੋਈ ਹੈ ਕਰੋਨਾ ਵਾਇਰਸ ਨੂੰ ਲੈ ਕੇ। ਸੋ ਬਹੁਤ ਵਧੀਆ ਤੁਸੀਂ ਇਹ ਗੱਲ ਕੀਤੀ ਹੈ ਕਿ ਬਹੁਤ ਸਾਰੇ ਪੇਸ਼ੈਂਟ ਜਿਹੜੇ ਨੇ ਕਰੋਨਾ ਦੇ ਨਾਲ ਜਿਨ੍ਹਾਂ ਨੂੰ ਇਫੈਕਟ ਕੀਤਾ ਸੀਗਾ, ਉਹਨਾਂ ਨੂੰ ਤੁਸੀਂ ਠੀਕ ਵੀ ਕਰ ਚੁੱਕੇ ਹੋ ਤੇ ਕੁਦਰਤੀ ਤਰੀਕੇ ਦੇ ਨਾਲ ਘਰ ਲੈ ਕੇ ਇਹਦਾ ਇਲਾਜ ਹੋ ਜਾਂਦਾ ਹੈ, ਕੋਈ ਮਹਾਮਾਰੀ ਨਹੀਂ ਹੈਗੀ। ਸੋ ਬਹੁਤ ਵਧੀਆ ਤੁਸੀਂ ਗੱਲਬਾਤ ਕੀਤੀ ਹੈ ਤੇ ਸ਼ਲਾਘਾ ਕਰਦਾ ਮੈਂ ਆਪਣੇ ਵੱਲੋਂ, ਆਪਣੀ ਸਾਰੀ ਟੀਮ ਵੱਲੋਂ, ਤੁਹਾਡੀ ਸਾਰੀ ਟੀਮ ਦੀ। ਸੋ ਆਪਾਂ ਅੱਜ ਜਿਹੜੀ ਗੱਲਬਾਤ ਕਰਨੀ ਹੈ ਜੀ, ਉਹ ਸ਼ੂਗਰ ਨੂੰ ਲੈ ਕੇ ਆ। ਸ਼ੂਗਰ ਇੱਕ ਐਸੀ ਬਿਮਾਰੀ ਹੈ, ਜੇ ਆਮ ਆਪਾਂ ਡਾਕਟਰਾਂ ਦੀ ਮੰਨੀਏ, ਮੈਡੀਕਲ ਜਾਂ ਫਿਰ ਮੈਡੀਕਲ ਸਾਇੰਸ ਇਹ ਕਹਿ ਚੁੱਕੀ ਹੈ ਕਿ ਪਰਮਾਨੈਂਟ ਇਸ ਦਾ ਇਲਾਜ ਕੋਈ ਨਹੀਂ ਹੈਗਾ, ਤੇ ਜਿਹਨੂੰ ਇੱਕ ਵਾਰ ਸ਼ੂਗਰ ਹੋ ਗਈ ਤਾਂ ਉਹਨੂੰ ਫਿਰ ਸਾਰੀ ਜ਼ਿੰਦਗੀ ਮੌਤ ਤੱਕ ਨਾਲ ਹੀ ਲੈ ਕੇ ਜਾਣੀ ਪੈਣੀ ਹੈ। ਸੋ ਇਹ ਸਾਰੀਆਂ ਗੱਲਾਂ ਦੇ ਉੱਤੇ ਕਿਵੇਂ ਤੁਸੀਂ ਮੰਨਦੇ ਹੋ ਕਿ ਕੁਦਰਤੀ ਤਰੀਕੇ ਦੇ ਨਾਲ ਇਸ ਦਾ ਵੀ ਇਲਾਜ ਹੋ ਸਕਦਾ ਹੈ, ਉਹ ਸਾਰੀ ਗੱਲਬਾਤ ਆਪਾਂ ਕਰਾਂਗੇ। ਪਰ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਸ਼ੂਗਰ ਹੈ ਕੀ ਹੈ? ਰਾਈਟ, ਇੱਥੇ ਪਹਿਲਾਂ ਸਮਝਣ ਦੀ ਸਾਨੂੰ ਲੋੜ ਹੈਗੀ ਕਿ ਸ਼ੂਗਰ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈਗੀ। ਸ਼ੂਗਰ ਸਾਡੀ ਬੋਡੀ ਨੂੰ ਚਾਹੀਦਾ ਹੀ ਹੈਗਾ ਆਪਣੇ ਕੰਮਕਾਜ ਕਰਨ ਵਾਸਤੇ। ਜੋ ਵੀ ਅਸੀਂ ਖਾਂਦੇ ਹਾਂ ਉਹਦੇ ਅੰਦਰ ਸ਼ੂਗਰ ਹੁੰਦਾ ਹੈ, ਉਹ ਬੋਡੀ ਵਿੱਚ ਜਾ ਕੇ ਸ਼ੂਗਰ ਵਿੱਚ ਕਨਵਰਟ ਹੁੰਦਾ ਹੈ, ਫਿਰ ਉਹਦਾ ਐਡੀਨੋ ਟ੍ਰਾਈਫਾਸਫੇਟ ਬਣਦਾ ਹੈ, એનર્ਜੀ ਮੋਲੀਕਿਊਲ, ਉਹ ਬੋਡੀ ਵਿੱਚ ਸਪਲਾਈ ਹੁੰਦਾ ਹੈ। ਐਜ਼ ਅ ਰਿਜ਼ਲਟ ਸਾਡੀ ਬੋਡੀ ਦੇ ਜਿੰਨੇ ਵੀ ਫੰਕਸ਼ਨਸ ਨੇ ਉਹਨੂੰ ਕਰਨ ਵਾਸਤੇ ਸਾਨੂੰ ਸ਼ੂਗਰ ਦੀ ਲੋੜ ਹੁੰਦੀ ਹੈ। ਪਰ ਉਹ ਸ਼ੂਗਰ ਜਿਹੜੀ ਹੈ ਇੱਕ ਲਿਮਿਟ ਵਿੱਚ ਹੀ ਸੇਫ ਹੁੰਦੀ ਹੈ। ਜੇ ਉਸ ਲਿਮਿਟ ਤੋਂ ਜ਼ਿਆਦਾ ਬਲੱਡ ਵਿੱਚ ਰਹਿਣ ਲੱਗੇ ਤੇ ਉਹਦੇ ਡੈਮੇਜਸ, ਉਹਦੇ ਹਾਰਮਸ ਵੀ ਹੁੰਦੇ ਆ। ਤੇ ਸ਼ੂਗਰ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈਗੀ। ਪਹਿਲਾਂ ਆਪਾਂ ਸਮਝੀਏ ਕਿ ਕਿਵੇਂ ਇਹ ਸਾਡੀ ਬੋਡੀ ਵਿੱਚ ਬਣਦਾ ਹੈ ਤੇ ਅਸਲ ਵਿੱਚ ਜੋ ਡਾਇਬੀਟੀਜ਼ ਹੈ ਉਹ ਨੁਕਸਾਨ ਕਿੱਥੇ ਕਰਦੀ ਹੈ ਜਾ ਕੇ। ਦੇਖੋ, ਜਦ ਵੀ ਅਸੀਂ ਕੋਈ ਖਾਣਾ ਖਾਂਦੇ ਹਾਂ, ਉਹ ਚਬਾਉਂਦੇ ਆ, ਅੰਦਰ ਜਾ ਕੇ ਉਹ ਗਲੂਕੋਜ਼ ਵਿੱਚ ਕਨਵਰਟ ਹੁੰਦਾ ਹੈ। ਉਹ ਗਲੂਕੋਜ਼ ਜਿਹੜਾ ਹੈ ਉਹ ਡਿਫਰੈਂਟ ਪਾਰਟਸ ਆਫ ਦਾ ਬੋਡੀ ਵਿੱਚ ਟਰਾਂਸਪੋਰਟ ਹੁੰਦਾ ਹੈ ਇੱਕ ਹਾਰਮੋਨ ਦੇ ਹੈਲਪ ਦੇ ਨਾਲ, ਜਿਹਨੂੰ ਪੈਨਕ੍ਰੀਆਸ, ਸਾਡੀ ਬੋਡੀ ਦਾ ਇੱਕ ਅੰਗ ਹੈ, ਆਰਗਨ ਹੈ ਪੈਨਕ੍ਰੀਆਸ, ਜੋ ਇਨਸੂਲਿਨ ਨਾਮ ਦਾ ਹਾਰਮੋਨ ਸਿਕਰੀਟ ਕਰਦਾ ਹੈ। ਹੁਣ ਇਨਸੂਲਿਨ ਦਾ ਫੰਕਸ਼ਨ ਹੁੰਦਾ ਹੈ ਉਸ ਗਲੂਕੋਜ਼ ਨੂੰ ਬੋਡੀ ਵਿੱਚ ਟਰਾਂਸਪੋਰਟ ਕਰਨਾ ਤੇ ਪ੍ਰੋਪਰ ਯੂਟਿਲਾਈਜੇਸ਼ਨ ਵਿੱਚ ਹੈਲਪ ਕਰਨਾ। ਹੁਣ ਯਦि ਸਾਡੀ ਪੈਨਕ੍ਰੀਆਸ ਪ੍ਰੋਪਰਲੀ ਇਨਸੂਲਿਨ ਨਾ ਪ੍ਰੋਡਿਊਸ ਕਰੇ ਜਾਂ ਫਿਰ ਜਿਹੜਾ ਇਨਸੂਲਿਨ ਪ੍ਰੋਡਿਊਸ ਹੋ ਰਿਹਾ ਹੈ ਉਹ ਬਲੱਡ ਨਹੀਂ ਯੂਜ਼ ਕਰ ਪਾਏ ਪ੍ਰੋਪਰਲੀ ਟਰਾਂਸਪੋਰਟੇਸ਼ਨ ਆਫ ਗਲੂਕੋਜ਼ ਵਿੱਚ, ਤੇ ਸਾਨੂੰ ਡਾਇਬੀਟੀਜ਼ ਹੋ ਜਾਂਦੀ ਹੈ। ਕਿਉਂਕਿ ਸਾਡੇ ਜਿਹੜੇ ਬਲੱਡ ਵਿੱਚ ਜਿੰਨਾ ਸ਼ੂਗਰ ਹੋਣਾ ਚਾਹੀਦਾ ਹੈ ਉਸ ਤੋਂ ਜ਼ਿਆਦਾ ਸ਼ੂਗਰ ਰਹਿਣ ਲੱਗ ਪੈਂਦਾ ਹੈ, ਜੋ ਅੱਗੇ ਜਾ ਕੇ ਸਾਨੂੰ ਪ੍ਰੋਬਲਮ ਕਰ ਸਕਦਾ ਹੈ। ਇਹਨੂੰ ਡਾਇਬੀਟੀਜ਼ ਕਿਹਾ ਜਾਂਦਾ ਹੈ। ਤੇ ਦੋ ਤਰ੍ਹਾਂ ਦੀ ਡਾਇਬੀਟੀਜ਼ ਹੁੰਦੀ ਹੈ, ਇੱਕ ਡਾਇਬੀਟੀਜ਼ ਟਾਈਪ 2, ਇੱਕ ਟਾਈਪ 1। ਟਾਈਪ 1 ਜਿਹੜੀ ਹੈ ਉਹ ਬੱਚਿਆਂ ਵਿੱਚ ਹੁੰਦੀ ਹੈ ਛੋਟੀ ਉਮਰ ਤੋਂ ਹੀ, ਤੇ ਟਾਈਪ 2 ਜਿਹੜੀ ਹੁੰਦੀ ਹੈ ਉਹ ਵੱਡਿਆਂ ਵਿੱਚ ਹੁੰਦੀ ਹੈ। ਠੀਕ ਹੈ, ਠੀਕ ਹੈ। ਸੋ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਪੰਜਾਬੀ 'ਚ ਇਹ ਗੱਲ ਸਮਝਾਈ ਹੈ ਤੇ ਸ਼ੂਗਰ ਹੈ ਕੀ ਹੈ, ਕਿਸ ਤਰ੍ਹਾਂ ਇਹ ਗੱਲਬਾਤ ਹੈਗੀ ਹੈ। ਸੋ ਹੁਣ ਆਪਾਂ ਇਹ ਦੱਸਣਾ ਹੈ ਵੀ ਸ਼ੂਗਰ ਦੇ ਜਿਹੜੇ ਹਾਰਮਸ ਕੀ ਨੇ, ਸਾਡੇ ਜਿੰਨੇ ਵੀ ਦਰਸ਼ਕ ਜੁੜੇ ਹੋਏ ਨੇ ਉਹ ਜਾਣਨਾ ਚਾਹੁੰਦੇ ਹੋਣਗੇ। ਸੋ ਇਹਨੂੰ ਆਪਾਂ ਸਹੀ ਸਰਲ ਤਰੀਕੇ ਦੇ ਨਾਲ ਦੱਸਣਾ ਹੋਵੇ ਤਾਂ ਕਿਵੇਂ ਦੱਸ ਸਕਦੇ
ਸ਼ੂਗਰ ਬੋਡੀ ਵਿੱਚ ਜਿਵੇਂ ਮੈਂ ਦੱਸਿਆ ਕਿ ਸਾਨੂੰ ਚਾਹੀਦੀ ਹੀ ਹੈਗੀ, ਲੇਕਿਨ ਜਦ ਇੱਕ ਸੇਫ ਲਿਮਿਟ ਤੋਂ ਜ਼ਿਆਦਾ ਰਹਿਣ ਲੱਗ ਪੈਂਦੀ ਹੈ ਤੇ ਲੰਬੇ ਸਮੇਂ ਵਿੱਚ ਰਹਿਣ ਲੱਗ ਪੈਂਦੀ ਹੈ, ਤੇ ਹੁੰਦਾ ਕੀ ਹੈ, ਉਹ ਸ਼ੂਗਰ ਜਿਹੜੀ ਹੈ ਉਹ ਸਾਡੀ ਬੋਡੀ ਵਾਸਤੇ, ਆਰਗਨਸ ਵਾਸਤੇ ਡੈਮੇਜਿੰਗ ਸਾਬਿਤ ਕਰ ਸਕਦੀ ਹੈ। ਉਹ ਸਾਡੀ ਅੱਖਾਂ ਨੂੰ ਜਾ ਕੇ ਡੈਮੇਜ ਕਰ ਸਕਦੀ ਹੈ, ਸਾਡੀ ਕਿਡਨੀ ਨੂੰ ਡੈਮੇਜ ਕਰ ਸਕਦੀ ਹੈ, ਸਾਡੀ ਲੈਗਸ ਨੂੰ ਡੈਮੇਜ ਕਰ ਸਕਦੀ ਹੈ, ਸਾਡੀ ਹੋਰ ਬੋਡੀ ਆਰਗਨਸ ਨੂੰ ਡੈਮੇਜ ਕਰ ਸਕਦੀ ਹੈ, ਹਾਰਟ ਨੂੰ ਡੈਮੇਜ ਕਰ ਸਕਦੀ ਹੈ। ਸੋ ਅਗਰ ਡਾਇਬੀਟੀਜ਼ ਨੂੰ ਆਪਾਂ ਠੀਕ ਨਹੀਂ ਕਰੀਏ ਨੈਚੁਰਲੀ, ਤੇ ਹੋਏਗਾ ਕਿ ਰੈਟੀਨੋਪੈਥੀ ਹੋ ਸਕਦੀ ਹੈ, ਜਿਹੜੀ ਸਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ। ਤੇ ਤੁਸੀਂ ਵੇਖਿਆ ਹੋਏਗਾ ਕਈ ਲੋਕਾਂ ਦੇ ਅੱਖਾਂ ਦਾ ਆਪਰੇਸ਼ਨ ਵੀ ਹੁੰਦਾ ਹੈ ਡਾਇਬੀਟੀਜ਼ ਕਰਕੇ। ਇਸੇ ਤਰ੍ਹਾਂ ਲੈਗ ਐਂਪੂਟੇਸ਼ਨ ਹੋ ਸਕਦੀ ਹੈ, ਪੈਰ ਕੱਟਣਾ ਪੈ ਸਕਦਾ ਹੈ, ਗੈਂਗਰੀਨ ਹੋ ਸਕਦੀ ਹੈ, ਲੀਵਰ ਦਾ ਕਿਡਨੀ ਫੇਲੀਅਰ ਹੋ ਸਕਦਾ ਹੈ, ਤੇ ਹਾਰਟ ਡਿਜ਼ੀਜ਼ ਹੋ ਸਕਦੀ ਹੈ। ਤੋ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਸ ਨੇ, ਨਿਊਰੋਪੈਥੀ ਹੋ ਗਈ, ਨਰਵਸ ਸਿਸਟਮ ਡਿਸਆਰਡਰਸ, ਇਹ ਸਭ ਹੋ ਸਕਦੇ ਹੈ। ਤੋ ਸ਼ੂਗਰ ਨੂੰ ਸਾਨੂੰ ਇੱਕ ਲਿਮਿਟ ਵਿੱਚ ਰੱਖਣਾ ਚਾਹੀਦਾ ਹੈ ਤੇ ਨੈਚੁਰਲੀ ਰੱਖਣਾ ਚਾਹੀਦਾ ਹੈ। ਸ਼ੂਗਰ ਹੋਣ ਦੇ ਕਾਜ਼ ਜੇਕਰ ਦੱਸਣੇ ਹੋਣ, ਕਿ ਸਾਡੀ ਬਹੁਤ ਸਾਰੀ ਜਨਤਾ ਜਿਹੜੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ। ਬਹੁਤ ਜਦੋਂ ਉਹਨਾਂ ਦੀ ਸ਼ੂਗਰ ਵੱਧ ਗਈ, ਜਦੋਂ ਅਖੀਰ ਤਾਂ ਆਪਾਂ ਕਹਿ ਲਈਏ ਕਿ ਉਹ ਚਲੀ ਗਈ, ਉਸ ਤੋਂ ਬਾਅਦ ਜਦੋਂ ਟੈਸਟ ਉਹਨਾਂ ਨੇ ਕਰਵਾਇਆ, ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਸਾਨੂੰ ਇਹ ਜਿਹੜੀ ਲਾਇਲਾਜ ਬਿਮਾਰੀ ਜਿਹਨੂੰ ਆਪਾਂ ਕਹਿ ਦਿੰਦੇ ਆ, ਇਹ ਸਾਨੂੰ ਹੋ ਚੁੱਕੀ ਹੈ। ਸੋ ਮਤਲਬ ਕਹਿਣ ਦਾ ਵੀ ਜੇਕਰ ਸਾਨੂੰ ਪਤਾ ਹੋਵੇ ਕਿ ਸ਼ੂਗਰ ਹੁੰਦੀ ਕਿੱਦਾਂ ਆ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਮਾੜੀਆਂ ਸਾਡੀਆਂ ਆਦਤਾਂ ਨੇ, ਜਾਂ ਉਹ ਸਾਰਾ ਕੁਝ ਹੈਗਾ, ਅਸੀਂ ਉਹਨੂੰ ਸ਼ੁਰੂ ਤੋਂ ਅਵੋਇਡ ਕਰਨਾ ਸ਼ੁਰੂ ਕਰ ਦਈਏ, ਤਾਂ ਫਿਰ ਸ਼ਾਇਦ ਇਸ ਬਿਮਾਰੀ ਤੋਂ ਬਚ ਵੀ ਸਕਦੇ ਹਾਂ। ਸੋ ਹੁਣ ਆਪਾਂ ਇਹ ਦੱਸੀਏ ਆਪਣੇ ਦਰਸ਼ਕਾਂ ਨੂੰ, ਸਾਡੇ ਬਜ਼ੁਰਗ, ਸਾਡੇ ਜਵਾਨ, ਮਤਲਬ ਕਿ ਅੱਜ ਤੋਂ ਹੀ ਇਹਨਾਂ ਗੱਲਾਂ ਦਾ ਪਰਹੇਜ਼ ਕਰਨ ਕਿ ਇਹ ਜਿਹੜੀ ਬਿਮਾਰੀ ਹੈ ਇਹਨਾਂ ਚੀਜ਼ਾਂ ਦੇ ਨਾਲ ਹੁੰਦੀ ਹੈ, ਆਹ ਖਾਣਾ, ਆਹ ਨਹੀਂ ਖਾਣਾ, ਆਹ ਪੀਣਾ, ਆਹ ਨਹੀਂ ਪੀਣਾ। ਸੋ ਜੇਕਰ ਸਾਨੂੰ ਪਤਾ ਹੋਊਗਾ ਤੇ ਆਪਾਂ ਕਿਤੇ ਨਾ ਕਿਤੇ ਆਪਣੇ ਬਹੁਤ ਸਾਰੇ ਲੋਕ ਇਸ ਬਿਮਾਰੀ ਤੋਂ ਬਚਾ ਸਕਦੇ ਹਾਂ। ਸੋ ਕਿਵੇਂ ਹੁੰਦੀ ਹੈ, ਕਿਹੜੀਆਂ ਮਾੜੀਆਂ ਆਦਤਾਂ ਨੇ ਉਹ ਤੋਂ ਹੁੰਦੀ ਹੈ? ਰਾਈਟ, ਇੱਥੇ ਦੋ ਚੀਜ਼ਾਂ ਸਮਝਣ ਵਾਲੀਆਂ ਨੇ। ਪਹਿਲੀ ਤਾਂ ਟਾਈਪ 1 ਜੋ ਹੈਗੀ ਬੱਚਿਆਂ ਵਿੱਚ ਜਿਹੜੀ ਹੋ ਜਾਂਦੀ ਹੈ, ਉਸ ਦੇ ਬਾਰੇ ਆਪਾਂ ਗੱਲ ਕਰੀਏ। ਤੇ ਹੁਣ ਆਪਾਂ ਸੋਚਦੇ ਹਾਂ ਕਿ ਹੁਣੇ ਤਾਂ ਬੱਚਾ ਜੰਮਿਆ ਸੀਗਾ ਤੇ ਜੰਮਦੇ ਸਾਰ ਉਹਨੂੰ ਇੰਨੀ ਖਤਰਨਾਕ ਬਿਮਾਰੀ ਕਿੱਦਾਂ ਹੋ ਗਈ, ਹੈਨਾ। ਬਿਲਕੁਲ। ਉੱਥੇ ਐਕਚੁਅਲੀ ਗੱਲ ਕੀ ਹੈ ਕਿ ਅਸੀਂ ਜਦੋਂ ਬੱਚਾ ਹੋਇਆ ਸੀਗਾ ਤੇ ਉਹਨੂੰ ਟੀਕੇ ਲਗਾ ਦਿੱਤੇ, ਹੈਪੇਟਾਈਟਿਸ ਦਾ ਲਗਾ ਦਿੱਤਾ ਉਹਨੂੰ, ਜੀ। ਹੋਰ ਆਪਣਾ ਰੇਬੀਜ਼ ਦਾ ਲਗਾ ਦਿੱਤਾ, ਟੈਟਨਸ ਦਾ ਲਗਾ ਦਿੱਤਾ, ਹੋਰ ਉਹਨੂੰ ਹੁਣ ਕੋਵਿਡ ਦਾ ਆਉਣ ਲੱਗ ਪਿਆ, ਉਹ ਲਗਾ ਦਿੱਤਾ। ਤਾਂ ਆਪਾਂ ਪਹਿਲਾਂ USA ਵਿੱਚ ਲਗਭਗ 5 ਟੀਕੇ ਲਗਾਏ ਜਾਂਦੇ ਸੀ। ਅੱਜ ਦੀ ਡੇਟ ਵਿੱਚ USA ਵਿੱਚ ਪਤਾ ਨਹੀਂ 50 ਤਰ੍ਹਾਂ ਤਰੀਕੇ ਦੇ ਟੀਕੇ ਬੱਚਿਆਂ ਨੂੰ ਲਗਾਏ ਜਾਂਦੇ ਆ। ਉਹ ਜਿਹੜੇ ਟੀਕੇ ਨੇ ਉਹਨਾਂ ਦੇ ਅੰਦਰ ਕੀ ਹੁੰਦਾ ਹੈ, ਅਲੂਮੀਨੀਅਮ, ਮਰਕੂਰੀ, ਜੀ। ਪੋਲੀਸੋਰਬੇਟ, ਇਸ ਤੋਂ ਇਲਾਵਾ ਉਹਨਾਂ ਦੇ ਅੰਦਰ ਫਾਰਮੈਲਡੀਹਾਈਡ, ਗਲਾਈਫੋਸੇਟ, ਇਹ ਸਾਰੇ ਜਿਹੜੇ ਵੀ ਚੀਜ਼ਾਂ ਨੇ ਜਿਹੜੀ ਟੀਕਿਆਂ ਵਿੱਚ ਹੁੰਦੀ ਹੈ, ਉਹ ਸਾਡੀ ਬੋਡੀ ਦੀ ਹੈਲਥ ਵਾਸਤੇ ਖਰਾਬ ਹੁੰਦੀ ਹੈ, ਕਿਉਂਕਿ ਇਹ ਆਪਣੇ ਆਪ ਵਿੱਚ ਨਿਊਰੋਟੌਕਸਿਨਸ ਨੇ। ਨਿਊਰੋਟੌਕਸਿਨ ਜਿਹੜੇ ਸਾਡੇ ਨਰਵਸ ਸਿਸਟਮ ਨੂੰ ਡੈਮੇਜ ਕਰਦੇ ਆ, ਸਾਡੀ ਬੋਡੀ ਦੀ ਆਰਗਨਸ ਨੂੰ ਡੈਮੇਜ ਕਰਦੇ ਆ। ਜਦ ਅਸੀਂ ਇਸ ਤਰ੍ਹਾਂ ਦੇ ਟੀਕੇ ਬੱਚਿਆਂ ਨੂੰ ਲਗਾ ਦਿੰਦੇ ਹਾਂ ਤੇ ਉਹਨਾਂ ਦੇ ਅੰਦਰ ਜਿਹੜੇ ਟੌਕਸਿਨ ਇਕੱਠੇ ਹੋ ਜਾਂਦੇ ਆ, ਤੇ ਉਹ ਅਲਟੀਮੇਟਲੀ ਜਾ ਕੇ ਸਾਡੀ ਪੈਨਕ੍ਰੀਆਸ ਨੂੰ ਡੈਮੇਜ ਕਰ ਸਕਦੇ ਆ, ਜਾਂ ਹੋਰ ਏਰੀਆਜ਼ ਨੂੰ ਡੈਮੇਜ ਕਰ ਸਕਦੇ ਆ। ਜਿਹੜੇ ਏਰੀਆ ਨੂੰ ਡੈਮੇਜ ਕਰੇਗਾ ਉੱਥੇ ਦੀ ਪ੍ਰੋਬਲਮ ਆ ਜਾਏਗੀ। ਜੇ ਬ੍ਰੇਨ ਨੂੰ ਡੈਮੇਜ ਕਰਤਾ, ਨਰਵਸ ਸਿਸਟਮ ਨੂੰ ਡੈਮੇਜ ਕਰਤਾ, ਤੇ ਸਾਨੂੰ ਆਟਿਜ਼ਮ ਹੋ ਸਕਦਾ ਹੈ। ਤੇ ਤੁਸੀਂ ਦੇਖੋ ਅਮਰੀਕਾ ਵਿੱਚ ਜਿੱਦਾਂ ਉਹਨਾਂ ਨੇ ਟੀਕਿਆਂ ਦੀ ਮਾਤਰਾ ਵਧਾਈ ਦੀ ਗਈ, ਉਦਾਂ ਆਟਿਜ਼ਮ ਵੱਧਦਾ ਗਿਆ। ਇਸੇ ਤਰ੍ਹਾਂ ਅਗਰ ਪੈਨਕ੍ਰੀਆਸ ਕਮਜ਼ੋਰ ਹੋਣ ਤੇ ਉੱਥੇ ਪੈਨਕ੍ਰੀਆਸ ਖਰਾਬ ਹੋਣ ਕਰਕੇ ਡਾਇਬੀਟੀਜ਼ ਟਾਈਪ 1 ਹੋ ਸਕਦੀ ਹੈ। ਤੇ ਬਹੁਤ ਪੇਨਫੁਲ ਪ੍ਰੋਸੈਸ ਹੁੰਦਾ ਹੈ, ਬੱਚੇ ਨੂੰ ਬਾਰ-ਬਾਰ ਉਹ ਇੰਜੈਕਸ਼ਨ ਦਿਨ ਵਿੱਚ 4 ਵਾਰ ਲਗਾਉਣਾ ਪੈਂਦਾ ਹੈ। ਕੁਝ ਵੀ ਖਾਏ, ਕੁਝ ਵੀ ਪੀਏ, ਉਹ ਵੀ ਘਬਰਾ ਕੇ, ਤੇ ਕਿੰਨੀ ਵਾਰ ਹਸਪੀਟਲ ਜਾਣਾ ਪੈਂਦਾ ਹੈ, ਡਾਕਟਰਾਂ ਦੇ ਚੱਕਰ ਕੱਟਣੇ ਪੈਂਦੇ ਆ। ਬਹੁਤ ਦਰਦਨਾਕ ਪੇਨਫੁਲ ਪ੍ਰੋਸੈਸ ਬਣ ਜਾਂਦਾ ਹੈ। ਦੂਜਾ ਜਿਹੜਾ ਮੇਨ ਕਾਰਨ ਹੈਗਾ ਬੱਚਿਆਂ ਵਿੱਚ ਡਾਇਬੀਟੀਜ਼ ਹੋਣ ਦਾ, ਉਹ ਹੈਗਾ ਕਮਰਸ਼ੀਅਲ ਜਿਹੜਾ ਮਿਲਕ ਹੈ ਮਾਰਕੀਟ ਵਿੱਚ ਅੱਜਕੱਲ ਮਿਲਦਾ ਪਿਆ ਹੈ, ਉਹ ਇੰਨਾ ਮਿਲਾਵਟੀ ਹੋ ਗਿਆ ਹੈ, ਇੰਨਾ ਉਹਦੇ ਵਿੱਚ ਹਾਰਮੋਨਸ ਮਿਲੇ ਹੋਏ ਆ ਗਾਂ ਦੇ, ਤੇ ਉਹਦੇ ਵਿੱਚ ਹੋਰ ਪੈਸਟਰਾਈਜ਼ੇਸ਼ਨ, ਹੋਮੋਜਨਾਈਜੇਸ਼ਨ ਹੁੰਦੀ ਹੈ। ਤੇ ਜਦ ਉਹ ਅੰਦਰ ਆਪਾਂ ਪੀਂਦੇ ਆ ਉਸ ਦੁੱਧ ਨੂੰ, ਮਾਂ ਪਿਓ ਤਾਂ ਸੋਚਦੇ ਆ ਕਿ ਅਸੀਂ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਬੱਚੇ ਨੂੰ ਆਪਾਂ ਹੈਲਥ ਦੇ ਰਹੇ ਹਾਂ ਦੁੱਧ ਦੇ ਰੂਪ ਵਿੱਚ, ਪਰ ਅਸਲ ਵਿੱਚ ਉਹ ਦੁੱਧ ਹੈ ਕਿ ਉਹ ਰਿਫਾਈਨਡ ਸੋਡਾ ਹੈ ਜਾਂ ਕੌਸਟਿਕ ਸੋਡਾ ਹੈ, ਜਾਂ ਉਹਦੇ ਵਿੱਚ ਪੇਂਟ ਮਿਲਿਆ ਜਾਂ ਡਿਟਰਜੈਂਟ ਮਿਲਿਆ ਹੋਇਆ ਹੈ, ਸਾਨੂੰ ਨਹੀਂ ਪਤਾ। ਤੁਸੀਂ ਦੇਖਿਆ ਹੋਵੇਗਾ ਟੀਵੀ ਵਿੱਚ ਵੀ ਦਿਖਾਇਆ ਕਿੰਨੀ ਵਾਰੀ ਕਿ ਕਿਸ ਤਰ੍ਹਾਂ ਉਹ ਦੁੱਧ ਬਣਾਇਆ ਜਾਂਦਾ ਹੈ ਖੱਪੇ ਕਰਕੇ। ਤੇ ਜੇ ਉਸ ਤਰ੍ਹਾਂ ਦਾ ਦੁੱਧ ਤੁਸੀਂ ਬੱਚੇ ਨੂੰ ਪਿਲਾਓਗੇ ਤੇ ਨੈਚੁਰਲੀ ਹੀ ਉਹਦੀ ਬੋਡੀ ਖਰਾਬ ਹੋਊਗੀ। ਤੇ ਈਵਨ ਇੱਕ ਚੀਜ਼ ਹੋਰ ਵੀ ਹੈ, ਤਾਂ ਚਾਈਨਾ ਸਟੱਡੀ ਡਾਕਟਰ ਟਿਮ ਕੈਂਪਬੈਲ ਨੇ ਲਿਖੀ ਸੀਗੀ, ਹੁਣ ਤੱਕ ਦੀ ਹਿਊਮਨ ਨਿਊਟ੍ਰੀਸ਼ਨ ਤੇ ਸਭ ਤੋਂ ਵੱਡੀ ਸਟੱਡੀ ਹੈਗੀ। ਉਹਦੇ ਅਕੋਰਡਿੰਗ ਕੀ ਹੁੰਦਾ ਹੈ, ਬੋਡੀ ਦਾ ਇਮਿਊਨ ਸਿਸਟਮ ਜਿਹੜਾ ਹੁੰਦਾ ਹੈ, ਉਹ ਆਪਣੇ ਦੁੱਧ, ਐਨੀਮਲ ਪ੍ਰੋਟੀਨ ਜਿਹੜਾ ਹੈਗਾ ਉਹਦੇ ਵਿੱਚ ਤੇ ਆਪਣੇ ਪੈਨਕ੍ਰੀਆਟਿਕ ਸੈਲਸ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਪਾਉਂਦਾ, ਜਿਸ ਕਰਕੇ ਉਹ ਆਪਣੇ ਹੀ ਪੈਨਕ੍ਰੀਆਟਿਕ ਸੈਲਸ ਨੂੰ ਡਿਸਟਰੋਏ ਕਰਨ ਲੱਗ ਪੈਂਦਾ ਹੈ। ਤੇ ਆਟੋ ਇਮਿਊਨ ਡਿਸੀਜ਼, ਦੋ ਮੇਨ ਚੀਜ਼ ਹੈਗੀਆਂ, ਇੱਕ ਵੈਕਸੀਨ ਤੇ ਇੱਕ ਜਿਹੜਾ ਮਾਰਕੀਟ ਦਾ ਫੂਡ ਆ ਰਿਹਾ ਹੈ ਤੇ ਦੁੱਧ ਆ ਰਿਹਾ ਹੈ। ਇਸ ਤੋਂ ਅਵੋਇਡ ਕਰੀਏ ਆਪਾਂ ਐਨੀਮਲ ਪ੍ਰੋਟੀਨ ਨੂੰ, ਤਾਂ ਇਹ ਡਾਇਬੀਟੀਜ਼ ਬੱਚਿਆਂ ਵਿੱਚ ਨਹੀਂ ਹੁੰਦੀ। ਹੁਣ ਆਪਾਂ ਗੱਲ ਕਰੀਏ ਵੱਡਿਆਂ ਵਿੱਚ ਕੀ ਹੁੰਦੀ ਹੈ 30 ਸਾਲ ਤੋਂ ਬਾਅਦ, 35 ਸਾਲਾਂ ਤੋਂ ਬਾਅਦ। ਉਹਦਾ ਕਾਰਨ ਹੈਗਾ ਟੌਕਸਿਨਸ ਇਨ ਦਾ ਬੋਡੀ। ਜਦ ਸਾਡੀ ਬੋਡੀ ਦੇ ਅੰਦਰ ਟੌਕਸਿਨਸ, ਜਿਹੜੇ ਵੈਸ਼ੀਲੇ ਪਦਾਰਥ ਨੇ, ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹੈ। ਤੇ ਸਾਡੀ ਬੋਡੀ ਵਿੱਚ, ਹਰ ਕਿਸੇ ਦੀ ਬੋਡੀ ਵਿੱਚ ਕੋਈ ਨਾ ਕੋਈ ਆਰਗਨ ਹੁੰਦਾ ਹੈ ਜਿਹੜਾ ਬਾਕੀ ਆਰਗਨਸ ਦੇ ਕੰਪੈਰੀਜ਼ਨ ਵਿੱਚ ਕਮਜ਼ੋਰ ਹੁੰਦਾ ਹੈ। ਲਾਈਕ ਕਿਸੇ ਦੇ ਵਿੱਚ ਕਿਡਨੀ ਥੋੜੀ ਕਮਜ਼ੋਰ ਹੋ ਸਕਦੀ ਹੈ, ਕਿਸੇ ਵਿੱਚ ਥੋੜਾ ਨਰਵਸ ਸਿਸਟਮ ਕਮਜ਼ੋਰ ਹੋ ਸਕਦਾ ਹੈ, ਕਿਸੇ ਵਿੱਚ ਪੈਨਕ੍ਰੀਆਸ ਕਮਜ਼ੋਰ ਹੋ ਸਕਦੇ ਹੈ।
ਤੇ ਜੇ ਕਿਸੇ ਦੇ ਵਿੱਚ ਪੈਨਕ੍ਰੀਆਸ ਕਮਜ਼ੋਰ ਹੋਏ ਤੇ ਉਹਦੇ ਟੌਕਸਿਨਸ ਜਿਹੜੇ ਨੇ ਉਹ ਉੱਥੇ ਚਲੇ ਜਾਣਗੇ ਪੈਨਕ੍ਰੀਆਸ ਵਿੱਚ, ਪੈਨਕ੍ਰੀਆਸ ਦੀ ਫੰਕਸ਼ਨਿੰਗ ਨੂੰ ਖਰਾਬ ਕਰ ਦੇਣਗੇ। ਇਸੇ ਤਰ੍ਹਾਂ ਜੇ ਉਸ ਕਿਸੇ ਦੀ ਕਿਡਨੀ ਖਰਾਬ ਹੋਈ ਤੇ ਕਿਡਨੀ ਵਿੱਚ ਮਤਲਬ ਵੀਕ ਹੋਈ ਤੇ ਉੱਥੇ ਸਟੋਨਸ ਬਣ ਸਕਦੇ ਆ। ਇਸੇ ਤਰ੍ਹਾਂ ਕਿਸੇ ਦੀ ਬ੍ਰੇਨ ਵਿੱਚ ਹੋਏ ਤੇ ਉਸਨੂੰ ਬ੍ਰੇਨ ਦੀ ਪ੍ਰੋਬਲਮ ਆ ਸਕਦੀ ਹੈ। ਸੋ ਇਸ ਤਰ੍ਹਾਂ ਕਿਸੇ ਦੇ ਸਟਮਕ ਕਮਜ਼ੋਰ ਹੋਇਆ ਉੱਥੇ ਅਲਸਰਸ ਆ ਸਕਦੇ ਆ। ਸੋ ਇਸ ਤਰ੍ਹਾਂ ਨਾਲ ਡਿਫਰੈਂਟ ਡਿਜ਼ੀਜ਼ਸ ਨੇ, ਪਰ ਕਾਜ਼ ਉਹਨਾਂ ਦਾ ਇੱਕ ਹੀ ਹੈ, ਬੋਡੀ ਵਿੱਚ ਟੌਕਸਿਨਸ ਦਾ ਹੋਣਾ, ਜਿਹਨੂੰ ਸਾਇੰਟੀਫਿਕਲੀ ਆਪਾਂ ਡਾਇਆਕਸਿਨ ਕਹਿੰਦੇ ਆ, ਡਾਇਆਕਸਿਨ। ਹੁਣ ਇਹ ਡਾਇਆਕਸਿਨ ਜਿੱਥੇ ਬੋਡੀ ਵਿੱਚ ਜਾਣਗੇ ਉੱਥੇ ਬਿਮਾਰੀ ਕਰਨਗੇ। ਸੋ ਇਹ ਹੈਗੀ ਬੇਸਿਕਲੀ ਸ਼ੂਗਰ ਦੀ ਕਾਜ਼। ਤੇ ਇਹ ਡਾਇਆਕਸਿਨ ਸਾਡੀ ਬੋਡੀ ਵਿੱਚ ਆਉਂਦੇ ਕਿਉਂ ਨੇ? ਇਹਦਾ ਕਾਰਨ ਇਹ ਹੈ ਕਿ ਸਾਡੀ ਬੋਡੀ ਦੇ 4 ਡਿਟੌਕਸ ਚੈਨਲਸ ਹੁੰਦੇ ਨੇ, ਇੱਕ ਸਟੂਲ, ਯੂਰਿਨ, ਸਵੈਟ ਤੇ ਬ੍ਰੈਥ, ਯਾਨੀ ਅਸੀਂ ਸਾਂਸ ਲੈ ਕੇ ਬਾਹਰ ਟੌਕਸਿਨਸ ਨੂੰ ਕੱਢ ਦਿੰਦੇ ਆ। ਇਸੇ ਤਰ੍ਹਾਂ ਮਲ ਮੂਤਰ ਕਰਕੇ ਅਸੀਂ ਟੌਕਸਿਨਸ ਨੂੰ ਬਾਹਰ ਕੱਢ ਦਿੰਦੇ ਆ। ਇਸੇ ਤਰ੍ਹਾਂ ਜਿਹੜੀ ਸਾਡੀ ਸਕਿਨ ਹੈਗੀ ਉਹ ਵੀ ਡਿਟੌਕਸ ਫੰਕਸ਼ਨ ਕਰਦੀ ਹੈ, ਆਪਣੇ ਸਕਿਨ ਵਿੱਚੋਂ ਵੀ ਪਸੀਨੇ ਦੇ ਰੂਪ ਵਿੱਚ ਗੰਦਗੀ ਬਾਹਰ ਨਿਕਲਦੀ ਹੈ। ਹੁਣ ਹੁੰਦਾ ਕੀ ਹੈ, ਸਾਡਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਜਿੰਨਾ ਆਪਾਂ ਟੌਕਸਿਨ ਅੰਦਰ ਲੈ ਰਹੇ ਹਾਂ, ਉਹਨਾਂ ਟੌਕਸਿਨ ਇਹਨਾਂ ਚਾਰੋਂ ਰਸਤਿਆਂ ਰਾਹੀਂ ਬਾਹਰ ਨਹੀਂ ਨਿਕਲ ਪਾ ਰਿਹਾ। ਐਜ਼ ਅ ਰਿਜ਼ਲਟ ਬੋਡੀ ਵਿੱਚ ਟੌਕਸਿਨ ਇਕੱਠੇ ਹੋ ਰਹੇ ਆ, ਤੇ ਜਿੱਥੇ ਇਕੱਠੇ ਹੋਣਗੇ ਉੱਥੇ ਦੀ ਬਿਮਾਰੀ ਕਰਨਗੇ। ਸੋ ਜਿਹੜੇ ਮੇਨ ਕਾਰਨ ਹੈਗਾ ਅੰਦਰ ਜਿਹੜਾ ਟੌਕਸਿਨ ਜਾਣ ਦਾ, ਉਹ ਹੈਗਾ ਸਾਡਾ ਲਾਈਫ ਸਟਾਈਲ। ਅਸੀਂ ਐਕਸਰਸਾਈਜ਼ ਨਹੀਂ ਕਰਦੇ, ਅਸੀਂ ਧੁੱਪ ਦੇ ਥੱਲੇ ਨਹੀਂ ਜਾਂਦੇ, ਤੇ ਸਾਡੀ ਜਿਹੜੀ ਡਾਈਟ ਆ ਉਹਦੇ ਵਿੱਚ ਤਲਾ ਭੁਣਾ, ਮਸਾਲੇਦਾਰ, ਤੇ ਉਹਦੇ ਵਿੱਚ ਬਾਹਰ ਦੀ ਜਿਹੜੀ ਪੀਜ਼ਾ, ਪੈਟੀਜ਼, ਪੇਸਟਰੀਜ਼, 버ਗਰਸ, ਇਹ ਜਿਹੜਾ ਜਿਸ ਤਰ੍ਹਾਂ ਦਾ ਫਾਸਟ ਫੂਡ ਆ ਚੁੱਕਿਆ ਹੈ, ਇਹਦੇ ਵਿੱਚ ਡਾਇਆਕਸਿਨ ਹੀ ਡਾਇਆਕਸਿਨ ਹੁੰਦਾ ਹੈ। ਇਹਦੇ ਵਿੱਚ ਨੈਚੁਰਲ ਐਂਜ਼ਾਈਮਸ ਨਹੀਂ ਹੁੰਦੇ, ਜਿਸ ਕਰਕੇ ਸਾਡੀ ਬੋਡੀ ਉਹਨੂੰ ਪ੍ਰੋਪਰਲੀ ਡਿਸਟ੍ਰੀਬਿਊਟ ਨਹੀਂ ਕਰ ਪਾਉਂਦੀ। ਡਾਇਆਕਸਿਨ ਬੋਡੀ ਵਿੱਚ ਇਕੱਠੇ ਹੋਣ ਲੱਗ ਪੈਂਦੇ ਹੈ, ਐਂਡ ਐਜ਼ ਅ ਰਿਜ਼ਲਟ ਡਾਇਬੀਟੀਜ਼ ਸਾਨੂੰ ਹੋ ਜਾਂਦੀ ਹੈ। ਬਿਲਕੁਲ ਬਿਲਕੁਲ, ਬਹੁਤ ਤੁਸੀਂ ਖਾਸ ਗੱਲਾਂ ਜਿਹੜੀਆਂ ਨੇ ਉਹ ਦੱਸੀਆਂ ਕਿ ਸਾਡਾ ਰਹਿਣ ਸਹਿਣ ਜਿਹੜਾ ਹੈ ਉਹ ਕਿਤੇ ਨਾ ਕਿਤੇ ਅਸੀਂ ਆਪ ਖਰਾਬ ਕਰ ਲੈਂਦੇ ਆ, ਤੇ ਉਸ ਤੋਂ ਬਾਅਦ ਫਿਰ ਸਾਡੀ ਬਾਡੀ ਦੇ ਵਿੱਚ ਜਦੋਂ ਸ਼ੂਗਰ ਦਾ ਲੈਵਲ ਵੱਧ ਜਾਂਦਾ ਤੇ ਫਿਰ ਅਸੀਂ ਇਸ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਆ। ਸੋ ਦਰਸ਼ਕੋ, ਜਿਹੜੀਆਂ ਗੱਲਾਂ ਦੱਸ ਰਹੇ ਨੇ ਭਾਈ ਕਮਲਪ੍ਰੀਤ ਸਿੰਘ ਹੋਰੀ, ਸੋ ਇਹਨਾਂ ਤੇ ਗੌਰ ਕਰੀਏ ਆਪਾਂ। ਜੇਕਰ ਅਸੀਂ ਬਚੇ ਹੋਏ ਹਾਂ ਹਜੇ ਤੱਕ ਇਸ ਬਿਮਾਰੀ ਤੋਂ, ਤਾਂ ਅੱਜ ਹੀ ਐਕਸਰਸਾਈਜ਼ ਸ਼ੁਰੂ ਕਰੀਏ, ਖਾਣ ਪੀਣ ਜਿਹੜਾ ਹੈ ਉਹਨੂੰ ਸਾਫ਼ ਸੁਥਰਾ ਕਰੀਏ, ਜਿਹਦੇ ਨਾਲ ਕਿ ਆਪਾਂ ਆਪਣੀ ਲਾਈਫ ਜਿਹੜੀ ਹੈ ਉਹਨੂੰ ਵਧਾ ਸਕਦੇ ਹਾਂ। ਅਦਰਵਾਈਜ਼ ਇਹੋ ਜਿਹੀ ਬਿਮਾਰੀ ਜਦੋਂ ਆ ਜਾਂਦੀ ਹੈ ਤਾਂ ਫਿਰ ਇਹ ਕਿਹਾ ਜਾਂਦਾ ਕਿ ਲਾਈਫ ਅੱਧੀ ਰਹਿ ਗਈ, ਅੱਧੀ ਨਾਲੋਂ ਵੀ ਘੱਟ ਰਹਿ ਗਈ। ਸੋ ਹੁਣ ਜਦੋਂ ਭਾਈ ਕਮਲਪ੍ਰੀਤ ਸਿੰਘ ਜੀ, ਇੱਕ ਸਵਾਲ ਮੇਰੇ ਮਨ ਦੇ ਵਿੱਚ ਆ ਰਿਹਾ ਕਿ ਸ਼ੂਗਰ ਨੂੰ ਲੈ ਕੇ ਵੀ ਕੀ ਤੁਹਾਨੂੰ ਲੱਗਦਾ ਕਿ ਫਰਾਡ ਚੱਲ ਰਿਹਾ ਦੁਨੀਆ ਦੇ ਉੱਤੇ? ਮਤਲਬ ਜਲਦ ਹੀ ਇਸ ਨੂੰ ਐਲਾਨ ਦਿੱਤਾ ਜਾਂਦਾ ਵੀ ਭਾਈ ਤੂੰ ਤਾਂ ਸ਼ੂਗਰ ਦਾ ਮਰੀਜ਼ ਹੋ ਗਿਆ, ਹੁਣ ਸਾਰੀ ਉਮਰ ਗੋਲੀਆਂ ਦੇ ਉੱਤੇ ਕੱਢ ਦੇ। ਪਰ ਅਸਲ ਦੇ ਵਿੱਚ ਉੱਥੋਂ ਵਾਪਸ ਮੁੜਿਆ ਜਾ ਸਕਦਾ ਸੀ, ਪਰ ਇੱਕ ਧੰਦੇ ਦੇ ਕਰਕੇ ਲੋਕਾਂ ਨੂੰ ਗੋਲੀਆਂ ਦੇ ਉੱਤੇ, ਮੈਡੀਸਿਨਸ ਜਿਹੜੀਆਂ ਟੈਬਲੇਟਸ ਹੁੰਦੀਆਂ ਨੇ ਉਹਦੇ ਉੱਤੇ ਲਾ ਦਿੱਤਾ ਜਾਂਦਾ। ਉਸ ਤੋਂ ਬਾਅਦ ਅਖੀਰ ਤੇ ਟੀਕਿਆਂ ਤੱਕ ਕੰਮ ਪਹੁੰਚ ਜਾਂਦਾ ਵੀ ਇੰਜੈਕਸ਼ਨ ਲਾਵਾਂਗੇ ਤਾਂ ਬਚਾਂਗੇ। ਸੋ ਤੁਹਾਨੂੰ ਲੱਗਦਾ ਵੀ ਇਹਦੇ ਤੋਂ ਵੀ ਬਚਿਆ ਜਾ ਸਕਦਾ, ਕਿਤੇ ਨਾ ਕਿਤੇ ਫਰਾਡ ਹੋ ਰਿਹਾ, ਤੁਹਾਨੂੰ ਲੱਗਦਾ? ਜੀ ਬਿਲਕੁਲ, ਜਿਵੇਂ ਆਪ ਜੀ ਨੇ ਕਿਹਾ ਕਿ ਫਰਾਡ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ, ਮੈਂ 100% ਮੰਨਦਾ ਇਸ ਨੂੰ ਕਿ ਫਰਾਡ ਹੋ ਰਿਹਾ ਹੈ, ਤੇ ਉਹਦਾ ਮੈਂ ਪ੍ਰੂਫ ਵੀ ਤੁਹਾਨੂੰ ਦੇ ਸਕਦਾ ਹਾਂ ਕਿ ਉਹ ਫਰਾਡ ਕਿੱਦਾਂ ਹੋ ਰਿਹਾ ਆ। ਕਿ ਬੈਠੇ ਬਿਠਾਏ ਇਹਨਾਂ ਨੇ ਇੱਕ ਰਾਤੋਂ ਰਾਤ ਹੀ ਕਿੰਨੇ ਸਾਰੇ ਡਾਇਬੀਟੀਜ਼ ਦੇ ਪੇਸ਼ੈਂਟ ਵਧਾ ਲਏ, ਔਰ ਆਪਣੀ ਦਵਾਈਆਂ ਵੇਚਣ ਦੇ ਖਾਤਰ। ਉਹਦੇ ਬਾਰੇ ਮੈਂ ਤੁਹਾਨੂੰ ਅੱਜ ਪ੍ਰੂਫ ਦਿੰਦਾ ਹਾਂ ਕਿ ਕਿੱਦਾਂ ਇਹਨਾਂ ਨੇ ਕੀਤਾ। ਸੋ ਇਹ ਜਦ ਕੋਈ ਸੁਣੇਗਾ ਇਹ ਵਾਲਾ ਪਾਰਟ, ਤੇ ਉਹਨੂੰ 70% ਆਫ ਦਾ ਪੇਸ਼ੈਂਟਸ ਜਿੰਨੇ ਵੀ ਡਾਇਬੀਟੀਜ਼ ਹੈਗੇ, ਉਹਨਾਂ ਦੀ ਤਾਂ ਡਾਇਬੀਟੀਜ਼ ਸਿਰਫ ਇਹ ਵੀਡੀਓ ਸੁਣਨ ਨਾਲ ਹੀ ਖਤਮ ਹੋ ਜਾਏਗੀ। ਤਾਂ ਉਹ ਕਿਵੇਂ ਹੋਏਗੀ ਉਹ ਆਪਾਂ ਦੇਖਦੇ ਹਾਂ ਜੀ। ਜਦ ਸਾਡੀ ਬੋਡੀ ਵਿੱਚ ਸ਼ੂਗਰ ਇੱਕ ਮਾਤਰਾ ਤੋਂ ਉੱਤੇ ਹੋ ਜਾਂਦਾ ਹੈ ਤਾਂ ਅਸੀਂ ਉਹਨੂੰ ਕਹਿੰਦੇ ਹਾਂ ਕਿ ਇਹ ਡਾਇਬੀਟੀਜ਼ ਦਾ ਪੇਸ਼ੈਂਟ ਹੋ ਗਿਆ। ਹੁਣ ਜਿਹੜੀ ਉਹ ਮਾਤਰਾ ਹੈ ਸ਼ੂਗਰ ਦੀ ਕਿ ਇਸ ਤੋਂ ਉੱਤੇ ਹੋਏਗਾ ਤਾਂ ਡਾਇਬੀਟੀਜ਼ ਹੋਏਗੀ, ਉਹ ਮਾਤਰਾ ਜਿਹੜੀ ਹੈ ਉਹ ਕਿੰਨੀ ਹੈ ਤੇ ਉਹ ਕੌਣ ਡਿਸਾਈਡ ਕਰਦਾ ਹੈ, ਇਹ ਸੋਚਣ ਵਾਲੀ ਗੱਲ ਹੈਗੀ। ਉਹ ਇੱਕ ਬੋਡੀ ਹੈ ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ ADA, ਜੋ ਕਹਿੰਦੀ ਹੈ ਕਿ ਜੇ ਸ਼ੂਗਰ 150 ਦੇ ਉੱਤੇ ਹੋ ਗਈ ਤਾਂ ਤੁਹਾਨੂੰ ਡਾਇਬੀਟੀਜ਼ ਹੈਗੀ ਹੈ। ਇੰਡੀਆ ਦੀ ਜਿਹੜੀ ਮੈਡੀਕਲ ਬੋਡੀਜ਼ ਨੇ ਉਹ ADA ਨੂੰ ਫੋਲੋ ਕਰਦੀ ਹੈ। तो एज अ रिजल्ट जे ADA ने कहता कि भी 150 ਦੇ ਉੱਤੇ ਹੈਗੀ ਤੇ ਤੁਸੀਂ ਡਾਇਬੀਟੀਜ਼ ਪੇਸ਼ੈਂਟ ਹੋਗੇ, ਤਾਂ ਇੰਡੀਆ ਵਾਲੇ ਵੀ ਉਹੀ ਫੋਲੋ ਕਰਨ ਲੱਗ ਪੈਣਗੇ, ਤੇ ਜਿੱਦਾਂ ਵੀ ਸ਼ੂਗਰ 150 ਤੋਂ ਉੱਤੇ ਆਏਗਾ ਉਹਨੂੰ ਡਾਇਬੀਟੀਜ਼ ਦੀ 2 ਗੋਲੀਆਂ ਫੜਾ ਦੇਣਗੇ। तो ਇਸ ਤਰ੍ਹਾਂ ਚੱਲਦਾ ਹੈ। ਪਰ ਹੁਣ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ 150 ਜਿਹੜਾ ਹੈਗਾ ਇਹ ਸਹੀ ਹੈ ਵੀ ਜਾਂ ਐਵੇਂ ਹੀ ਇਹਨਾਂ ਨੇ ਬਣਾਇਆ ਹੋਇਆ ਹੈ। ਹੁਣ ਦੇਖੋ, ਅੱਜ ਤੋਂ 1979 ਦੀ ਗੱਲ ਕਰੀਏ ਤੇ ਉੱਥੇ ਵਿੱਚ NDDG ਦੀ ਰਿਪੋਰਟ ਸੀਗੀ ਕਿ ਜੇ ਕਿਸੇ ਦਾ ਬਲੱਡ ਸ਼ੂਗਰ 200 mg ਪਰ ਡੈਸੀਲੀਟਰ ਤੋਂ ਉੱਤੇ ਹੈਗਾ ਤਾਂ ਉਹਨੂੰ ਡਾਇਬੀਟੀਜ਼ ਹੈਗੀ, 200 ਤੋਂ ਉੱਤੇ। ਫਿਰ ਕੀ ਹੋਇਆ, ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ ਤੇ WHO ਵਰਲਡ ਹੈਲਥ ਆਰਗੇਨਾਈਜੇਸ਼ਨ, ਜਿਹਨੂੰ ਮੈਂ ਵਰਲਡ ਹੋਕਸ ਆਰਗੇਨਾਈਜੇਸ਼ਨ ਕਹਿੰਦਾ, ਉਹਨਾਂ ਨੇ 1997 ਵਿੱਚ ਕੀ ਕੀਤਾ, ਉਹਨੂੰ 200 ਤੋਂ ਥੱਲੇ ਲਿਆ ਕੇ 126 ਕਰ ਦਿੱਤਾ ਕਿ ਜੇ ਹੁਣ ਤੁਹਾਡੀ ਬਲੱਡ ਸ਼ੂਗਰ ਜਿਹੜੀ ਹੈ 126 ਤੋਂ ਉੱਤੇ ਆ ਗਈ ਫਾਸਟਿੰਗ, ਤਾਂ ਤੁਸੀਂ ਡਾਇਬੀਟੀਜ਼ ਦੇ ਪੇਸ਼ੈਂਟ ਹੈਗੇ। ਸੋ ਦੇਖੋ, ਜਿਸ ਦਿਨ 1997 ਵਿੱਚ ਡਿਕਲੇਅਰ ਹੋਇਆ ਹੋਏਗਾ, ਉਸ ਦਿਨ ਰਾਤੋਂ ਰਾਤ ਕਿੰਨੇ ਸਾਰੇ ਲੋਕੀ ਪੇਸ਼ੈਂਟ ਬਣ ਗਏ ਹੋਣਗੇ ਡਾਇਬੀਟੀਜ਼ ਦੇ, ਜਦਕਿ ਉਹਦਾ ਕੱਲ ਤਾਂ ਉਦਾਂ ਹੀ ਸੀਗੇ ਤੇ ਅਗਲੇ ਦਿਨ ਉਹ ਡਾਇਬੀਟੀਜ਼ ਦੇ ਪੇਸ਼ੈਂਟ ਬਣ ਗਏ ਜੀ। ਤੇ ਹੁਣ ਉਸ ਤੋਂ ਬਾਅਦ ਕੀ ਹੋਇਆ, ਉਹਨਾਂ ਨੇ ਕਿਹਾ ਨਹੀਂ, ਅਜੇ ਵੀ ਇੰਨੇ ਲੋਕੀ ਡਾਇਬੀਟੀਜ਼ ਦੇ ਪੇਸ਼ੈਂਟ ਨਹੀਂ ਬਣੇ, ਅਸੀਂ ਹੋਰ ਪੇਸ਼ੈਂਟ ਬਣਾਣੇ ਆ ਡਾਇਬੀਟੀਜ਼ ਦੇ। ਤੇ 2003 ਵਿੱਚ ਇਹਨਾਂ ਨੇ ਇੱਕ ਹੋਰ ਰੂਲ ਪਾਸ ਕਰਤਾ, ਜੇ ਕਿਸੇ ਦਾ ਬਲੱਡ ਸ਼ੂਗਰ ਫਾਸਟਿੰਗ 100 ਤੋਂ ਉੱਤੇ ਹੈਗਾ ਤੇ ਉਹ ਡਾਇਬੀਟੀਜ਼ ਦਾ ਪੇਸ਼ੈਂਟ ਹੈਗਾ। ਰਾਤੋਂ ਰਾਤ ਲੱਖਾਂ ਲੋਕੀ ਡਾਇਬੀਟੀਜ਼ ਦੇ ਹੋਰ ਪੇਸ਼ੈਂਟ ਬਣ ਗਏ।
ਫਿਰ ਇਹਨਾਂ ਨੇ ਕਿਹਾ ਕਿ ਅਜੇ ਵੀ ਸਾਡਾ ਬਿਜ਼ਨਸ, ਅਸੀਂ ਹੋਰ ਪੈਸੇ ਕਮਾਉਣੇ ਆ, ਹੋਰ ਦਵਾਈਆਂ ਵੇਚਣੀਆਂ। ਉਹ ਕਿੱਦਾਂ ਹੋਏਗਾ? 2010 ਵਿੱਚ ਇਹਨਾਂ ਨੇ ਫਿਰ ਇੱਕ ਹੋਰ ਰੂਲ ਪਾਸ ਕਰ ਦਿੱਤਾ ਕਿ ਜੇ ਤੁਹਾਡਾ ਫਾਸਟਿੰਗ ਸ਼ੂਗਰ 100 ਤੋਂ ਥੱਲੇ ਹੈਗਾ ਵੀ, ਲੇਕਿਨ ਖਾਣਾ ਖਾਣ ਤੋਂ ਬਾਅਦ ਤੁਹਾਡਾ ਸ਼ੂਗਰ ਅਗਰ 140 ਤੋਂ ਉੱਤੇ ਹੈਗਾ, ਤਾਂ ਫਿਰ ਵੀ ਤੁਸੀਂ ਡਾਇਬੀਟੀਜ਼ ਦੇ ਪੇਸ਼ੈਂਟ ਹੈਗੇ। ਕੀ ਬਾਤ ਹੈ। ਅੱਛਾ। ਹਾਂ, ਫਿਰ ਇੱਕ ਹੋਰ ਰੂਲ ਪਾਸ ਕਰ ਦਿੱਤਾ ਕਿ ਚਲੋ ਜੇ ਤੁਹਾਡਾ ਖਾਣਾ ਖਾਣ ਤੋਂ ਬਾਅਦ ਵੀ ਬਲੱਡ ਸ਼ੂਗਰ ਜਿਹੜਾ 140 ਤੋਂ ਥੱਲੇ ਹੈਗਾ, ਫਾਸਟਿੰਗ ਵੀ 100 ਤੋਂ ਥੱਲੇ ਹੈਗਾ, ਲੇਕਿਨ ਅਗਰ HbA1c ਤੁਹਾਡਾ 5.6 ਤੋਂ ਉੱਤੇ ਹੈਗਾ, ਤਾਂ ਵੀ ਤੁਸੀਂ ਸ਼ੂਗਰ ਦੇ ਪੇਸ਼ੈਂਟ ਹੈਗੇ। तो इस तरह उन्होंने एक जाल बिछाया कि भाई कोई बंदा हेल्दी रह ही ना जावे, सारे ही डायबिटीज के पेशेंट बन जाए। तो इस रूल के मुताबिक तो 50% ऑफ दुनिया तो वैसी डायबिटिक बन गई, चाहे वो थी सीगी ही नहीं। सो ਹੁਣ ਜੀ ਤੇ ਜੇ ਸੌਖੇ ਸ਼ਬਦਾਂ ਦੇ ਵਿੱਚ ਨਾਲ ਇਹ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਵੀ ਭਾਈ ਤੁਹਾਡੇ ਵਿੱਚੋਂ ਜਿਨ੍ਹਾਂ ਦੀ ਇੰਨੀ ਜਿਹੜਾ ਲੈਵਲ ਹੈ ਕਿ ਉਹ ਤੁਹਾਨੂੰ ਦੱਸਿਆ ਗਿਆ ਵੀ ਤੁਸੀਂ ਡਾਇਬੀਟਿਕ ਹੋ ਚੁੱਕੇ ਹੋ, ਤਾਂ ਤੁਹਾਨੂੰ ਵੀ ਦੁਬਾਰਾ ਸੋਚਣ ਦੀ ਲੋੜ ਹੈਗੀ। ਹਾਂਜੀ ਬਿਲਕੁਲ। ਤੇ ਇੱਥੇ ਹੁਣ ਦੇਖੋ ਅੱਗੇ ਆਉਣ ਵਾਲੇ ਕੁਝ ਸਾਲਾਂ ਵਿੱਚ ਜਦੇ ਹੋਰ ਘਟਾ ਦੇਣਗੇ ਲੈਵਲ, ਤਾਂ ਫਿਰ ਤਾਂ ਡਾਇਬੀਟੀਜ਼ ਦਾ ਪੇਸ਼ੈਂਟ ਉਹੀ ਨਹੀਂ ਰਹੂਗਾ ਜਿਹੜਾ ਟੈਸਟ ਨਹੀਂ ਕਰਾਊਗਾ। ਜਿਹੜਾ ਬੰਦਾ ਟੈਸਟ ਕਰਾਊਗਾ ਸ਼ੂਗਰ ਦਾ, ਉਹ ਤਾਂ ਪੇਸ਼ੈਂਟ ਬਣ ਹੀ ਜਾਊਗਾ, ਕਿਤੇ ਨਾ ਕਿਤੇ ਤਾਂ ਫਸੂਗਾ। HbA1c ਵਿੱਚ ਫਸੇਗਾ, ਨਹੀਂ ਤਾਂ ਫਾਸਟਿੰਗ ਸ਼ੂਗਰ ਵਿੱਚ, ਨਹੀਂ ਤਾਂ ਖਾਣਾ ਖਾਣ ਤੋਂ ਬਾਅਦ ਵਾਲੀ ਸ਼ੂਗਰ ਵਿੱਚ। ਲੇਕਿਨ ਹੁਣ ਇੱਕ ਗੁੱਡ ਨਿਊਜ਼ ਵੀ ਸਾਡੇ ਕੋਲ ਆਈ ਆ। ਗੁੱਡ ਨਿਊਜ਼ ਆਈ 2018 ਵਿੱਚ। ਇਹ ਜਿਹੜੀ ਅਮਰੀਕਨ ਕਾਲਜ ਆਫ ਫਿਜ਼ੀਸ਼ੀਅਨਸ ਦੀ 2018 ਦੀ ਗਾਈਡਲਾਈਨਸ ਆਈ, ਮਈ ਵਿੱਚ ਰਿਪੋਰਟ ਆਈ ਸੀਗੀ। ਦੈਟ ਵਾਸ ਬੇਸਡ ਔਨ ਅਕॉर्ड ਟ੍ਰਾਇਲ। ਉਹਨਾਂ ਨੇ ਸਾਇੰਟੀਫਿਕ ਟ੍ਰਾਇਲ ਕੀਤਾ ਦੇਖਣ ਵਾਸਤੇ ਕਿ ਜਿਹੜੇ ਲੋਕਾਂ ਦੀ ਸ਼ੂਗਰ 150 ਤੋਂ ਥੱਲੇ ਹੈਗੀ ਤੇ ਜਿਨ੍ਹਾਂ ਦੀ 150 ਤੋਂ ਉੱਤੇ ਹੈਗੀ, ਤੇ ਉਹ ਜਿਹੜੇ ਕੰਟਰੋਲ ਕਰਦੇ ਪਏ ਆ ਦਵਾਈਆਂ ਨਾਲ, ਉਹਨਾਂ ਵਿੱਚ, ਤੇ ਜਿਹੜੇ ਦਵਾਈਆਂ ਨਹੀਂ ਲੈ ਰਹੇ ਤੇ ਉੱਤੇ ਹੈ ਉਹਨਾਂ ਦੀ ਸ਼ੂਗਰ, ਉਹਨਾਂ ਵਿੱਚ ਕੀ ਫਰਕ ਆ ਰਿਹਾ ਹੈ। ਉਹਦੇ ਵਿੱਚ ਇਹ ਵੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਆਪਣੀ HbA1c ਨੂੰ 6 ਤੋਂ ਥੱਲੇ ਰੱਖਿਆ, 6% ਤੋਂ ਥੱਲੇ ਰੱਖਿਆ, ਤੇ ਜਿਨ੍ਹਾਂ ਨੇ ਆਪਣੇ ਬਲੱਡ ਸ਼ੂਗਰ ਨੂੰ 150 ਤੋਂ ਥੱਲੇ ਰੱਖਿਆ, ਤੇ ਉਹਨਾਂ ਦੇ ਵਿੱਚ 22% ਜ਼ਿਆਦਾ ਡੈਥ ਪਾਈਆਂ ਗਈਆਂ। ਅੱਛਾ ਜੀ, ਓਕੇ। That means ਕਿ ਜਿਹੜੇ ਲੋਕੀ ਆਪਣੀ ਸ਼ੂਗਰ ਨੂੰ ਜ਼ਬਰਦਸਤੀ ਦਵਾਈਆਂ ਦੇ ਨਾਲ ਕੰਟਰੋਲ ਕਰਦੇ ਪਏ ਸੀ, ਉਹਨਾਂ ਦੀ 22% ਜ਼ਿਆਦਾ ਡੈਥ ਹੋਈਆਂ ਕੰਪੇਅਰ ਟੂ ਦਾ ਬਲੱਡ ਗਰੁੱਪ ਜਿਨ੍ਹਾਂ ਨੇ ਨਹੀਂ ਕੀਤਾ ਇਸ ਤਰ੍ਹਾਂ। ਕਹਿਣ ਦਾ ਮਤਲਬ ਕਿ ਉਹਨਾਂ ਵੱਲੋਂ ਐਸੀਆਂ ਮੈਡੀਸਿਨਸ ਵੀ ਲਈਆਂ ਜਾ ਰਹੀਆਂ ਸੀ ਜਾਂ ਹੋਰ ਕੋਈ ਉਪਾਅ ਕੀਤੇ ਜਾ ਰਹੇ ਸੀ ਵੀ ਇਹਨੂੰ ਆਪਾਂ ਘਟਾ ਦਈਏ, ਸੋ ਘਟਣ ਦੇ ਨਾਲ ਵੀ ਕਿਤੇ ਨਾ ਕਿਤੇ ਕਾਰਨ ਜਿਹੜਾ ਮੌਤ ਤੱਕ ਪਹੁੰਚਿਆ। ਜੀ ਬਿਲਕੁਲ, ਕਿਉਂਕਿ ਮੈਂ ਜਿਵੇਂ ਦੱਸਿਆ ਨਾ, ਸਾਡੀ ਬੋਡੀ ਨੂੰ ਸ਼ੂਗਰ ਚਾਹੀਦਾ ਹੀ ਹੈ, ਲੇਕਿਨ ਜੇ ਤੁਸੀਂ ਉਹਨੂੰ ਜਿੰਨਾ ਚਾਹੀਦਾ ਉਸ ਤੋਂ ਵੀ ਘਟਾ ਦੋਗੇ ਤੇ ਦਵਾਈਆਂ ਦੇ ਨਾਲ, ਤੇ ਤੁਸੀਂ ਆਪਣੀ ਬੋਡੀ ਦੇ ਹਾਰਮ ਕਰਦੇ ਪਏ ਹੋ। ਤੇ 36% ਪਾਇਆ ਗਿਆ ਕਿ ਹੋਰ ਹਾਰਟ ਦੀ ਡਿਜ਼ੀਜ਼ ਜਿਹੜੀਆਂ ਹੁੰਦੀਆਂ ਨੇ, ਦਿਲ ਦੀ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ, ਉਹ ਉਹਨਾਂ ਗਰੁੱਪ ਵਿੱਚ ਜ਼ਿਆਦਾ ਪਾਇਆ ਗਿਆ ਜਿਹੜੀ ਦਵਾਈਆਂ ਨਾਲ ਆਪਣੀ ਸ਼ੂਗਰ ਨੂੰ ਜ਼ਬਰਦਸਤੀ ਘਟਾਈ ਜਾ ਰਹੇ ਸੀਗੇ। ਤੇ ਉਹਨਾਂ ਦੀ ਬੋਡੀ ਵਿੱਚ ਫਲੂਇਡ ਰਿਟੈਂਸ਼ਨ ਵੀ ਪਾਇਆ ਗਿਆ ਕਿ ਪਾਣੀ ਅੰਦਰ ਰੁਕਣ ਲੱਗ ਪਿਆ ਹੈ, ਕਿਡਨੀ ਡੈਮੇਜ ਹੋਣ ਲੱਗ ਪਈਆਂ ਨੇ। ਇਹ ਇਸ ਵਿੱਚ ਹੋਇਆ ਜਿਹੜੇ ਆਪਣੇ ਸ਼ੂਗਰ ਨੂੰ ਕੰਟਰੋਲ ਕਰ ਰਹੇ ਸੀ ਦਵਾਈਆਂ ਦੇ ਨਾਲ। ਲੇਕਿਨ ਜਿਹੜਾ ਦੂਜਾ ਬਲੱਡ ਗਰੁੱਪ ਜਿਹੜਾ ਸੀਗਾ ਜਿਹਦੇ ਨਾਲ ਕੰਪੇਅਰ ਕੀਤਾ ਗਿਆ ਸੀਗਾ, ਉਹ ਸੀਗਾ ਜਿਨ੍ਹਾਂ ਦਾ HbA1c 8% ਤੋਂ ਥੱਲੇ ਸੀਗਾ ਤੇ 228 mg ਪਰ ਡੈਸੀਲੀਟਰ ਤੋਂ ਥੱਲੇ ਸੀਗਾ, ਤੇ ਕੋਈ ਦਵਾਈਆਂ ਨਹੀਂ ਲਈਆਂ। ਉਹ ਜ਼ਿਆਦਾ ਹੈਲਦੀ ਸੀਗੇ ਕੰਪੇਅਰ ਟੂ ਦਾ ਬਲੱਡ ਗਰੁੱਪ ਜਿਨ੍ਹਾਂ ਨੇ ਉਹ ਦਵਾਈਆਂ ਲਈਆਂ ਸੀਗੀਆਂ। ਜੋ ਮੈਂ ਇੰਗਲਿਸ਼ ਵਿੱਚ ਤੁਹਾਨੂੰ ਦੱਸਦਾ ਆ ਕਿ to control the blood sugar with medication may result in lowering of blood sugar and achieving of target HbA1c below 6%, but at the cost of at least 22% increase in chances of death. Okay, क्या बात है, क्या बात है। ਸੋ ਇਹਦੇ ਨਾਲ ਮਤਲਬ ਹੁਣ ਇੱਥੇ ਇਹ ਗੱਲ ਸਾਹਮਣੇ ਆ ਜਾਂਦੀ ਹੈ ਵੀ ਭਾਈ ਕੁਦਰਤੀ ਤਰੀਕੇ ਨਾਲ ਜੇਕਰ ਤੁਸੀਂ ਇਹਨੂੰ ਘਟਾਉਣਾ ਚਾਹੁੰਦੇ ਹੋ ਜਾਂ ਲੈਵਲ ਸਹੀ ਲੈ ਕੇ ਆਉਣਾ ਚਾਹੁੰਦੇ ਹੋ, ਤੇ ਤੁਹਾਡੇ ਜ਼ਿਆਦਾ ਚਾਂਸ ਹੈ ਕਿ ਤੁਹਾਡੀ ਜਿਹੜੀ ਲਾਈਫ ਹੈ ਉਹ ਠੀਕ ਠਾਕ ਰਹੂਗੀ, ਤੁਹਾਡੀ ਜਾਨ ਨੂੰ ਕੋਈ ਖਤਰਾ ਨਹੀਂ ਹੋਊਗਾ। ਪਰ ਜੇ ਦਵਾਈਆਂ ਦੇ ਨਾਲ ਇਹਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਇਹ ਜਿਹੜੇ ਕਾਜ਼ ਹੋ ਸਕਦੇ ਨੇ, ਮੌਤ ਤੱਕ ਵੀ ਗੱਲ ਪਹੁੰਚ ਸਕਦੀ ਹੈ, ਜਾਂ ਫਿਰ ਕਿਡਨੀਆਂ ਜਿਵੇਂ ਤੁਸੀਂ ਕਿਹਾ, ਜਾਂ ਅੰਦਰ ਪਾਣੀ ਭਰ ਜਾਣਾ, ਜਾਂ ਇਹ ਸਾਰਾ ਕੁਝ ਫਿਰ ਉਹ ਝੱਲ ਸਕਦੇ ਆ। ਪਰ ਇਹ ਅੱਗੇ ਜਾਣ ਤੋਂ ਪਹਿਲਾਂ ਮੈਂ ਸਵਾਲ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹਾਂ, ਤੇ ਜਿਵੇਂ ਤੁਸੀਂ ਦੱਸਿਆ ਕਿ ਇਹ ਲੈਵਲ ਜਿਹੜਾ ਸੀਗਾ ਸ਼ੂਗਰ ਦਾ ਹੌਲੀ ਹੌਲੀ ਘਟਾਉਂਦੇ ਰਹੇ ਨੇ, ਪਿਛਲੇ ਸਾਲਾਂ ਦੇ ਮੁਕਾਬਲੇ ਫਿਰ ਘਟਾ ਦਿੱਤਾ, 4-5 ਵਾਰ ਇਹ ਪ੍ਰੋਸੈਸ ਹੋਇਆ। ਪਰ ਤੁਹਾਡੇ ਹਿਸਾਬ ਦੇ ਨਾਲ ਫਿਰ ਅਸਲ ਜਿਹੜਾ ਲੈਵਲ ਹੈ ਸ਼ੂਗਰ ਦਾ ਉਹ ਕਿੰਨਾ ਹੋਣਾ ਚਾਹੀਦਾ? ਕਿਉਂਕਿ ਜਦੋਂ ਤੁਸੀਂ ਇਹ ਗੱਲ ਦੱਸੋਗੇ ਤਾਂ ਸਾਡੇ ਬਹੁਤ ਸਾਰੇ ਦਰਸ਼ਕ ਨੇ ਉਹ ਇਸ ਬਿਮਾਰੀ ਤੋਂ ਕਹਿ ਸਕਦੇ ਵੀ ਨਿਜਾਤ ਪਾ ਲੈਣਗੇ, ਵੀ ਜਦੋਂ ਕਹਿਣਗੇ ਵੀ ਸਾਡੀ 150 ਹੈ ਜਾਂ 200 ਹੈ, ਤੇ ਅਸਲ ਲੈਵਲ ਜਿਹੜਾ ਹੈ ਜਿਸ ਤੋਂ ਬਾਅਦ ਮੰਨਿਆ ਜਾਊਗਾ ਭਈ ਇਹ ਬੰਦੇ ਨੂੰ ਵੀ ਜਿਹੜੀ ਸ਼ੂਗਰ ਹੋ ਚੁੱਕੀ ਹੈ, ਸੋ ਉਹ ਲੈਵਲ ਕੀ ਹੈ? ਸੋ ਹੁਣ ਬੜਾ ਸਹੀ ਕੁਐਸਚਨ ਹੈਗਾ ਕਿ ਹੁਣ ਕਿੰਨਾ ਸਾਡਾ ਸ਼ੂਗਰ ਦਾ ਐਕਚੁਅਲ ਲੈਵਲ ਜਿਹੜਾ ਹੈ ਜਿਹਨੂੰ ਆਪਾਂ ਦੇਖਣਾ ਚਾਹੀਦਾ ਹੈ। ਦੇਖੋ ਭਗਵਾਨ ਨੇ ਸਾਰਿਆਂ ਨੂੰ ਯੂਨੀਕ ਬਣਾਇਆ, ਸਾਰੇ ਇੰਡੀਵਿਜੂਅਲਸ ਹੈਗੇ, ਹਰ ਕਿਸੇ ਦੀ ਬੋਡੀ ਦੀ ਸ਼ੂਗਰ ਦੀ ਰਿਕੁਆਇਰਮੈਂਟ ਅਲੱਗ ਹੈਗੀ। ਕਿਸੇ ਨੂੰ ਜ਼ਿਆਦਾ ਚਾਹੀਦਾ ਹੈ, ਕਿਸੇ ਨੂੰ ਘੱਟ ਚਾਹੀਦਾ ਹੈ, ਕਿਸੇ ਸਥਿਤੀ ਵਿੱਚ ਜ਼ਿਆਦਾ ਚਾਹੀਦਾ ਹੈ, ਕਿਸੇ ਸਥਿਤੀ ਵਿੱਚ ਘੱਟ ਚਾਹੀਦਾ ਹੈ। ਆਪਾਂ ਸੌਣ ਲੱਗੇ ਹਾਂ, ਹੁਣ ਸਾਨੂੰ એનર્ਜੀ ਦੀ ਲੋੜ ਨਹੀਂ ਹੈਗੀ, ਹੁਣ ਸਾਨੂੰ ਸੋਣਾ ਆ। ਪਰ ਜੇ ਆਪਾਂ ਦੌੜਨਾ ਹੈ, ਸਾਨੂੰ એનર્ਜੀ ਦੀ ਲੋੜ ਹੈਗੀ, ਸ਼ੂਗਰ ਦੀ ਜ਼ਿਆਦਾ ਲੋੜ ਹੈਗੀ, ਬਲੱਡ ਵਿੱਚ ਜ਼ਿਆਦਾ ਸ਼ੂਗਰ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਡਿਪੈਂਡਿੰਗ ਔਨ ਏਜ ਫੈਕਟਰ, ਡਿਪੈਂਡਿੰਗ ਔਨ ਸੀਜ਼ਨ ਫੈਕਟਰ, ਜਿਵੇਂ ਸਰਦੀਆਂ ਵਿੱਚ ਸਾਡੀ ਬੋਡੀ ਦਾ ਸ਼ੂਗਰ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਹੈ, ਉਮਰ ਵੱਧ ਜਾਂਦੀ ਹੈ ਤਾਂ ਸ਼ੂਗਰ ਦੀ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਹੈ। तो इस प्रकार हर किसी का एक शुगर लेवल जिहड़ा हैगा वो डिफरेंट या यूनीक है। पर जे आपां एवरेज शुगर की गल करिए कि भी किन्नी, हाँ एक आपां
ਜਿਹੜੀ ਸਾਧਾਰਨ ਤੌਰ ਤੇ ਸਟੈਂਡਰਡ ਮਨੀ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ। ਜਿਵੇਂ ਮੈਂ ਤੁਹਾਨੂੰ 2018 ਦੀ ਰਿਪੋਰਟ ਦੱਸੀ ਹੁਣੇ ਅਕॉर्ड ਟ੍ਰਾਇਲ ਦੇ ਬੇਸਿਸ ਤੇ ਅਮਰੀਕਨ ਕਾਲਜ ਆਫ ਫਿਜ਼ੀਸ਼ੀਅਨਸ ਦੀ, ਉਹਨਾਂ ਨੇ 228 mg ਪਰ ਡੈਸੀਲੀਟਰ ਦੇ ਗਰੁੱਪ ਨਾਲ ਕੰਪੇਅਰ ਕੀਤਾ ਸੀਗਾ। 228 ਦੇ ਇਲਾਵਾ ਇੱਕ ਬਲੱਡ ਕੈਪਿਲਰੀ ਦੀ ਐਡਜਸਟਮੈਂਟ ਹੁੰਦੀ ਹੈ, ਉਹ ਸਾਰੀ ਮਿਲਾ ਕੇ 244 mg ਪਰ ਡੈਸੀਲੀਟਰ ਬਣਦੀ ਹੈ। ਤੇ ਥੋੜੇ ਹੋਰ ਜਿਹੜੇ ਐਡਜਸਟਮੈਂਟ ਕੀ ਕਰੀਏ ਤੇ ਜਿਵੇਂ ਡਾਕਟਰ ਬਿਸ਼ਵਰੂਪ ਰਾਏ ਚੌਧਰੀ ਜੀ ਦੱਸਦੇ ਨੇ ਕਿ ਜੇ ਕਿਸੇ ਦੀ ਬਲੱਡ ਸ਼ੂਗਰ ਬਿਨਾਂ ਕਿਸੇ ਦਵਾਈ ਤੋਂ 250 ਤੋਂ ਥੱਲੇ ਹੈਗੀ ਤੇ ਉਹ ਡਾਇਬੀਟੀਜ਼ ਦਾ ਪੇਸ਼ੈਂਟ ਨਹੀਂ ਹੈਗਾ। ਯਾਨੀ ਕਿ ਅਗਰ ਤੁਸੀਂ ਕੋਈ ਡਾਇਬੀਟੀਜ਼ ਦੀ ਦਵਾਈ ਨਹੀਂ ਲੈ ਰਹੇ, ਤੁਹਾਡਾ ਬਲੱਡ ਸ਼ੂਗਰ 230 ਆ ਰਿਹਾ ਹੈ ਖਾਣਾ ਖਾਣ ਤੋਂ 2 ਘੰਟੇ ਬਾਅਦ, ਤਾਂ ਤੁਸੀਂ ਡਾਇਬੀਟੀਜ਼ ਦੇ ਪੇਸ਼ੈਂਟ ਹੈ ਹੀ ਨਹੀਂ ਤੇ ਤੁਹਾਨੂੰ ਦਵਾਈ ਖਾਣ ਦੀ ਲੋੜ ਹੀ ਨਹੀਂ ਹੈ ਕਿ ਜਿਹੜੀ ਤੁਹਾਨੂੰ ਬਿਮਾਰੀ ਨਹੀਂ ਹੈਗੀ ਉਹਦੀ ਦਵਾਈ ਖਾਣ ਦਾ ਮਤਲਬ ਹੀ ਨਹੀਂ ਬਣਦਾ। ਤੇ ਲੋਕੀ ਪੁੱਛਦੇ ਹੈ ਕਿ ਮੈਂ ਦਵਾਈ ਨਾ ਲਵਾਂ ਤੇ ਕੁਝ ਹੋ ਤਾਂ ਨਹੀਂ ਜਾਏਗਾ। ਮੈਂ ਉਹਨਾਂ ਨੂੰ ਕਹਿ ਰਿਹਾ ਕਿਤੇ ਕੋਈ ਰਿਸਕ ਵਾਲੀ ਗੱਲ ਤਾਂ ਨਹੀਂ ਹੈ। ਮੈਂ ਕਿਹਾ ਤੁਸੀਂ ਦਵਾਈ ਖਾ ਕੇ ਆਲਰੇਡੀ ਰਿਸਕ ਲੈ ਰਹੇ ਹੋ, ਤੁਸੀਂ ਆਲਰੇਡੀ ਤੁਸੀਂ ਰਿਸਕ ਲੈ ਰਹੇ ਹੋ ਦਵਾਈ ਖਾ ਕੇ, ਹੋਰ ਕਿਆ ਰਿਸਕ ਲੈਣਾ ਸੀਗਾ। ਸੋ ਇਸ ਹੁਣ ਤੁਸੀਂ 3 ਦਿਨ ਦਾ ਐਕਸਪੈਰੀਮੈਂਟ ਕਰਕੇ ਦੇਖੋ, ਤੁਹਾਡਾ ਅਗਰ ਸ਼ੂਗਰ ਬਲੱਡ ਦਾ ਆ ਰਿਹਾ ਹੈ 150 ਤੇ ਤੁਸੀਂ ਦਵਾਈਆਂ ਖਾ ਰਹੇ ਹੋ 2, ਤੁਸੀਂ ਦਵਾਈ ਆਪਣੀ 2-3 ਦਿਨ ਵਾਸਤੇ ਬੰਦ ਕਰਕੇ ਦੇਖੋ। ਉਸ ਤੋਂ ਬਾਅਦ 3 ਦਿਨ ਤੱਕ ਆਪਣਾ ਬਲੱਡ ਸ਼ੂਗਰ ਆਫਟਰ ਬ੍ਰੇਕਫਾਸਟ, ਆਫਟਰ ਲੰਚ, ਆਫਟਰ ਡਿਨਰ ਚੈੱਕ ਕਰਕੇ ਦੇਖੋ। ਜੇ ਤਾਂ 250 ਤੋਂ ਥੱਲੇ ਹੈਗਾ ਦੈਟ ਮੀਨਸ ਕਿ ਤੁਹਾਨੂੰ ਦਵਾਈਆਂ ਦੀ ਲੋੜ ਸੀਗੀ ਹੀ ਨਹੀਂ ਤੇ ਤੁਹਾਨੂੰ ਖਾਣ ਦਾ ਮਤਲਬ ਹੀ ਨਹੀਂ ਹੈਗਾ। ਤੇ ਜੇ ਤੁਹਾਡਾ ਬਲੱਡ ਸ਼ੂਗਰ 260 270 ਆਉਣ ਲੱਗ ਪਵੇ, ਇਹਦਾ ਮਤਲਬ ਹੈ ਕਿ ਹਾਂ ਥੋੜਾ ਜਿਹਾ ਹਾਈ ਹੈਗਾ ਤੇ ਸਾਨੂੰ ਦਵਾਈ ਅਜੇ ਥੋੜੇ ਟਾਈਮ ਖਾਣ ਦੀ ਲੋੜ ਹੈ, ਜਦ ਤੱਕ ਅਸੀਂ ਡਾਈਟ ਦੇ ਨਾਲ ਉਹਨੂੰ ਪੂਰੀ ਤਰ੍ਹਾਂ ਠੀਕ ਨਹੀਂ ਕਰ ਲੈਂਦੇ। ਸੋ ਠੀਕ ਹੈ, 2-3 ਦਿਨ ਦਵਾਈ ਛੱਡਣ ਨਾਲ ਕੋਈ ਐਮਰਜੈਂਸੀ ਨਹੀਂ ਆਉਂਦੀ, ਕਿਉਂਕਿ ਯੂ ਆਰ ਨਾਟ ਅਲਾਈਵ ਬਿਕੋਜ਼ ਆਫ ਦ ਮੈਡੀਸਿਨ, ਯੂ ਆਰ ਅਲਾਈਵ ਇਨ ਸਪਾਈਟ ਆਫ ਦ ਮੈਡੀਸਿਨਸ ਐਂਡ ਦੈਟ ਇਜ਼ ਅ ਮਿਰੇਕਲ ਆਫ ਗॉड ਕਿ ਦਵਾਈ ਖਾਣ ਤੋਂ ਬਾਵਜੂਦ ਵੀ ਆਪਾਂ ਜਿੰਦਾ ਹੈਗੇ। ਕਿਆ ਬਾਤ ਹੈ, ਕਿਆ ਬਾਤ ਹੈ। ਸੋ ਦਵਾਈਆਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਦਵਾਈਆਂ ਦੇ ਬੜੇ ਸਾਈਡ ਇਫੈਕਟ ਨੇ, ਇਹ ਬਹੁਤ ਕੁਝ ਕਰ ਦਿੰਦੀਆਂ। ਥੋੜਾ ਜਿਹਾ ਇਹਦੇ ਬਾਰੇ ਵੀ ਆਪਾਂ ਦੱਸ ਦਈਏ ਵੀ ਕਿੰਨਾ ਕੁ ਜਿਹੜਾ ਹੈ ਸਾਈਡ ਇਫੈਕਟ ਸਾਡੀ ਬਾਡੀ ਨੂੰ, ਸਾਈਡ ਇਫੈਕਟ ਹੀ ਨਹੀਂ ਨੁਕਸਾਨ ਕਿੰਨਾ ਕੁ ਕਰਦੀਆਂ ਨੇ ਆਪਾਂ ਸਿੱਧੇ ਤੌਰ ਤੇ ਕਹੀਏ ਤੇ ਸ਼ੂਗਰ ਦੇ ਜਿਹੜੇ ਮਰੀਜ਼ ਨੇ ਜਿਨ੍ਹਾਂ ਨੂੰ ਪੱਕੀਆਂ ਇਹ ਗੋਲੀਆਂ ਦੇ ਉੱਤੇ ਟੈਬਲੇਟਸ ਦੇ ਉੱਤੇ ਲਾਇਆ ਹੋਇਆ, ਸੋ ਉਹਨਾਂ ਨੂੰ ਕਿੰਨਾ ਕੁ ਇਹ ਨੁਕਸਾਨ ਪਹੁੰਚਾਉਂਦੀਆਂ। ਹਾਂਜੀ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਕੋਈ ਸ਼ੂਗਰ ਦਾ ਪੇਸ਼ੈਂਟ ਨਹੀਂ ਸੀਗਾ, ਪਰ ਉਹ 3-4 ਸਾਲ ਲਗਾਤਾਰ ਸ਼ੂਗਰ ਦੀ ਗੋਲੀਆਂ ਖਾਂਦਾ ਰਿਹਾ। ਹੋਇਆ ਕਿ ਉਹਨੇ ਪਹਿਲਾਂ ਤਾਂ ਆਪਣੀ ਬੋਡੀ ਦੀ ਫੰਕਸ਼ਨਿੰਗ ਨੂੰ ਖਰਾਬ ਕੀਤਾ, ਜਿੰਨੀ ਸ਼ੂਗਰ ਦੀ ਰਿਕੁਆਇਰਮੈਂਟ ਸੀਗੀ ਉਸ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਰਹੇ, ਬੇਮਤਲਬ ਜਿਹਦੀ ਲੋੜ ਨਹੀਂ ਸੀਗੀ। ਪਲੱਸ ਦਵਾਈਆਂ ਆਪਣੇ ਆਪ ਵਿੱਚ ਹੀ ਕੈਮੀਕਲ ਹੁੰਦੀਆਂ ਨੇ, ਉਹਨਾਂ ਵਿੱਚ ਉਹ ਵੀ ਸਾਡੀ ਬੋਡੀ ਵਾਸਤੇ ਇੱਕ ਡਾਇਆਕਸਿਨ ਟੌਕਸਿਨ ਹੀ ਹੁੰਦੇ ਆ। ਜਦੋਂ ਅੰਦਰ ਜਾ ਕੇ ਇਕੱਠੇ ਹੋਣਾ ਸ਼ੁਰੂ ਕਰ ਦਿੰਦੇ ਆ, ਤੁਸੀਂ ਵੇਖਿਆ ਹੋਏਗਾ ਕੋਈ ਵੀ ਬੰਦਾ ਕੱਲਾ ਡਾਇਬੀਟੀਜ਼ ਦਾ ਪੇਸ਼ੈਂਟ ਨਹੀਂ ਹੁੰਦਾ, ਉਹਨੂੰ ਨਾਲ ਹਾਰਟ ਦੀ ਪ੍ਰੋਬਲਮ, ਕੋਲੇਸਟ੍ਰੋਲ ਦੀ ਪ੍ਰੋਬਲਮ, ਹੋਰ ਸਾਰੀਆਂ ਆਈਆਂ ਹੁੰਦੀਆਂ ਨੇ। ਕਿਉਂ? ਇੱਕ ਗੋਲੀ ਬੰਦਾ ਅਗਰ ਲਗਾਤਾਰ 4-5 ਸਾਲ ਖਾਂਦਾ ਰਹੇਗਾ ਤੇ ਉਹ ਸਾਨੂੰ ਹੋਰ ਬਿਮਾਰੀਆਂ ਗਿਫਟ ਕਰ ਦੇਣਗੇ, ਫਿਰ ਉਹ ਦੂਜੀ ਵਾਲੀ ਗੋਲੀ ਖਾਣਗੇ ਤੇ ਉਹ ਤੀਜੀ ਗਿਫਟ ਕਰ ਦੇਗੇ। ਤਾਂ ਇੱਕ ਬਿਮਾਰੀ ਤੋਂ ਬੰਦਾ ਸ਼ੁਰੂ ਹੋਇਆ ਸੀਗਾ, ਉਹ ਵੀ ਗਲਤ ਡਾਇਗਨੋਸਿਸ ਦੇ ਬੇਸਿਸ ਤੇ ਪੂਰੀ ਆਪਣੀ ਉਮਰ ਉਹਨੇ ਕੱਟ ਦਿੱਤੀ ਸਿਰਫ ਦਵਾਈਆਂ ਖਾਂਦੇ ਖਾਂਦੇ, ਇਹ ਸੋਚ ਕੇ ਕਿ ਇਹ ਦਵਾਈਆਂ ਮੈਨੂੰ ਜਿੰਦਾ ਰੱਖ ਰਹੀਆਂ ਨੇ, ਪਰ ਅਸਲ ਵਿੱਚ ਉਹਦੀ ਬਿਮਾਰੀਆਂ ਦੇ ਕਾਰਨ ਹੀ ਉਹ ਦਵਾਈਆਂ ਸੀਗੀਆਂ। ਓਏ ਹੋਏ, ਕਿਆ ਬਾਤ ਹੈ, ਕਿਆ ਬਾਤ ਹੈ। ਸੋ ਦਰਸ਼ਕੋ ਬੜੀ ਵੱਡੀ ਗੱਲ ਹੈ ਇਹ ਜਿਹੜੀ ਹੁਣ ਭਾਈ ਗਗਨਪ੍ਰੀਤ ਸਿੰਘ ਹੋਰਾਂ ਨੇ ਦੱਸੀ ਹੈ ਕਿ ਜੇਕਰ ਤੁਸੀਂ ਦਵਾਈਆਂ ਖਾ ਰਹੇ ਹੋ ਸ਼ੂਗਰ ਨੂੰ ਲੈ ਕੇ, ਤਾਂ ਪਹਿਲਾਂ ਇੱਕ ਵਾਰ ਐਕਸਪੈਰੀਮੈਂਟ ਜਿਹੜਾ ਹੁਣੇ ਦੱਸ ਕੇ ਹਟੇ ਆਪਾਂ ਉਹ ਜ਼ਰੂਰ ਕਰ ਲਓ ਤੇ ਫਿਰ ਕਿਵੇਂ ਉਹਨੂੰ ਜਿਹੜਾ ਠੀਕ ਕਰਨਾ ਉਹ ਵੀ ਤਰੀਕਾ ਜਿਹੜਾ ਹੈਗਾ ਅਗਲੇ ਸਵਾਲਾਂ ਦੇ ਵਿੱਚ ਆਪਾਂ ਪੁੱਛਾਂਗੇ। ਤੇ ਬਹੁਤ ਜ਼ਰੂਰੀ ਨੇ ਇਹ ਗੱਲਾਂ ਜਿਹੜੀਆਂ ਨੋਟ ਕਰਨੀਆਂ ਕਿ ਦਵਾਈਆਂ ਦੇ ਨਾਲ ਜਿਹੜੀਆਂ ਤੁਹਾਨੂੰ ਸ਼ੂਗਰ ਦੀਆਂ ਦਵਾਈਆਂ ਲਾਈਆਂ ਹੋਈਆਂ ਕਿਤੇ ਤੁਹਾਨੂੰ ਇਹੀ ਬਿਮਾਰ ਤਾਂ ਨਹੀਂ ਕਰ ਰਹੀਆਂ। ਜੀ ਹਾਂਜੀ, ਇੱਥੇ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਸੀਗਾ ਕਿ ਜਿਹਦਾ ਬਲੱਡ ਸ਼ੂਗਰ 250 ਤੋਂ ਉੱਤੇ ਹੈਗਾ ਦਵਾਈਆਂ ਖਾਣ ਤੋਂ ਬਾਅਦ ਵੀ, ਉਹ ਇਹ ਐਕਸਪੈਰੀਮੈਂਟ ਨਾ ਕਰਨ, ਕਿਉਂਕਿ ਉਹ ਆਲਰੇਡੀ ਇਹਨਾਂ ਉੱਤੇ ਹੈਗਾ ਦਵਾਈਆਂ ਖਾਣ ਤੋਂ ਬਾਅਦ ਵੀ, ਤੇ ਫਿਰ ਤਾਂ 400 ਤੱਕ ਪਹੁੰਚ ਜਾਊਗਾ। ਸੋ ਜਿਨ੍ਹਾਂ ਦਾ ਸ਼ੂਗਰ ਅਜੇ 150 180 ਤੱਕ ਆ ਰਿਹਾ ਦਵਾਈਆਂ ਖਾਣ ਤੋਂ ਬਾਅਦ, ਤਾਂ ਉਹ ਛੱਡ ਕੇ ਦੇਖ ਸਕਦੇ ਆ। ਐਂਡ ਇਹ ਡਾਇਬੀਟੀਜ਼ ਟਾਈਪ 1 ਵਾਸਤੇ ਨਹੀਂ ਹੈਗਾ, ਸਿਰਫ ਟਾਈਪ 2 ਵਾਸਤੇ ਹੈਗਾ, ਬੱਚਿਆਂ ਵਾਸਤੇ ਨਹੀਂ ਹੈਗਾ। ਬੱਚਿਆਂ ਵਾਸਤੇ ਨਹੀਂ ਹੈਗਾ। ਠੀਕ ਹੈ, ਠੀਕ ਹੈ। ਸੋ ਹੁਣ ਆਪਾਂ ਜਦੋਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਤੇ ਇਹ ਬਜ਼ੁਰਗਾਂ ਦੀ ਜਿਹੜੀ ਹੈ ਇਹ ਫਿਰ ਬੱਚਿਆਂ ਨੂੰ ਮੰਨ ਲਓ ਵੀ ਜੇ ਤੁਸੀਂ ਇਹ ਕਿਹਾ ਵੀ ਇਹ ਬੱਚਿਆਂ ਵਾਸਤੇ ਨਹੀਂ ਹੈ, ਬੱਚੇ ਕਿਵੇਂ ਇਹਨੂੰ ਜਿਹੜਾ ਹੈ ਫਿਰ ਦੇਖ ਸਕਦੇ ਆ? ਕੋਈ ਇਸ ਤਰ੍ਹਾਂ ਦਾ ਉਹਨਾਂ ਦਾ ਵੀ ਐਕਸਪੈਰੀਮੈਂਟ ਜੇਕਰ ਕਰਨਾ ਹੋਵੇ ਤਾਂ ਉਹਨਾਂ ਨੂੰ ਕਿਵੇਂ ਆਪਾਂ ਦੇਖ ਸਕਦੇ ਹਾਂ? ਹਾਂਜੀ, ਜਿਵੇਂ ਕਿ ਮੈਂ ਦੱਸਿਆ ਕਿ ਬੱਚਿਆਂ ਦੇ ਕੇਸ ਵਿੱਚ ਕੀ ਹੁੰਦਾ ਹੈ, ਕਿਉਂਕਿ ਵੈਕਸੀਨ ਇੰਜਰੀ ਹੁੰਦੀ ਹੈ, ਪਲੱਸ ਜਿਹੜੀ ਦੁੱਧ ਨਾਲ ਉਹ ਪੈਨਕ੍ਰੀਆਟਿਕ ਸੈਲਸ ਡੈਮੇਜ ਹੋ ਜਾਂਦੇ ਆ, ਐਜ਼ ਅ ਰਿਜ਼ਲਟ ਉਹਨਾਂ ਦਾ ਜਿਹੜਾ ਪੈਨਕ੍ਰੀਆਸ ਹੈਗਾ ਉਹਨਾਂ ਇਨਸੂਲਿਨ ਪ੍ਰੋਡਿਊਸ ਹੀ ਨਹੀਂ ਕਰ ਪਾਉਂਦਾ, ਸੋ ਜਿੰਨਾ ਬੋਡੀ ਨੂੰ ਰਿਕੁਆਇਰਮੈਂਟ ਹੈਗੀ। ਸੋ ਉਹਨਾਂ ਨੂੰ ਦਿਨ ਵਿੱਚ ਇਨਸੂਲਿਨ ਦੇ ਇੰਜੈਕਸ਼ਨ ਲਗਵਾਉਣੇ ਪੈਂਦੇ, ਉਹਦੇ ਬਗੈਰ ਉਹਨਾਂ ਦਾ ਸ਼ੂਗਰ 400-500 ਤੱਕ ਪਹੁੰਚ ਜਾਂਦਾ ਹੈ ਤੇ ਉਹ ਉਹਨਾਂ ਨੂੰ ਡੈਮੇਜ ਕਰ ਸਕਦਾ ਹੈ। ਸੋ ਇਸ ਕਰਕੇ ਬੱਚਿਆਂ ਨੂੰ ਇਹ ਵਾਲਾ ਐਕਸਪੈਰੀਮੈਂਟ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਕਿਸੇ ਆਪਣੇ ਨਿਊਟ੍ਰੀਸ਼ਨ ਐਕਸਪਰਟ ਜਿਹਨੂੰ ਇਸ ਚੀਜ਼ ਦੀ ਪੂਰੀ ਨੌਲੇਜ ਹੈਗੀ, ਉਹਦੀ ਗਾਈਡੈਂਸ ਦੇ ਅੰਦਰ ਹੀ ਆਪਣੇ ਆਪ ਨੂੰ ਡਾਈਟ ਦੇ ਨਾਲ 5-6 ਮਹੀਨੇ ਲਗਾ ਕੇ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੇ ਅਸੀਂ ਵੇਖਿਆ ਹੈ ਜੇ ਔਨ ਦਾ ਡੇ ਆਫ ਡਾਇਗਨੋਸਿਸ, ਮੰਨ ਲਓ ਬੱਚੇ ਨੂੰ ਡਾਇਗਨੋਸ ਹੋਇਆ, ਜਿਸ ਦਿਨ ਡਾਕਟਰ ਕੋਲ ਗਿਆ ਕਿ ਡਾਕਟਰ ਨੇ ਦੱਸਿਆ ਕਿ ਡਾਇਬੀਟੀਜ਼ ਟਾਈਪ 1 ਹੋ ਗਈ ਹੈ ਬੱਚੇ ਨੂੰ, ਉਸੇ ਦਿਨ ਤੋਂ ਅਗਰ ਬੱਚਾ ਡਾਈਟ ਤੇ ਆ ਜਾਏ ਤੇ 100% ਰਿਕਵਰੀ ਹੋ ਜਾਂਦੀ ਹੈ 6 ਮਹੀਨੇ ਦੇ ਅੰਦਰ ਅੰਦਰ। ਤੇ ਅਗਰ ਇਨਸੂਲਿਨ 1 ਸਾਲ ਲਗਾਤਾਰ ਇੰਜੈਕਸ਼ਨ ਲਗਵਾਉਂਦਾ ਰਹੇ ਬੱਚਾ, ਤੇ ਫਿਰ ਵੀ 1 ਸਾਲ ਬਾਅਦ ਵੀ ਅਗਰ ਉਹ ਆ ਜਾਂਦਾ ਹੈ ਡਾਈਟ ਦੇ ਉੱਤੇ, ਤੇ 90% ਕੇਸਿਸ ਵਿੱਚ ਬੱਚਾ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ। ਤੇ ਇਸ ਤੋਂ ਬਾਅਦ ਅਗਰ ਉਹ ਇਨਸੂਲਿਨ ਲਗਾਤਾਰ 2 ਸਾਲ 3 ਸਾਲ 4 ਸਾਲ 5 ਸਾਲ 6 ਸਾਲ ਲਗਾਉਂਦਾ ਰਿਹਾ, ਫਿਰ ਕੀ ਹੁੰਦਾ ਹੈ ਉਹਦੀ ਪ੍ਰੋਪਰ ਪੂਰੀ ਰਿਕਵਰੀ ਹੋਣ ਦੀ ਚਾਂਸਸ ਘਟਦੀਆਂ ਜਾਂਦੀਆਂ ਨੇ, ਕਿਉਂਕਿ ਉਹ ਇਨਸੂਲਿਨ ਤੇ ਡਿਪੈਂਡੈਂਟ ਬਣ ਜਾਂਦਾ ਹੈ ਤੇ ਬੋਡੀ ਦੇ ਪੈਨਕ੍ਰੀਆਟਿਕ ਸੈਲਸ ਨੂੰ ਰੀਜਨਰੇਟ ਕਰਨਾ ਬਹੁਤ ਔਖਾ ਹੋ ਜਾਂਦਾ ਹੈ।
ਸੋ ਜਿੰਨੀ ਜਲਦੀ ਹੀ ਟਾਈਪ 1 ਡਾਇਬੀਟੀਜ਼ ਦੇ ਬੱਚੇ ਡਾਈਟ ਤੇ ਆ ਜਾਣ, ਆਪਣੇ ਆਪ ਨੂੰ ਠੀਕ ਕਰ ਲੈਣ, ਉਨਾ ਵਧੀਆ ਹੈ, ਕਿਉਂਕਿ ਅੱਗੇ ਜਾ ਕੇ ਉਹ ਬਹੁਤ ਪ੍ਰੋਬਲਮ ਕਰੂਗਾ। ਕਿਉਂਕਿ ਜਿਸ ਹਿਸਾਬ ਨਾਲ ਸ਼ੂਗਰ ਉਹਨਾਂ ਦੀ ਰਾਈਜ਼ ਕਰਦੀ ਹੈ, ਅੱਗੇ ਜਾ ਕੇ ਅੱਖਾਂ ਦਾ ਆਪਰੇਸ਼ਨ ਹੋਏਗਾ। ਕਿਉਂਕਿ ਮੈਨੂੰ ਹੁਣ ਪਿੱਛੇ ਇੱਕ ਗੁੜਗਾਉਂ ਤੋਂ ਮਾਤਾ ਜੀ ਦਾ ਆਇਆ ਸੀਗਾ ਫੋਨ, ਉਹਨਾਂ ਨੇ ਦੱਸਿਆ ਮੇਰੀ ਬੇਟੀ ਨੂੰ ਡਾਇਬੀਟੀਜ਼ ਹੈਗਾ ਤੇ ਅੱਖਾਂ ਦੀ ਪ੍ਰੋਬਲਮ ਆਲਰੇਡੀ ਉਹਨੂੰ ਆ ਚੁੱਕੀ ਆ, ਉਹ ਸਾਰੀ ਚੀਜ਼ਾਂ ਹੈ ਨਾ। ਤੇ ਛੋਟੀ ਛੋਟੀ 12 15 ਸਾਲ ਦੇ ਬੱਚਿਆਂ ਦੀ ਅੱਖਾਂ, ਮੋਟੇ ਮੋਟੇ ਚਸ਼ਮੇ ਲੱਗੇ ਆ, ਹੋਰ ਪ੍ਰੋਬਲਮ। ਸੋ ਜਿਸ ਦਿਨ ਤੁਹਾਨੂੰ ਡਾਇਗਨੋਸ ਹੋਵੇ, ਉਸੇ ਦਿਨ ਤੋਂ ਹੀ ਡਾਈਟ ਫੋਲੋ ਕਰਨੀ ਸ਼ੁਰੂ ਕਰ ਦਿਓ, ਤਾਂ ਕਿ ਤੁਸੀਂ ਉਸ ਇਨਸੂਲਿਨ ਦੇ ਇੰਜੈਕਸ਼ਨ ਦੇ ਸਾਈਡ ਇਫੈਕਟ ਤੋਂ ਛੁਟਕਾਰਾ ਪਾ ਲਓ। ਹੁਣ ਤੁਸੀਂ ਡਾਈਟ ਦੀ ਗੱਲ ਕੀਤੀ ਹੈ, ਇਹਦੇ ਵਿੱਚ ਮੇਰੇ ਦੋ ਸਵਾਲ ਨੇ। ਪਹਿਲਾ ਤੇ ਆਪਾਂ ਸੈਕਿੰਡ ਜਿਹੜਾ ਮੇਰਾ ਸਵਾਲ ਹੈਗਾ ਕਿ ਡਾਈਟ ਕੀ ਹੈ, ਪਰ ਪਹਿਲਾ ਸਵਾਲ ਹੈ ਕਿ ਅਸੀਂ ਸ਼ੂਗਰ ਨੂੰ ਠੀਕ ਕਰ ਸਕਦੇ ਹਾਂ? ਨਵੀਂ ਹੋਵੇ ਪੁਰਾਣੀ ਹੋਵੇ, ਇਹ ਦੁਬਾਰਾ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਬੰਦਾ ਆਪਣੇ ਪੈਰਾਂ ਤੇ ਆ ਸਕਦਾ, ਬਿਮਾਰੀ ਤੋਂ ਨਿਜਾਤ ਪਾ ਸਕਦਾ ਬੰਦਾ, ਮਤਲਬ? ਜੀ ਬਿਲਕੁਲ, ਜਿਹੜੀ ਟਾਈਪ 2 ਡਾਇਬੀਟੀਜ਼ ਹੈ ਉਹ ਤਾਂ 100% ਰਿਕਵਰੀ ਹੁੰਦੀ ਹੈ ਉਹਦੀ। ਅਸੀਂ ਆਪਣੇ ਪਿਛਲੇ ਐਕਸਪੀਰੀਅੰਸ ਵਿੱਚ ਦੇਖਿਆ ਹੈ, ਸਾਰੇ ਠੀਕ ਹੁੰਦੇ ਹੈ। ਐਂਡ ਜਿਨ੍ਹਾਂ ਤੋਂ ਮੈਂ ਟ੍ਰੇਨਿੰਗ ਲਈ ਹੈ, ਡਾਕਟਰ ਵਿਸ਼ਵਰੂਪ ਰੋਏ ਚੌਧਰੀ, ਉਹਨਾਂ ਨੇ 15,000 ਤੋਂ ਉੱਤੇ ਡਾਇਬੀਟੀਜ਼ ਦੇ ਪੇਸ਼ੈਂਟ ਠੀਕ ਕੀਤੇ ਹੈ, ਤੇ ਉਹ ਹੁੰਦੇ ਹੈ। ਮਤਲਬ ਕਿ ਇਹ ਆਪਾਂ ਕਰ ਸਕਦੇ ਹਾਂ, ਇੱਕ ਆਸ ਦੀ ਕਿਰਨ ਹੈ ਜ਼ਰੂਰ ਹੈ ਕਿ ਇਸ ਬਿਮਾਰੀ ਨੂੰ ਤੋਂ ਆਪਾਂ ਛੁਟਕਾਰਾ ਜਿਹੜਾ ਪਾ ਸਕਦੇ ਹਾਂ। ਸੋ ਹੁਣ ਕਿਸ ਤਰ੍ਹਾਂ, ਮਤਲਬ ਕਿ ਇਹ ਵੀ ਅਗਲਾ ਸਵਾਲ ਬਣ ਜਾਂਦਾ ਵੀ ਕਿਸ ਤਰ੍ਹਾਂ ਪਾ ਸਕਦੇ ਹਾਂ, ਜੇਕਰ ਸਾਡੇ ਦਰਸ਼ਕ ਜਿਹੜੇ ਨੇ ਇਸ ਵੇਲੇ ਦੇਖ ਰਹੇ ਆ ਵੀ ਉਹ ਚਾਹੁੰਦੇ ਹੁਣ ਵੀ ਹਾਂ ਵੀ ਆਪਾਂ ਕਿਹੜੀ ਡਾਈਟ ਹੈਗੀ ਹੈ, ਕੀ ਸਿਸਟਮ ਹੈਗਾ ਜਿਹਨੂੰ ਫੋਲੋ ਕਰਕੇ ਅਸੀਂ ਇਸ ਬਿਮਾਰੀ ਤੋਂ ਨਿਜਾਤ ਪਾ ਲਈਏ, ਸੋ ਉਹਦੇ ਬਾਰੇ ਜ਼ਰੂਰ ਚਾਨਣਾ ਪਾਓ ਜੀ। ਪਹਿਲੀ ਗੱਲ ਤਾਂ ਇਹ ਆ ਕਿ ਕਿਸੇ ਵੀ ਹਸਪੀਟਲ ਵਿੱਚ, ਕਿਸੇ ਵੀ ਐਲੋਪੈਥਿਕ ਡਾਕਟਰ ਦੇ ਕੋਲ ਇਹਦੀ ਟ੍ਰੀਟਮੈਂਟ ਹੈਗੀ ਨਹੀਂ ਹੈ। ਮਤਲਬ ਇਹਦਾ ਇਲਾਜ ਕਿਉਰ ਨਹੀਂ ਹੈਗਾ, ਇਲਾਜ ਨਹੀਂ ਹੈਗਾ। ਇਲਾਜ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਕੋਈ ਟ੍ਰੀਟਮੈਂਟ ਦਿੱਤੀ ਤੇ ਉਸ ਤੋਂ ਬਾਅਦ ਤੁਹਾਨੂੰ ਫਿਰ ਦੁਬਾਰਾ ਉਹ ਪ੍ਰੋਬਲਮ ਨਹੀਂ ਆਈ, ਜਾਂ ਫਿਰ ਤੁਸੀਂ ਉਸ ਚੀਜ਼ ਤੋਂ ਨਿਜਾਤ ਪਾ ਗਏ। ਲੇਕਿਨ ਜਿਹੜੀ ਉਹ ਟ੍ਰੀਟਮੈਂਟ ਦਿੰਦੇ ਆ, ਦੈਟ ਮੀਨਸ ਇੰਜੈਕਸ਼ਨ ਦਿੰਦੇ ਇਨਸੂਲਿਨ ਦਾ, ਜਾਂ ਮੈਟਾਫੋਰਮਿਨ ਗੋਲੀ ਦਿੰਦੇ ਆ, ਹੈ ਨਾ, ਉਹ ਗੋਲੀ ਜਿਹੜੀ ਆ ਉਹ ਕਹਿੰਦੇ ਹੁਣ ਪੂਰੀ ਜ਼ਿੰਦਗੀ ਵਿੱਚ ਤੁਸੀਂ ਇਹ ਗੋਲੀ ਖਾਣੀ ਹੈ, ਪੂਰੀ ਜ਼ਿੰਦਗੀ ਇਹ ਇੰਜੈਕਸ਼ਨ ਲਾਣਾ ਹੈ। ਦੈਟ ਮੀਨਸ ਕਿ ਉਹ ਇੰਜੈਕਸ਼ਨ ਜਾਂ ਉਹ ਗੋਲੀ ਸਾਡੀ ਬਿਮਾਰੀ ਠੀਕ ਤਾਂ ਕਰ ਹੀ ਨਹੀਂ ਰਹੀ, ਕਿਉਂਕਿ ਜੇ ਠੀਕ ਕਰ ਰਹੀ ਹੁੰਦੀ ਤਾਂ 3 ਮਹੀਨੇ ਬਾਅਦ, 4 ਮਹੀਨੇ ਬਾਅਦ ਸਾਨੂੰ ਉਹਦੀ ਲੋੜ ਨਹੀਂ ਪੈਂਦੀ ਤੇ ਅਸੀਂ ਆਪਣੇ ਆਪ ਨੂੰ ਠੀਕ ਪਾ ਚੁੱਕੇ ਹੁੰਦੇ। ਲੇਕਿਨ ਹੁਣ ਗੱਲ ਕੀ ਹੈ ਕਿ ਜਿਹੜੀ ਆਪਾਂ ਗੋਲੀ ਖਾਂਦੇ ਆ, ਉਹ ਸਾਡੀ ਬਲੱਡ ਦੀ ਸ਼ੂਗਰ ਨੂੰ ਇੱਕ ਆંકੜੇ ਵਿੱਚ ਤਾਂ ਲੈ ਆਂਦਾ ਆ, ਲੇਕਿਨ ਉਸ ਆંકੜੇ ਵਿੱਚ ਲੈ ਆਉਣ ਦੀ ਕਾਸਟ ਕੀ ਹੈ? ਕਾਸਟ ਇਹ ਆ ਕਿ ਜਿਹੜੀ ਬੋਡੀ ਵਿੱਚ ਐਕਸਟਰਾ ਸ਼ੂਗਰ ਹੁੰਦੀ, ਉਹ ਕਿਤੇ ਨਾ ਕਿਤੇ ਤਾਂ ਜਾਊਗੀ। ਜੇ ਉਹ ਪ੍ਰੋਸਟੇਟ ਵਿੱਚ ਜਾਏਗੀ ਤਾਂ ਪ੍ਰੋਸਟੇਟਿਸ ਕਰੇਗੀ, ਕਿਡਨੀ ਵਿੱਚ ਜਾਏਗੀ ਤਾਂ ਕਿਡਨੀ ਫੇਲਿਅਰ ਕਰੂਗੀ, ਸਟਮਕ ਵਿੱਚ ਜਾਏਗੀ ਗੈਸਟਰਾਈਟਿਸ ਕਰੂਗੀ, ਜੋੜਿਆਂ ਵਿੱਚ ਜਾਏਗੀ ਅਰਥਰਾਈਟਿਸ ਕਰੇਗੀ। ਜਿੰਨੇ ਵੀ ਇਨਫਲੇਮੇਟਰੀ ਡਿਜ਼ੀਜ਼ਸ ਨੇ, ਇਹ ਹੁੰਦੀ ਹੈ ਐਕਸਟਰਾ ਗਲੂਕੋਜ਼ ਸਾਡੀ ਬੋਡੀ ਦਵਾਈਆਂ ਦੇ ਨਾਲ ਆਪਾਂ ਛੁਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਫਿਰ ਸਾਡੇ ਬੋਡੀ ਦੇ ਟੌਕਸਿਨਸ ਇਕੱਠੇ ਹੋ ਰਹੇ ਆ, ਤੇ ਇਹ ਪ੍ਰੋਬਲਮ ਹੋ ਜਾਂਦੀ ਹੈ। ਡਾਕਟਰ ਕੋਲ ਆਪਾਂ ਜਾਵਾਂਗੇ ਤੇ ਉਹ ਅਰਥਰਾਈਟਿਸ ਦੀ ਵੱਖਰੀ ਗੋਲੀ ਦੇ ਦੇਗਾ, ਗੈਸਟਰਾਈਟਿਸ ਦੀ ਵੱਖਰੀ ਗੋਲੀ ਦੇ ਦੇਗਾ, ਪ੍ਰੋਸਟੇਟਿਸ ਦੀ ਵੱਖਰੀ ਗੋਲੀ ਦੇ ਦੇਗਾ। ਉਹ ਨਹੀਂ ਦੱਸੇਗਾ ਕਿ ਤੁਸੀਂ ਕਿੰਨੇ ਸਾਲਾਂ ਤੋਂ ਡਾਇਬੀਟੀਜ਼ ਦੀ ਗੋਲੀ ਖਾ ਰਹੇ ਸੀਗੇ, ਇਸ ਕਰਕੇ ਤੁਹਾਨੂੰ ਇਹ ਪ੍ਰੋਬਲਮ ਆ ਗਈ ਹੈ। ਤੇ ਹੁਣ ਕੀ ਆ, ਜੇ ਅਸੀਂ ਇਹਨੂੰ ਪ੍ਰੋਪਰਲੀ ਪੂਰੀ ਤਰ੍ਹਾਂ ਨਾਲ ਠੀਕ ਕਰਨਾ ਚਾਹੁੰਦੇ ਆ ਡਾਈਟ ਦੇ ਨਾਲ, ਜਿਹੜਾ ਨੈਚੁਰਲ ਤਰੀਕਾ ਹੈ, ਟ੍ਰਾਇਲਡ ਐਂਡ ਟੈਸਟਡ, ਜਿਹਦੇ ਸਾਡੇ ਕੋਲ ਸਾਇੰਟੀਫਿਕ ਐਵੀਡੈਂਸ ਨੇ, ਪ੍ਰੂਫ ਨੇ ਕਿ ਠੀਕ ਹੁੰਦੀ ਹੈ ਡਾਇਬੀਟੀਜ਼, ਉਹਦੇ ਵਾਸਤੇ ਸਾਨੂੰ ਇੱਕ ਸਾਇੰਸ ਸਮਝਣੀ ਪਊਗੀ। ਉਹ ਹੈ ਸਾਇੰਸ ਆਫ ਲਿਵਿੰਗ ਫੂਡ। ਠੀਕ ਹੈ, ਕਿ ਲਿਵਿੰਗ ਫੂਡ ਕਿਵੇਂ ਸਾਡੀ ਬੋਡੀ ਨੂੰ ਠੀਕ ਕਰਦਾ ਹੈ। ਦਰਅਸਲ ਦੇਖੋ, ਦੋ ਤਰ੍ਹਾਂ ਦੇ ਲੋਕ ਹੁੰਦੇ ਆ, ਇੱਕ ਵੀਆਈਪੀ ਲੋਕ ਹੁੰਦੇ ਆ, ਇੱਕ ਡੀਆਈਪੀ ਲੋਕ ਹੁੰਦੇ ਆ। ਵੀਆਈਪੀ ਜਿਵੇਂ ਕਿ ਆਪਣੇ ਪੋਲੀਟੀਸ਼ੀਅਨ ਹੋ ਗਏ, ਸਾਇਰਨ ਘੁਮਾਉਂਦੇ, ਬੱਤੀ ਲਾਲ ਬੱਤੀ ਲੈ ਕੇ ਜਾਂਦੇ ਆ, ਉਹ ਸਾਰੇ ਰੂਲ ਤੋੜਦੇ ਹੋਏ ਟ੍ਰੈਫਿਕ ਦੇ ਆਪਣੀ ਗੱਡੀ ਨੂੰ ਲਗਾਉਂਦੇ ਆ, ਲੋਕ ਸਾਈਡ ਹੋ ਜਾਂਦੇ ਆ ਤੇ ਉਹ ਨਿਕਲ ਜਾਂਦੇ ਆ, ਸਾਰੇ ਰੂਲ ਤੋੜਦੇ ਹੋਏ ਟ੍ਰੈਫਿਕ ਦੇ। ਜੀ, ਇਸੇ ਤਰ੍ਹਾਂ ਕੁਝ ਫੂਡ ਹੁੰਦਾ ਆ ਜਿਹੜਾ ਵੀਆਈਪੀ ਫੂਡ ਹੈ। ਹੁਣ ਹੁੰਦੇ ਡਿਸਿਪਲਿਨਡ ਐਂਡ ਇੰਟੈਲੀਜੈਂਟ ਪੀਪਲ, ਜਿਵੇਂ ਤੁਹਾਡੇ ਵਰਗੇ, ਸਾਡੇ ਵਰਗੇ, ਡਿਸਿਪਲਿਨਡ ਐਂਡ ਇੰਟੈਲੀਜੈਂਟ। ਉਹ ਕੀ ਕਰਦੇ ਆ, ਰੈਡ ਲਾਈਟ ਹੋ ਗਈ ਉੱਥੇ ਰੁਕ ਜਾਂਦੇ ਆ ਤਾਂ ਕਿ ਸਾਰੀ ਸੇਫਟੀ ਬਣੀ ਰਵੇ, ਪਿੱਛੋਂ ਜੋ ਬੰਦਾ ਆ ਰਿਹਾ ਆਰਾਮ ਨਾਲ ਬ੍ਰੇਕ ਲਗਾਏ, ਫਿਰ ਆਪਾਂ ਰੂਲਸ ਦੇ ਅਕੋਰਡਿੰਗ ਲੈਫਟ ਰਾਈਟ ਲੈਂਦੇ ਆ। ਲੇਕਿਨ ਜਿਹੜਾ ਵੀਆਈਪੀ ਹੁੰਦਾ ਹੈ, ਉਹ ਕਹਿੰਦਾ ਨਹੀਂ, ਮੈਂ ਤਾਂ ਪਰਵਾਹ ਨਹੀਂ ਕਰਨੀ, ਮੈਂ ਤਾਂ ਲੰਘਣਾ ਹੈ, ਤੁਸੀਂ ਸਾਇਰਨ ਮਾਰ ਕੇ, ਹਨਾ। ਲੇਕਿਨ ਜੇ ਮੰਨ ਲਓ ਡੀਆਈਪੀ ਬੰਦਾ ਹੈ, ਜਿਹੜਾ ਡੀਆਈਪੀ ਡਿਸਿਪਲਿਨਡ ਐਂਡ ਇੰਟੈਲੀਜੈਂਟ ਬੰਦਾ, ਉਹ ਰੈਡ ਲਾਈਟ ਤੇ ਖੜਾ ਹੋ ਜਾਵੇ, ਆਪਣੀ ਜਗ੍ਹਾ ਰੋਕ ਕੇ ਖੜਾ ਹੋ ਜਾਏ, ਤੇ ਵੀਆਈਪੀ ਪਿੱਛੋਂ ਸਾਇਰਨ ਮਾਰਦਾ ਰਹੇ ਤੇ ਡੀਆਈਪੀ ਕਹੇ ਨਹੀਂ ਮੈਂ ਤਾਂ ਨਹੀਂ ਹਟਣਾ ਆਪਣੀ ਜਗ੍ਹਾ ਤੋਂ, ਵੀਆਈਪੀ ਵਾਲੇ ਨੂੰ ਵੀ ਫਿਰ ਆਪਣੇ ਰੂਲਸ ਦੇ ਹਿਸਾਬ ਨਾਲ ਚੱਲਣਾ ਪਊਗਾ। ਬਿਲਕੁਲ, ਆਪਾਂ ਆਪਣੀ ਡਾਈਟ ਦੇ ਵਿੱਚ ਵੀਆਈਪੀ ਫੂਡ ਘਟਾਣੇ ਆ, ਡੀਆਈਪੀ ਫੂਡ ਵਧਾਣੇ ਆ। ਯਾਨੀ ਕਿ ਜਿਹੜੇ ਡਿਸਿਪਲਿਨਡ ਐਂਡ ਇੰਟੈਲੀਜੈਂਟ ਫੂਡ ਹੈਗੇ ਉਹ ਜ਼ਿਆਦਾ ਹੋਣਾ ਚਾਹੀਦਾ ਹੈ, ਤੇ ਜਿਹੜੇ ਵੀਆਈਪੀ ਬਣਦੇ ਆ ਫੂਡ, ਉਹ ਜਿਹੜਾ ਘਟਾਣੇ ਆ ਉਹਨਾਂ ਨੂੰ। ਹੋਏਗਾ ਕਿ ਜਿਹੜੇ ਡਿਸਿਪਲਿਨਡ ਫੂਡ ਹੈਗਾ, ਜਿਵੇਂ ਕਿ ਸਾਡਾ ਗੋਡ ਮੇਡ ਫੂਡ ਹੈਗਾ, ਟਮਾਟਰ, ਖੀਰੇ, ਪਿਆਜ਼, ਇਸ ਤੋਂ ਇਲਾਵਾ ਜਿਹੜੇ ਫਰੂਟਸ ਹੋ ਗਏ, ਆਮ, ਕੇਲਾ, ਇਹ ਸਾਰੀ ਚੀਜ਼ਾਂ, ਇਹ ਜਦ ਆਪਾਂ ਬੋਡੀ ਵਿੱਚ ਜ਼ਿਆਦਾ ਪਾਵਾਂਗੇ ਤੇ ਇਹ ਸਾਡੀ ਬੋਡੀ ਨੂੰ ਡਿਸਿਪਲਿਨ ਫੂਡ ਮਿਲੇਗਾ, ਤੇ ਉਹਦੇ ਪਿੱਛੇ ਪਿੱਛੇ ਲੱਗ ਕੇ ਸਾਡਾ ਜਿਹੜਾ ਵੀਆਈਪੀ ਫੂਡ ਹੈ ਉਹ ਵੀ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖੇਗਾ। ਤੇ ਇਹ ਸਾਡੀ ਸਾਇੰਸ ਹੈਗੀ। ਇਹ ਕਿਵੇਂ ਵਰਕ ਕਰਦੀ ਹੈ? ਵਰਕ ਇਵੇਂ ਕਰਦੀ ਹੈ ਕਿ ਜਿਹੜਾ ਵੀ ਫੂਡ ਲਿਵਿੰਗ ਹੁੰਦਾ ਹੈ, ਰॉ ਹੁੰਦਾ ਹੈ, ਨੇਚਰ ਤੋਂ ਲਿਆ ਹੁੰਦਾ ਹੈ, ਉਹਦੇ ਵਿੱਚ ਨਾ ਡਰਾਈਵਰ ਹੁੰਦੇ ਆ, ਜਿੱਦਾਂ ਸਾਡੀ ਗੱਡੀ ਡਰਾਈਵ ਕੀਤੀ ਜਾਂਦੀ ਹੈ, ਉਹਦੇ ਵਿੱਚ ਨੈਚੁਰਲ ਡਰਾਈਵਰ ਹੁੰਦੇ ਆ, ਐਨਜ਼ਾਈਮਸ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ, ਜਿਹੜੇ ਸਾਡੀ ਬੋਡੀ ਦੇ ਨਿਊਟ੍ਰੀਸ਼ਨ ਨੂੰ ਗਾਈਡ ਕਰਦੇ ਆ ਕਿ ਹੁਣ ਕਿੱਥੇ ਜਾਣਾ ਹੈ, ਕਿੱਥੇ ਨਿਊਟ੍ਰੀਸ਼ਨ ਪ੍ਰੋਵਾਈਡ ਕਰਨਾ ਹੈ, ਕਿੱਥੇ ਹੀਟਿੰਗ ਐਕਟੀਵਿਟੀਜ਼ ਕਰਨੀਆਂ ਨੇ, ਉਹ ਸਾਰੀ ਗਾਈਡੈਂਸ ਕਰਦੀ ਹੈ। ਤੇ ਸਾਡੀ ਬੋਡੀ ਦੇ ਅੰਦਰ ਇੱਕ ਹੁੰਦਾ ਐਨਜ਼ਾਈਮ ਇੰਕ੍ਰੇਟਿਨ ਕਰਕੇ। ਇੰਕ੍ਰੇਟਿਨ ਜਿਹੜਾ ਹੈ ਟ੍ਰੈਫਿਕ ਪੁਲਿਸ ਹਵਲਦਾਰ ਵਰਗਾ ਹੈਗਾ। ਕੋਈ ਗੱਡੀ ਆ ਰਹੀ ਹੈ ਤੇ ਉਹ ਕਹਿੰਦੇ ਚੱਲ ਉੱਥੇ ਉਸ ਜਗ੍ਹਾ ਵਿੱਚ ਤੇਰੀ ਲੋੜ ਹੈਗੀ, ਉੱਥੇ ਜਾਏਗੀ, ਉੱਥੇ ਤੇਰੀ ਲੋੜ ਹੈਗੀ। ਤੇ ਹੁਣ ਉਹ ਗਾਈਡੈਂਸ ਤਾਂ ਹੀ ਦੇ ਸਕਦਾ ਹੈ ਜੇ ਸਾਡੇ ਫੂਡ ਦੇ ਵਿੱਚ ਡਰਾਈਵਰ ਹੋਵੇ। ਜੇ ਡਰਾਈਵਰ ਹੀ ਨਾ ਹੋਵੇ, ਗੱਡੀ ਆ ਰਹੀ ਹੈ ਤੇ ਉਹ ਕਿਹਨੂੰ ਡਾਇਰੈਕਸ਼ਨ ਦੇਗਾ?
ਤੋ ਜਿਹੜਾ ਆਪਣਾ ਬਾਹਰ ਦਾ ਪੈਕੇਜ ਫੂਡ ਹੈ, ਰਿਫਾਈਨਡ ਫੂਡ ਹੈਗਾ ਸਾਰਾ, ਉਹ ਜਿਹੜਾ ਹੈਗਾ ਉਹਦੇ ਵਿੱਚ ਕੋਈ ਡਰਾਈਵਰ ਨਹੀਂ ਹੈਗੇ। ਉਹ ਅੰਦਰ ਜਾਂਦੇ ਆ, ਸਾਰੇ ਰੂਲ ਤੋੜਦੇ ਹੋਏ ਸਿੱਧਾ ਬਲੱਡ ਵਿੱਚ ਜਾ ਕੇ ਗਲੂਕੋਜ਼ ਵਧਾਉਂਦੇ ਆ, ਜਿਸ ਕਰਕੇ ਸਾਨੂੰ ਬਿਮਾਰੀਆਂ ਆਉਂਦੀ ਹੈ। ਜੇ ਅਸੀਂ ਡਰਾਈਵਰ ਵਾਲਾ ਫੂਡ ਖਾਣ ਲੱਗ ਪਈਏ ਤੇ ਸਾਡੀ ਬੋਡੀ ਵਿੱਚ ਗਾਈਡੈਂਸ ਉਹਨਾਂ ਨੂੰ ਮਿਲੇਗੀ, ਸਿਗਨਲਿੰਗ ਉਹਨਾਂ ਦੀ ਵਧੀਆ ਹੋਵੇਗੀ, ਸਹੀ ਜਗ੍ਹਾ ਤੇ ਜਾਣਗੇ, ਬਿਮਾਰੀਆਂ ਨਹੀਂ ਕਰਨਗੇ। ਸੋ ਇਸ ਸਿਸਟਮ ਦੇ ਉੱਤੇ, ਇਸ ਸਾਇੰਸ ਦੇ ਬੇਸਡ ਡਾਕਟਰ ਐਲਿਸਟਾਈਨ ਜਿਹੜੇ ਹੈਗੇ, ਡਾਕਟਰ ਟਿਮ ਕੋਲਿਨ ਕੈਂਪਬੈਲ ਹੈਗੇ, ਉਹਨਾਂ ਨੇ ਵੱਡੀ ਸਟੱਡੀ ਕੀਤੀ ਦਾ ਚਾਈਨਾ ਸਟੱਡੀ ਕਰਕੇ, ਹਿਊਮਨ ਨਿਊਟ੍ਰੀਸ਼ਨ ਦੀ ਸਭ ਤੋਂ ਵੱਡੀ ਸਟੱਡੀ ਹੋਈ ਸੀਗੀ। ਉਹਦੇ ਵਿੱਚ ਉਹ ਲਿਖਦੇ ਆ ਕਿ ਹੋਲ ਫੂਡ ਪਲਾਂਟ ਬੇਸਡ ਡਾਈਟ ਫੋਲੋ ਕਰਨ ਨਾਲ ਤੁਸੀਂ ਕੈਂਸਰ, ਡਾਇਬੀਟੀਜ਼, ਹਾਈਪਰਟੈਂਸ਼ਨ, ਹਾਰਟ ਡਿਜ਼ੀਜ਼ ਇਹਨਾਂ ਨੂੰ ਰਿਵਰਸ ਕਰ ਸਕਦੇ ਹੋ, 100% ਰਿਵਰਸ ਕਰ ਸਕਦੇ ਹੋ। ਤੇ ਇਸ ਤਰ੍ਹਾਂ ਹੋਇਆ ਵੀ ਹੈ, ਲੋਕਾਂ ਨੇ ਕੀਤਾ ਹੈ। ਸੋ ਇਹਨੂੰ ਆਮ ਭਾਸ਼ਾ ਵਿੱਚ ਆਪਾਂ ਸਮਝੀਏ ਤੇ ਇੱਕ ਸਾਤਵਿਕ ਡਾਈਟ ਹੈਗੀ, ਇੱਕ ਰॉ ਵੀਗਨ ਡਾਈਟ ਹੈਗੀ। ਤੇ ਇਸ ਤਰ੍ਹਾਂ ਜਿਵੇਂ ਡਾਕਟਰ ਵਿਸ਼ਵਰੂਪ ਰॉय ਚੌਧਰੀ ਜਿਸਕੋ DIP ਡਾਈਟ ਕਹਿੰਦੇ ਆ, ਇਹਦੇ ਨਾਲ ਇਹ ਹੋ ਸਕਦਾ ਹੈ। ਤੇ ਇਹਦਾ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਜਿਸ ਬੰਦੇ ਨੇ ਇਹਨੂੰ ਫੋਲੋ ਕੀਤਾ ਉਹਦੇ ਨਾਲ ਇਹ ਕਿੱਦਾਂ ਠੀਕ ਹੋਈ ਜੀ। ਡਾਕਟਰ ਹਰੀ ਸ਼ਰਮਾ ਨਾਮ ਦੇ ਇੱਕ ਬੰਦੇ ਹੈਗੇ, ਆਪਣੇ ਇੰਡੀਆ ਵਿੱਚ ਡਾਕਟਰ ਹੈਗੇ, ਉਹਨਾਂ ਦਾ ਆਪਣਾ ਹਸਪੀਟਲ ਹੈਗਾ। ਤੇ ਉਹਨਾਂ ਦੀ ਜਿਹੜੀ ਬੇਟੀ ਹੈਗੀ ਉਹ ਵੀ ਇੱਕ MD ਮੈਡੀਕਲ ਡਾਕਟਰ ਹੈਗੀ। ਉਹਨਾਂ ਦਾ ਜਿਹੜਾ ਬੇਟਾ ਹੈਗਾ ਉਹ ਵੀ ਪਲਾਸਟਿਕ ਸਰਜਨ ਹੈਗਾ। ਉਹਨਾਂ ਦੀ ਵਾਈਫ ਜਿਹੜੀ ਹੈ ਉਹ ਗਾਇਨਾਕੋਲੋਜਿਸਟ ਹੈਗੀ। ਉਹਨਾਂ ਦੀ ਜਿਹੜੀ ਬਹੂ ਹੈ ਉਹ ਵੀ MD ਹੈਗੀ ਮਾਈਕਰੋਬਾਇਓਲੋਜੀ। ਤੇ ਜੇ ਉਹਨਾਂ ਦਾ ਦਾਮਾਦ ਹੈਗਾ ਉਹ MD ਡਰਮੇਟੋਲੋਜੀ ਹੈਗਾ। ਯਾਨੀ ਕਿ ਸਾਰਾ ਉਹਨਾਂ ਦਾ ਪਰਿਵਾਰ ਡਾਕਟਰ ਦਾ ਹੈਗਾ, ਉਹ ਖੁਦ ਡਾਕਟਰ ਹੈਗੇ, ਉਹਨਾਂ ਦਾ ਆਪਣਾ ਹਸਪਤਾਲ ਹੈਗਾ। ਲੇਕਿਨ ਮਜ਼ੇ ਦੀ ਗੱਲ ਕੀ ਸੀਗੀ ਕਿ ਉਹਨਾਂ ਨੂੰ ਵੀ ਡਾਇਬੀਟੀਜ਼ ਹੋ ਗਈ, ਤੇ ਉਹਨਾਂ ਨੂੰ ਹੀ ਹਾਰਟ ਦੀ ਡਿਜ਼ੀਜ਼ ਹੋ ਗਈ, ਉਹਨਾਂ ਨੂੰ ਬਾਈਪਾਸ ਸਰਜਰੀ ਕਰਾਣੀ ਪਈ, ਮਤਲਬ ਟ੍ਰਿਪਲ ਉਹਨਾਂ ਦੀ ਆਰਟਰੀ ਬਲੌਕੇਜ ਹੋ ਗਈ। ਇਸੇ ਤਰ੍ਹਾਂ ਉਹਨਾਂ ਨੂੰ ਕੈਂਸਰ ਵੀ ਹੋ ਗਿਆ, ਖੁਦ ਡਾਕਟਰ ਨੇ, ਲੇਕਿਨ ਕੈਂਸਰ ਵੀ ਹੋ ਗਿਆ। ਹੁਣ ਆਪਣਾ ਇਲਾਜ ਵੀ ਨਹੀਂ ਕਰ ਪਾਏ, ਨਾ ਉਹਨਾਂ ਦੇ ਕੋਈ ਦੋਸਤ ਕਰ ਪਾਏ, ਨਾ ਉਹਨਾਂ ਦਾ ਕੋਈ ਪਰਿਵਾਰ ਕਰ ਪਾਇਆ। ਦੁਨੀਆ ਦੇ, ਇੰਡੀਆ ਦੇ ਸਾਰੇ ਵੱਡੇ ਹਸਪਤਾਲ, ਅਪੋਲੋ, ਮੈਦਾਂਤਾ, ਸਾਰੇ ਫੋਰਟਿਸ ਦਿਖਾ ਲਏ, ਕਿਸੇ ਕੋਲ ਕੋਈ ਇਲਾਜ ਨਹੀਂ ਹੈਗੇ। 15-20 ਗੋਲੀਆਂ ਦਿਨ ਦੀ ਰੋਜ਼ ਖਾਂਦੇ ਸੀਗੇ। ਇੰਨੀ ਗੋਲੀਆਂ ਖਾ ਕੇ ਉਹਨਾਂ ਦੀ ਹਾਲਤ ਖਰਾਬ ਹੋ ਚੁੱਕੀ ਸੀਗੀ, ਕਈ ਸਾਲ ਤੋਂ ਖਾ ਰਹੇ ਸੀਗੇ। ਐਜ਼ ਅ ਰਿਜ਼ਲਟ ਹੁਣ ਇੰਨੀ ਗੋਲੀਆਂ ਬੰਦਾ ਖਾਏ, ਖੁਦ ਡਾਕਟਰ ਹੋ ਕੇ ਉਹਦੇ ਇੰਨਾ ਬਿਮਾਰ ਹੋ ਜਾਵੇ ਤੇ ਉਹਨੂੰ ਸੁਸਾਈਡਲ ਥਾਟ ਆਉਣਗੇ ਹੀ। ਤੇ ਉਹ ਉਹਨਾਂ ਦੀ ਹੁਣ ਜੀਵਨ ਦੀ ਕੋਈ ਇੱਛਾ ਰਹੀ ਨਹੀਂ ਸੀਗੀ, ਤੇ ਉਹ ਚਾਹੁੰਦੇ ਨਹੀਂ ਸੀਗੇ ਕਿ ਮੈਂ ਹੁਣ ਜੀਵਿਤ ਰਵਾਂ। ਪਰ ਉਹਨਾਂ ਦੀ ਵਾਈਫ ਨੇ ਕਿਹਾ ਕਿ ਨਹੀਂ ਬਈ, ਤੁਸੀਂ ਆਪਣੇ, ਤੁਹਾਡੇ ਬੱਚੇ ਡਾਕਟਰ ਬਣ ਚੁੱਕੇ ਆ, ਸਾਰੇ ਵੈਲ ਸੈਟਲ ਹੋ ਚੁੱਕੇ ਆ, ਤੁਹਾਨੂੰ ਕੀ ਪ੍ਰੋਬਲਮ ਹੈ, ਤੁਸੀਂ ਕਿਉਂ ਇਦਾਂ ਕਰਨਾ ਚਾਹੁੰਦੇ ਹੋ ਨਾ। ਪਰ ਹੁਣ ਤੁਸੀਂ ਦੇਖੋ ਨਾ, ਉਹਨਾਂ ਦੇ ਪ੍ਰੋਫੈਸ਼ਨ ਨੇ ਉਹਨਾਂ ਨੂੰ ਧੋਖਾ ਦਿੱਤਾ। ਆਪ ਡਾਕਟਰ ਹੋ ਕੇ, ਹਸਪਤਾਲ ਦੇ ਮਾਲਿਕ ਹੋ ਕੇ, ਉਹ ਆਪਣੇ ਆਪ ਨੂੰ ਠੀਕ ਨਹੀਂ ਕਰ ਪਾਏ। ਤੇ ਹੈਲਥ ਨਾ ਹੋਵੇ ਤਾਂ ਬੰਦਾ ਕਿਵੇਂ ਕੀ ਕਰੇ, ਆਪਣੇ ਮਾਯੂਸ ਹੀ ਹੋਊਗਾ। ਹੋਇਆ ਕਿ ਉਹ ਤਾਂ ਨਹੀਂ ਚਾਹੁੰਦੇ ਸੀ ਜੀਣਾ, ਲੇਕਿਨ ਉਹਨਾਂ ਨੂੰ ਕਿਸੇ ਦਿਨ ਇੱਕ ਬੁੱਕ ਮਿਲ ਗਈ ਡਾਇਬੀਟੀਜ਼ ਦੀ, ਡਾਕਟਰ ਵਿਸ਼ਵਰੂਪ ਰॉय ਚੌਧਰੀ ਜਿਨ੍ਹਾਂ ਤੋਂ ਮੈਂ ਸਿੱਖਿਆ ਨਿਊਟ੍ਰੀਸ਼ਨ, ਉਹਨਾਂ ਦੀ ਬੁੱਕ ਮਿਲ ਗਈ। ਹੋਇਆ ਕਿ ਉਸ ਬੁੱਕ ਵਿੱਚ ਲਿਖਿਆ ਸੀ ਡਾਇਬੀਟੀਜ਼ ਨੂੰ 72 ਘੰਟਿਆਂ ਵਿੱਚ ਰਿਵਰਸ ਕਰਨਾ ਸ਼ੁਰੂ ਕਰ ਦਈਏ, 72 ਘੰਟਿਆਂ ਵਿੱਚ। ਤੇ ਉਹ ਹੈਰਾਨ ਹੋ ਗਏ ਕਿ ਬਈ ਯਾਰ 72 ਘੰਟਿਆਂ ਵਿੱਚ ਕਿਵੇਂ ਡਾਇਬੀਟੀਜ਼ ਠੀਕ ਹੋ ਸਕਦੀ ਹੈ। ਮੈਂ ਪੂਰੀ ਲਾਈਫ ਡਾਕਟਰੀ ਦੀ ਪੜ੍ਹਾਈ ਕਰਦਾ ਰਿਹਾ, ਮੈਨੂੰ ਤਾਂ ਇਹ ਚੀਜ਼ ਸਮਝ ਨਹੀਂ ਆਈ। ਉਹਨਾਂ ਨੇ ਫਿਰ ਫੋਨ ਕੀਤਾ ਡਾਕਟਰ ਸਾਹਿਬ ਵਿਸ਼ਵਰੂਪ ਰॉय ਚੌਧਰੀ ਜੀ ਨੂੰ, ਤੇ ਉਹਨਾਂ ਨੇ ਉਹਨਾਂ ਨੂੰ ਡਾਈਟ ਦਿੱਤੀ। ਡਾਈਟ ਦੇ ਨਾਲ ਅੱਜ ਡਾਕਟਰ ਹਰੀ ਸ਼ਰਮਾ ਨੂੰ ਨਾ ਕੋਈ ਕੈਂਸਰ ਹੈ, ਨਾ ਹਾਰਟ ਡਿਜ਼ੀਜ਼ ਹੈ, ਨਾ ਡਾਇਬੀਟੀਜ਼ ਹੈ, ਨਾ ਹੀ ਕੋਈ ਉਹ ਦਵਾਈਆਂ ਖਾਂਦੇ ਨੇ, ਪੂਰੀ ਤਰ੍ਹਾਂ ਹੈਲਦੀ ਹੋ ਚੁੱਕੇ ਆ। ਤੇ ਸਟੇਜ ਤੇ ਆ ਕੇ ਦੱਸਦੇ ਆ ਕਿ ਮੈਨੂੰ ਇਹ ਬਿਮਾਰੀਆਂ ਸੀ, ਮੈਂ ਠੀਕ ਆ ਅੱਜ। ਵਾਹ ਜੀ ਵਾਹ, ਕੀ ਬਾਤ ਹੈ। ਬਹੁਤ ਵੱਡੀ ਗੱਲ ਤੁਸੀਂ ਦੱਸੀ ਹੈ। ਇੱਕ ਆਪਾਂ ਕਹਿ ਸਕਦੇ ਕਿ ਇੱਕ ਹੋਪ ਜਿਹੜੀ ਬੜੀ ਵੱਡੀ ਤੁਸੀਂ ਪੈਦਾ ਕਰ ਦਿੱਤੀ ਹੈ ਕਿ ਇਹ ਚੀਜ਼ਾਂ ਤੋਂ ਆਪਾਂ ਨਿਜਾਤ ਪਾ ਸਕਦੇ ਹਾਂ, ਇਹਨਾਂ ਨੂੰ ਆਪਾਂ ਰਿਵਰਸ ਕੀ ਮਤਲਬ ਕਿ ਜੜੋਂ ਪੁੱਟ ਸਕਦੇ ਹਾਂ। ਸੋ ਬੜੀ ਵੱਡੀ ਗੱਲ ਹੈ। ਸੋ ਦਰਸ਼ਕੋ, ਆਸ ਨਹੀਂ ਛੱਡਣੀ, ਹੋਪ ਨਹੀਂ ਛੱਡਣੀ। ਤੁਸੀਂ ਇਸ ਨੂੰ ਠੀਕ ਕਰ ਸਕਦੇ ਹੋ ਕਿ ਕੋਈ ਵੀ ਬਿਮਾਰੀ ਜਿਹੜੀ ਹੈ ਉਹਨੂੰ ਨੈਚੁਰਲ ਤਰੀਕੇ ਦੇ ਨਾਲ, ਕੁਦਰਤੀ ਤਰੀਕਿਆਂ ਦੇ ਨਾਲ ਤੁਸੀਂ ਇਹ ਸਾਰਾ ਕੁਝ ਕਰ ਸਕਦੇ ਹੋ। ਸੋ ਭਾਈ ਕਮਲਪ੍ਰੀਤ ਸਿੰਘ ਜੀ, ਆਪਾਂ ਸਮਾਪਤੀ ਕਰ ਦੇਣੀ ਹੈ। ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਭਈ, ਤੁਹਾਡੇ ਨਾਲ ਜੇਕਰ ਕਿਸੇ ਨੇ ਕੰਟੈਕਟ ਕਰਨਾ ਹੋਵੇ, ਕੋਈ ਵੀ ਐਸੀ ਗੱਲਬਾਤ ਹੋਵੇ ਕਿ ਇਹ ਤੁਹਾਡੇ ਨਾਲ ਜਿਹੜੀ ਹੈ ਕਰਨੀ ਹੈ, ਸੋ ਕਿਵੇਂ ਉਹ ਕਰ ਸਕਦੇ ਨੇ? ਕੀ ਜਿਹੜਾ ਹੈ ਤੁਹਾਡਾ ਕੰਟੈਕਟ, ਕੁਝ ਇਸ ਤਰ੍ਹਾਂ ਦਾ ਸੰਪਰਕ ਜਿਹੜਾ ਕੋਈ ਜਿੱਥੇ ਕਰ ਸਕਦੇ ਹੋ? ਹਾਂਜੀ, ਜੇ ਮੈਨੂੰ ਕੰਟੈਕਟ ਕਰਨਾ ਹੈ ਉਹਦੇ ਵਾਸਤੇ ਮੇਰੀ ਇੱਕ ਵੈਬਸਾਈਟ ਹੈਗੀ www.gosatvik.ca, gosatvik.ca। ਉਹਦੇ ਉੱਤੇ ਮੇਰੀ ਸਾਰੀ ਡਿਟੇਲਸ ਹੈਗੀਆਂ ਨੇ, ਮੈਂ ਕਿੱਥੋਂ ਪੜ੍ਹਿਆ, ਮੈਂ ਕੀ ਕੰਮ ਕਰਦਾ, ਕਿਹਨਾਂ ਨੂੰ ਮੈਂ ਠੀਕ ਕੀਤਾ ਹੈ, ਤੇ ਮੇਰਾ ਕੰਟੈਕਟ ਨੰਬਰ, ਈਮੇਲ ਆਈਡੀ ਸਾਰੀ ਉਹਦੇ ਤੇ ਹੈਗੀ ਹੈ। ਉਹਦੇ ਥਰੂ ਉਹ ਮੈਨੂੰ ਕੰਟੈਕਟ ਕਰ ਸਕਦੇ ਆ। ਬਹੁਤ ਵੱਡੀ ਗੱਲ ਤੁਸੀਂ ਦੱਸੀ ਹੈ ਜੀ। ਇੱਕ ਹੋਪ ਜਾਂ ਕਹਿ ਦਈਏ ਵੀ ਆਸ ਦੀ ਕਿਰਨ ਤੁਸੀਂ ਜਗਾਈ ਹੈ। ਦਰਸ਼ਕ ਜਿੰਨੇ ਵੀ ਸਾਡੇ ਦੇਖ ਰਹੇ ਹੋਣਗੇ ਵੀ ਭਾਈ ਮਾਯੂਸ ਨਹੀਂ ਹੋਣਾ, ਕੋਈ ਵੀ ਬਿਮਾਰੀ ਹੋਵੇ ਉਹਨੂੰ ਠੀਕ ਕੀਤਾ ਜਾ ਸਕਦਾ। ਸੋ ਆਪਾਂ ਹੁਣ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ ਜੀ, ਕਿਹੜੀ ਐਸੀ ਡਾਈਟ ਹੈ ਜਿਹਨੂੰ ਫੋਲੋ ਕਰਕੇ ਤੇ ਬਿਮਾਰੀਆਂ ਨੂੰ ਤੋਂ ਛੁਟਕਾਰਾ ਪਾ ਸਕਦੇ ਨੇ ਸਾਡੇ ਦਰਸ਼ਕ? ਸੋ ਇਹ ਵੱਡੀ ਗੱਲ ਹੈਗੀ ਹੈ, ਤੇ ਇਹ ਜ਼ਰੂਰ ਦੱਸੋ ਸਾਨੂੰ। ਜੀ ਬਿਲਕੁਲ। ਸੋ ਮੈਂ ਹੁਣ ਜਿਹੜੀ ਡਾਈਟ ਦੱਸਣ ਲੱਗਿਆ ਆ, ਇਹ ਜਿਹੜੀ ਡਾਈਟ ਆ ਇਹ ਸਾਰੇ ਫੋਲੋ ਕਰ ਸਕਦੇ ਆ। ਬਟ ਦੋ ਚੀਜ਼ਾਂ ਨੇ, ਇੱਕ ਤਾਂ ਕਿ ਆਪਣੇ ਆਪ ਫੋਲੋ ਕਰਨਾ, ਤੇ ਜਾਂ ਕਿਸੇ ਦੀ ਸੁਪਰਵਿਜ਼ਨ ਗਾਈਡੈਂਸ ਵਿੱਚ ਫੋਲੋ ਕਰਨਾ। ਸੋ ਜਿਹੜੇ ਲੋਕ ਆਪਣੇ ਆਪ ਫੋਲੋ ਕਰ ਸਕਦੇ ਆ, ਉਹਨਾਂ ਵਾਸਤੇ ਮੈਂ ਕੁਝ ਕੰਡੀਸ਼ਨਸ ਦੱਸੀਆਂ ਨੇ ਕਿ ਇੱਕ ਤਾਂ ਉਹਨਾਂ ਦੀ ਉਮਰ ਜਿਹੜੀ ਆ ਉਹ 45 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਉਹਨਾਂ ਨੂੰ ਇੱਕ ਬਿਮਾਰੀ ਹੋਣੀ ਚਾਹੀਦੀ ਹੈ, ਲਾਈਕ ਡਾਇਬੀਟੀਜ਼ ਹੋਏ ਤਾਂ ਸਿਰਫ ਡਾਇਬੀਟੀਜ਼ ਹੈ, ਇਦਾਂ ਨਹੀਂ ਕਿ ਹਾਰਟ ਡਿਜ਼ੀਜ਼ ਹੀ ਹੈ ਜਾਂ ਹੋਰ ਵੀ ਕੋਈ ਪ੍ਰੋਬਲਮ ਹੈਗੀ। ਇਸ ਤੋਂ ਇਲਾਵਾ ਜ਼ਿਆਦਾ ਦਵਾਈਆਂ ਨਾ ਲੈ ਰਹੇ ਹੋਣ, 1 ਗੋਲੀ 2 ਗੋਲੀ 3 ਗੋਲੀ ਜ਼ਿਆਦਾ, ਉਸ ਤੋਂ ਇਲਾਵਾ ਜ਼ਿਆਦਾ ਗੋਲੀਆਂ ਨਾ ਖਾ ਰਹੇ ਹੋਣ। ਤੇ ਜਿਹੜੀ ਡਾਇਬੀਟੀਜ਼ ਹੈ ਉਹ 5 ਸਾਲ ਤੋਂ ਪੁਰਾਣੀ ਨਾ ਹੋਵੇ। ਜੇ 5 ਸਾਲ ਤੋਂ ਪੁਰਾਣੀ ਡਾਇਬੀਟੀਜ਼ ਨਹੀਂ ਹੈਗੀ, ਹੁਣੇ ਹੀ ਡਾਇਬੀਟੀਜ਼ 2 ਸਾਲ 3 ਸਾਲ 4 ਸਾਲ ਹੋਏ ਆ, ਤੇ ਏਜ ਜਿਹੜੀ ਹੈ 45 ਤੋਂ ਘੱਟ ਆ,
ਤੇ ਦਵਾਈਆਂ ਵੀ ਜ਼ਿਆਦਾ ਨਹੀਂ ਖਾ ਰਹੇ ਤੇ ਇੱਕ ਹੀ ਬਿਮਾਰੀ ਹੈ, ਤਾਂ ਉਹ ਬਿਨਾਂ ਕਿਸੇ ਦੀ ਗਾਈਡੈਂਸ ਤੋਂ ਵੀ ਇਹ ਫੋਲੋ ਕਰ ਸਕਦੇ ਆ ਤੇ ਉਹ ਪੱਕਾ ਠੀਕ ਹੋ ਜਾਣਗੇ। ਉਹ ਮੈਂ ਡਾਇਟ ਤੁਹਾਨੂੰ ਦੱਸਣ ਲੱਗਿਆ ਹਾਂ। ਪਰ ਜੇ ਤੁਹਾਡੀ ਉਮਰ 45 ਤੋਂ ਉੱਤੇ ਆ, ਤੁਹਾਨੂੰ 2-3 ਤਰ੍ਹਾਂ ਦੀ ਬਿਮਾਰੀ ਹੈ, ਡਾਇਬੀਟੀਜ਼, ਗੋਲੀਆਂ ਵੀ ਤੁਸੀਂ 2-3 ਤਰ੍ਹਾਂ ਦੀ ਖਾ ਰਹੇ ਹੋ, ਤੇ ਜਿਹੜੀ ਬਿਮਾਰੀ ਦਾ ਹੈ ਉਹ 10 ਸਾਲ ਪੁਰਾਣੀ, 15 ਸਾਲ, 20 ਸਾਲ ਪੁਰਾਣੀ ਹੈਗੀ, ਤਾਂ ਇਹ ਬੈਟਰ ਹੈ ਕਿ ਤੁਸੀਂ ਕਿਸੇ ਦੀ ਸੁਪਰਵਿਜ਼ਨ ਵਿੱਚ, ਗਾਈਡੈਂਸ ਦੇ ਅੰਦਰ ਹੀ ਇਹ ਕਰੋ, ਤਾਂ ਤੁਸੀਂ ਜ਼ਿਆਦਾ ਬੈਟਰ ਰਿਜ਼ਲਟ ਪਾਓਗੇ ਤੇ ਤੁਹਾਨੂੰ ਕੁਐਸਚਨਸ ਹੋਣਗੇ, ਉਹਦੇ ਜਵਾਬ ਵੀ ਤੁਹਾਨੂੰ ਮਿਲਣਗੇ। ਤਾਂ ਹੁਣ ਠੀਕ ਆਪਾਂ ਹੈ। ਗੱਲ ਕਰੀਏ ਕਿ ਕਿਸ ਤਰ੍ਹਾਂ ਆਪਾਂ ਆਪਣੀ ਜਿਹੜੀ ਡਾਇਬੀਟੀਜ਼ ਹੈ ਉਹਨੂੰ ਠੀਕ ਕਰ ਸਕਦੇ ਹਾਂ। ਉਹਦੇ ਵਾਸਤੇ ਕੀ ਰੂਟੀਨ ਸਾਨੂੰ ਅਪਣਾਉਣਾ ਪਊਗਾ। ਤਾਂ ਤੁਸੀਂ ਇਹ ਨੋਟ ਕਰ ਸਕਦੇ ਹੋ ਆਪਣੀ ਡਾਇਰੀ ਦੀ, ਜੋ ਵੀ ਤੁਹਾਡੇ ਕੋਲ ਹੈ ਉਹ ਤੇ ਨੋਟ ਕਰ ਸਕਦੇ ਹੋ। ਪਹਿਲਾਂ ਸਵੇਰੇ ਉੱਠਣਾ ਹੈ ਛੇਤੀ, ਅਰਾਊਂਡ ਅੱਛਾ 5 ਵਜੇ 6 ਵਜੇ ਉੱਠਣਾ ਹੈ ਆਪਾਂ। ਸਵੇਰੇ ਉੱਠ ਕੇ ਟਾਈਮ ਸਿਰ ਆਪਾਂ ਬਿਨਾ ਬ੍ਰਸ਼ ਕੀਤੇ, ਅਜੇ ਬ੍ਰਸ਼ ਨਹੀਂ ਕਰਨਾ, ਬਿਨਾ ਬ੍ਰਸ਼ ਕੀਤੇ ਹੀ 2 ਗਲਾਸ ਪਾਣੀ ਕੋਸਾ ਕੋਸਾ ਜਾਂ ਡਿਊਕ ਵਾਰਮ ਜਿਹਨੂੰ ਕਹਿੰਦੇ ਆ, ਜਾਂ ਨਾਰਮਲ ਟੈਂਪਰੇਚਰ ਤੇ ਸਿਪ ਕਰਕੇ ਆਰਾਮ ਨਾਲ ਪੀਣਾ ਆ। ਮਤਲਬ ਕਿ ਬਿਨਾ ਬ੍ਰਸ਼ ਕੀਤੇ, ਬ੍ਰਸ਼ ਕਰਨ ਨਾਲ ਕੀ ਹੁੰਦਾ, ਸਾਡੇ ਮੂੰਹ ਦਾ ਸਲਾਈਵਾ ਜਿਹੜਾ ਉਹ ਬਾਹਰ ਚਲੇ ਜਾਂਦਾ ਹੈ, ਉਹਨੂੰ ਬਿਨਾ ਬਿਨਾ ਬ੍ਰਸ਼ ਕੀਤੇ ਹੀ ਆਪਾਂ ਨੂੰ ਝੂਠੇ ਮੂੰਹੀ, ਬਾਸੀ ਮੂੰਹੀ ਪਾਣੀ ਪੀ ਲੈਣਾ 2 ਗਲਾਸ। ਫਿਰ ਅੱਛਾ ਇਸਨੂੰ ਇਹਦਾ ਕਰਨ ਤੋਂ ਬਾਅਦ 1.5 ਘੰਟਾ ਵੇਟ ਕਰਨਾ ਹੈ। 1.5 ਘੰਟੇ ਬਾਅਦ ਲਗਭਗ ਲਗਾ ਲਓ ਕਿ 7 ਵਜੇ 7:30 ਵਜੇ ਇੱਕ ਵੈਜੀਟੇਬਲ ਜੂਸ ਪੀਣਾ ਹੈ। ਵੈਜੀਟੇਬਲ ਜੂਸ ਵਿੱਚ ਕੀ ਹੋਊਗਾ, ਕੋਈ ਵੀ ਸਬਜ਼ੀ ਦਾ ਜੂਸ ਹੋ ਸਕਦਾ ਹੈ, ਫਰੈਸ਼ਲੀ ਸਕਵੀਜ਼, ਫਰੈਸ਼ਲੀ ਕਰਕੇ ਨਿਕਾਲਣਾ ਹੈ, ਆਪ ਮਾਰਕੀਟ ਦਾ ਕੋਈ ਨਹੀਂ ਲੈਣਾ। ਜਿਵੇਂ ਗਾਜਰ ਦਾ ਜੂਸ ਹੋ ਸਕਦਾ ਹੈ, ਪਾਲਕ ਦਾ ਜੂਸ ਹੋ ਸਕਦਾ ਹੈ, ਖੀਰੇ ਦਾ ਓਕੇ ਜੂਸ ਹੋ ਸਕਦਾ ਹੈ, ਟਮਾਟਰ ਦਾ ਜੂਸ ਹੋ ਸਕਦਾ ਹੈ, ਜਾਂ ਫਿਰ ਨਾਰੀਅਲ ਪਾਣੀ ਵੀ ਹੋ ਸਕਦਾ ਹੈ, ਜਾਂ ਫਿਰ ਸਫੇਦ ਪੇਠੇ ਦਾ ਜੂਸ ਹੋ ਸਕਦਾ ਹੈ, ਲੌਕੀ ਦਾ ਜੂਸ ਹੋ ਸਕਦਾ ਹੈ। तो इस तरह ਦੇ ਸਬਜ਼ੀਆਂ ਦਾ ਤੁਸੀਂ ਜੂਸ ਬਣਾ ਕੇ ਇੱਕ ਸਬਜ਼ੀ ਦਾ ਪੀ ਸਕਦੇ ਹੋ। ਠੀਕ ਹੈ। ਇਹਨੂੰ ਲੱਗੇਗਾ 1.5 ਘੰਟਾ ਲੱਗੇਗਾ ਅੰਦਰ ਸਫਾਈ ਕਰਨ ਵਿੱਚ। ਫਿਰ 1.5 ਘੰਟੇ ਬਾਅਦ ਲਗਭਗ 8:30-9 ਵਜੇ ਦੇ ਟਾਈਮ ਦੇ ਆਸ-ਪਾਸ, 9 ਵਜੇ ਤੋਂ ਲੈ ਕੇ 12 ਵਜੇ ਤੱਕ ਦੁਪਹਿਰ ਦੇ ਸਿਰਫ ਫਰੂਟਸ ਖਾਣੇ ਆ, ਸਿਰਫ ਫਰੂਟ। ਓਕੇ, ਅੱਛਾ ਜੀ, ਫਰੂਟਸ ਖਾ ਸਕਦੇ ਆ ਡਾਇਬੀਟੀਜ਼ ਦੇ ਵਿੱਚ। ਤੇ ਲੋਕਾਂ ਨੂੰ ਡਾਊਟ ਹੁੰਦਾ ਹੈ ਕਿ ਬਈ ਆਪਾਂ ਫਰੂਟ ਖਾਵਾਂਗੇ ਤੇ ਸਾਡੀ ਸ਼ੂਗਰ ਵੱਧ ਜਾਊਗੀ। ਪਰ ਸ਼ੂਗਰ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ ਗਲੂਕੋਜ਼, ਇੱਕ ਹੁੰਦੀ ਹੈ ਫਰੂਕਟੋਜ਼। ਜ਼ਿਆਦਾਤਰ ਫਰੂਟਸ ਵਿੱਚ ਕੀ ਹੁੰਦਾ ਹੈ, ਫਰੁਕਟੋਜ਼ ਜ਼ਿਆਦਾ ਹੁੰਦਾ ਹੈ। ਇਹ ਜਿਹੜਾ ਫਰੁਕਟੋਜ਼ ਹੈਗਾ, ਇਹ ਡਾਇਰੈਕਟਲੀ ਬਲੱਡ ਸਟ੍ਰੀਮ ਵਿੱਚ ਜਾਣ ਤੋਂ ਪਹਿਲਾਂ ਲਿਵਰ ਵਿੱਚ ਸਟੋਰ ਹੁੰਦਾ ਹੈ, ਲਿਵਰ ਦੇ ਥਰੂ ਵਰਕ ਕਰਦਾ ਹੈ ਤੇ ਸਿੱਧਾ ਸਾਡੇ ਬਲੱਡ ਦਾ ਸ਼ੂਗਰ ਨਹੀਂ ਵਧਾਉਂਦਾ। ਪਲੱਸ ਇਹ ਨੈਚੁਰਲ ਸ਼ੂਗਰ ਹੈਗੀ, ਜਿਹਦੇ ਵਿੱਚ ਡਰਾਈਵਰ ਹੈਗੇ, ਜਿਹੜੇ ਸਾਡੀ ਬੋਡੀ ਦੇ ਬਲੱਡ ਸਟ੍ਰੀਮ ਵਿੱਚ ਜਾ ਕੇ ਸਹੀ ਡਾਇਰੈਕਸ਼ਨ ਵਿੱਚ ਜਾਂਦੇ ਆ ਤੇ ਡੈਮੇਜ ਨਹੀਂ ਕਰਦੇ। ਸੋ ਤੁਸੀਂ ਫਲ ਖਾ ਸਕਦੇ ਹੋ, ਤੇ ਕੋਈ ਵੀ ਫਲ ਖਾ ਸਕਦੇ ਹੋ, ਅੰਬ ਵੀ ਖਾ ਸਕਦੇ ਹੋ, ਕੇਲੇ ਵੀ ਖਾ ਸਕਦੇ ਹੋ। ਤੇ 9 to 12, 9 ਵਜੇ ਤੋਂ ਲੈ ਕੇ 12 ਵਜੇ ਤੱਕ ਫਲ ਖਾਣੇ ਹੈ। 3-4 ਤਰ੍ਹਾਂ ਦੇ ਫਲ ਖਾ ਸਕਦੇ ਹੋ, ਜਿਵੇਂ ਕਿ ਅੰਬ ਖਾ ਲਿਆ, ਕੇਲੇ ਖਾ ਲਏ, ਸੰਤਰੇ ਖਾ ਲਏ, ਮੌਸਮੀ ਖਾ ਲਏ, ਜਾਂ ਫਿਰ ਸਟ੍ਰਾਬੇਰੀ ਖਾ ਲਈ, ਬਲੂਬੇਰੀ ਖਾ ਲਈ, ਜਾਂ ਹੋਰ ਜਿੰਨੇ ਵੀ ਫਲ ਹੁੰਦੇ, ਕੋਈ ਵੀ ਫਲ ਖਾ ਸਕਦੇ ਹੋ ਆਪਣੀ ਪਸੰਦ ਦਾ। ਤੇ ਕਿੰਨਾ ਅੱਛਾ ਖਾਣਾ ਹੈ, ਦੇਖੋ ਇਹਦੀ ਕਿੰਨਾ ਖਾਣਾ ਉਹਦੀ ਕੋਈ ਲਿਮਿਟ ਨਹੀਂ ਹੈ, ਜਿੰਨਾ ਚਾਹੇ ਖਾ ਸਕਦੇ ਹੋ, 1 ਕਿਲੋ, 1.5 ਕਿਲੋ, 2 ਕਿਲੋ। ਲੇਕਿਨ ਘੱਟੋ ਘੱਟ ਕਿੰਨਾ ਖਾਣਾ ਹੈ ਉਹਦਾ ਇੱਕ ਲਿਮਿਟ ਹੈਗਾ, ਕਿ ਠੀਕ ਮਤਲਬ ਹੈ। ਕਿ ਜੇ ਤੁਹਾਡਾ ਬੋਡੀ weight 60 ਕਿਲੋ ਹੈਗਾ, 60 ਕਿਲੋ ਹੈਗਾ ਤੇ 60 into 10, 60 ਨੂੰ 10 ਨਾਲ ਗੁਣਾ ਕਰੋਗੇ ਤੇ ਆ ਜਾਏਗਾ 600। 600 ਗ੍ਰਾਮ ਫਰੂਟ ਖਾਣਾ ਹੀ ਖਾਣਾ ਹੈ, ਘੱਟ ਤੋਂ ਘੱਟ। ਜ਼ਿਆਦਾ ਜਿੰਨਾ ਮਰਜ਼ੀ ਖਾ ਸਕਦੇ ਹੋ। ਠੀਕ ਹੈ, ਠੀਕ ਹੈ ਠੀਕ ਹੈ, ਜੀ। ਇਹ ਤਾਂ ਹੋ ਗਿਆ ਸਵੇਰ ਦਾ ਬ੍ਰੇਕਫਾਸਟ। ਹੁਣ ਲੰਚ ਕਰਨਾ ਹੈ। ਲੰਚ ਕਿਵੇਂ ਕਰਨਾ ਹੈ, 2 ਪਲੇਟਾਂ ਵਿੱਚ। ਹਮੇਸ਼ਾ ਆਪਣਾ ਲੰਚ ਜਿਹੜਾ ਹੈ, ਡਿਨਰ ਜਿਹੜਾ ਹੈ, 2 ਪਲੇਟਾਂ ਵਿੱਚ ਕਰਨਾ ਹੈ। ਇੱਕ ਠੀਕ ਪਲੇਟ ਹੈ। ਵਿੱਚ ਹੋਏਗਾ ਸਲਾਦ, ਇੱਕ ਪਲੇਟ ਹੋਏਗਾ ਰੋਟੀ ਸਬਜ਼ੀ। ਜਿਵੇਂ ਕਿ ਅੱਛਾ ਸਲਾਦ ਵਿੱਚ ਕੀ ਹੋ ਗਿਆ, ਰॉ ਵੈਜੀਟੇਬਲਸ, ਜਿਵੇਂ ਕਿ ਖੀਰਾ, ਟਮਾਟਰ, ਮੂਲੀ, ਚੁਕੰਦਰ, ਪਿਆਜ਼, ਇਸ ਤਰ੍ਹਾਂ ਦਾ ਜਿਹੜਾ ਮਟਰ, ਇਹ ਜਿਹੜੇ ਹੈਗੇ ਰॉ ਵੈਜੀਟੇਬਲਸ ਹੋਣੇ ਚਾਹੀਦੇ ਆ, ਕੱਚੇ। ਇਹ ਜਿਹੜੇ ਅੱਛਾ ਕੱਚੇ ਹੈ, ਇਹਨਾਂ ਦੀ ਮਾਤਰਾ ਕਿੰਨੀ ਹੋਏਗੀ, ਸਾਡੀ ਜਿਹੜਾ ਬੋਡੀ weight ਹੈਗਾ ਉਹਨੂੰ ਮਲਟੀਪਲਾਈਡ ਬਾय 5, ਯਾਨੀ ਕਿ ਜਿਵੇਂ ਸਾਡਾ ਬੋਡੀ weight ਹੈਗਾ 60 ਕਿਲੋ, 60 into 5 ਕਰੋਗੇ ਤਾਂ ਆ ਜਾਏਗਾ 300। 300 ਗ੍ਰਾਮ ਘੱਟ ਤੋਂ ਘੱਟ ਸਲਾਦ ਹੋਣਾ ਚਾਹੀਦਾ ਇੱਕ ਪਲੇਟ ਵਿੱਚ। ਜ਼ਿਆਦਾ ਵੀ ਹੋ ਸਕਦਾ ਹੈ, ਜ਼ਿਆਦਾ ਖਾਓਗੇ ਜ਼ਿਆਦਾ ਵਧੀਆ ਹੈ, ਲੇਕਿਨ ਘੱਟੋ ਘੱਟ 300 ਗ੍ਰਾਮ ਜ਼ਰੂਰ ਖਾਣਾ ਹੈ। ਹੁਣ ਜਿਵੇਂ ਤੁਸੀਂ ਪਹਿਲੀ ਪਲੇਟ ਸੀਗੀ ਉਹਦੇ ਵਿੱਚ ਸਲਾਦ ਸੀਗਾ, ਉਹ ਪਲੇਟ ਖਾ ਲਓ ਪਹਿਲੇ ਚੰਗੀ ਤਰ੍ਹਾਂ ਟਾਈਮ ਲਗਾ ਕੇ ਆਪਣਾ। ਹੁਣ ਅੱਛਾ ਖਾ ਲਈ ਉਹ ਪਲੇਟ, ਹੁਣ ਦੂਜੀ ਪਲੇਟ ਖਾ ਸਕਦੇ ਹੋ। ਦੂਜੀ ਪਲੇਟ ਵਿੱਚ ਤੁਸੀਂ ਖਾ ਸਕਦੇ ਹੋ ਰੋਟੀ ਸਬਜ਼ੀ, ਦਾਲ ਚਾਵਲ, ਜੋ ਵੀ ਤੁਸੀਂ ਵੈਜੀਟੇਰੀਅਨ ਫੂਡ ਬਣਾਉਂਦੇ ਹੋ ਘਰੇ, ਘੱਟ ਮਸਾਲੇ ਦੇ, ਘੱਟ ਤੇਲ ਪਾ ਕੇ ਤੜਕਾ ਲਗਾ ਸਕਦੇ ਹੋ, ਸਾਰੀ ਚੀਜ਼ਾਂ ਕਰ ਸਕਦੇ ਹੋ, ਪਰ ਥੋੜਾ ਘੱਟ ਕਰਨਾ ਤਾਂ ਵਧੀਆ ਹੋਊਗਾ। ਤੇ ਇਸ ਤਰ੍ਹਾਂ ਤੁਸੀਂ ਖਾ ਸਕਦੇ ਹੋ। ਪਹਿਲਾਂ ਪਲੇਟ 1 ਜਿਹਦੇ ਵਿੱਚ ਸਲਾਦ ਹੈ, ਫਿਰ ਪਲੇਟ 2 ਜਿਹਦੇ ਵਿੱਚ ਰੋਟੀ ਸਬਜ਼ੀ ਹੈ, ਇਸ ਤਰ੍ਹਾਂ ਖਾ ਸਕਦੇ ਹੋ। ਹੁਣ ਧਿਆਨ ਰੱਖੋ, ਖਾਣਾ ਖਾਣ ਦੇ ਨਾਲ ਪਾਣੀ ਕਦੇ ਨਹੀਂ ਪੀਣਾ, ਤੇ ਖਾਣਾ ਖਾਣ ਅੱਛਾ ਤੋਂ ਬਾਅਦ ਵੀ ਪਾਣੀ ਨਹੀਂ ਪੀਣਾ। ਖਾਣਾ ਖਾਣ ਤੋਂ 1 ਘੰਟੇ ਬਾਅਦ ਹੀ ਪਾਣੀ ਪੀਣਾ ਹੈ, ਤੇ ਉਹ ਵੀ ਬੈਠ ਕੇ ਸਿਪ ਸਿਪ ਕਰਕੇ ਆਰਾਮ ਨਾਲ ਪੀਓ। 1-2 ਗਲਾਸ, 3 ਗਲਾਸ, ਜਿੰਨੀ ਪਿਆਸ ਲੱਗਦੀ ਹੈ ਉਹਨਾਂ ਪੀ ਸਕਦੇ, ਲੇਕਿਨ ਖਾਣੇ ਦੇ ਨਾਲ ਨਹੀਂ ਪਾਣੀ ਪੀਣਾ। तो इससे तक हो ਓਕੇ गया दोपहर ਦਾ ਰੂਟੀਨ ਸਾਡਾ। ਜੀ ਬਿਲਕੁਲ ਠੀਕ ਹੈ, ਤੇ ਜੀ ਉਸ ਤੋਂ ਬਾਅਦ ਆਉਂਦਾ ਈਵਨਿੰਗ ਸਨੈਕਸ। ਈਵਨਿੰਗ ਵਿੱਚ ਮਾੜੀ ਮੋਟੀ ਭੁੱਖ ਲੱਗਦੀ ਹੈ, ਛੋਟੀ ਛੋਟੀ ਭੁੱਖ ਲੱਗਦੀ ਹੈ, ਤੇ ਉਹਦੇ ਵਿੱਚ ਤੁਸੀਂ ਭਿਗੋਏ ਹੋਏ ਨਟਸ ਖਾ ਸਕਦੇ ਹੋ, ਬਦਾਮ, ਡਰਾਈ ਫਰੂਟ, ਜਿਹੜੇ ਅਖਰੋਟ, ਕਿਸ਼ਮਿਸ਼, ਕਾਜੂ, ਇਹ ਸਭ ਖਾ ਸਕਦੇ ਹੋ। ਜਾਂ ਫਿਰ ਓਕੇ ਸਪਰਾउट्स ਖਾ ਸਕਦੇ ਹੋ, ਮੇਥੀ ਦੇ ਸਪਰਾउट्स ਖਾ ਸਕਦੇ ਹੋ, ਪਾਲਕ ਆਪਣੇ मूंग ਦੀ ਦਾਲ ਦੇ ਸਪਰਾउट्स ਖਾ ਸਕਦੇ ਹੋ, ਇਸ ਤਰ੍ਹਾਂ ਅੰकुरित ਦਾਲ ਖਾ ਸਕਦੇ ਹੋ। ਜਾਂ ਫਿਰ ਠੀਕ ਅਗਰ ਹੈ ਫਲ ਖਾਣ ਦਾ ਜੀ ਕਰੇ ਤਾਂ ਕੋਈ ਵੀ ਫਲ ਖਾ ਸਕਦੇ ਹੋ, ਜਾਂ ਨਾਰੀਅਲ ਪਾਣੀ ਪੀਣ ਦਾ ਜੀ ਕਰੇ ਨਾਰੀਅਲ ਪਾਣੀ ਪੀ ਸਕਦੇ ਹੋ, ਜਾਂ ਫਿਰ ਉਹ ਸਾਤविक ਹਰਬਲ ਟੀ ਪੀਣ ਦਾ ਜੀ ਕਰੇ
ਤੇ ਉਹ ਪੀ ਸਕਦੇ ਹੋ। ਤੁਲਸੀ, ਪੁਦੀਨਾ ਤੇ ਇਹ ਸਾਰੀ ਦਾਲਚੀਨੀ, ਅਦਰਕ ਪਾ ਕੇ ਬਣਦੀ ਹੈ। ਉਹਦੀ ਰੈਸਿਪੀ ਮੈਂ ਤੁਹਾਨੂੰ ਭੇਜ ਦਾਂਗਾ, ਮੇਰੀ ਵੈਬਸਾਈਟ ਤੇ ਵੀ ਮਿਲ ਜਾਊਗੀ। ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਫਿਰ ਉਸ ਤੋਂ ਬਾਅਦ ਹੁਣ ਆਉਂਦਾ ਡਿਨਰ। ਡਿਨਰ ਵਿੱਚ ਵੀ ਉਦਾਂ ਹੀ ਕਰਨਾ ਜਿੱਦਾਂ ਆਪਾਂ ਲੰਚ ਵਿੱਚ ਕੀਤਾ ਸੀਗਾ। ਪਹਿਲਾਂ ਇੱਕ ਪਲੇਟ ਸਲਾਦ ਖਾਣਾ ਹੈ, ਫਿਰ ਉਸ ਤੋਂ ਬਾਅਦ ਇੱਕ ਪਲੇਟ ਰੋਟੀ ਸਬਜ਼ੀ ਖਾਣੀ। ਠੀਕ ਹੈ, ਠੀਕ ਹੈ। ਉਨੀ ਹੀ ਕੁਆਂਟੀਟੀ ਹੋਣੀ ਚਾਹੀਦੀ ਹੈ, ਘੱਟੋ ਘੱਟ 300 ਅੱਛਾ, ਗ੍ਰਾਮ 300 ਸਲਾਦ ਦਾ। ਗ੍ਰਾਮ ਰਾਤ ਨੂੰ ਵੀ ਜਿਹੜਾ ਸਲਾਦ ਹਾਂ, ਖਾਣਾ। 300 ਗ੍ਰਾਮ ਉਹਨਾਂ ਦੇ ਵਾਸਤੇ ਹੈਗਾ ਜਿਨ੍ਹਾਂ ਦਾ weight 60 ਕਿਲੋ ਹੈਗਾ। ਜੇ ਤੁਹਾਡਾ weight 80 ਕਿਲੋ ਹੈਗਾ ਤੇ ਘੱਟੋ ਘੱਟ 400 ਗ੍ਰਾਮ ਸਲਾਦ ਖਾਣਾ ਹੈ, ਤੇ ਸਵੇਰੇ ਫਲ ਘੱਟੋ ਘੱਟ 800 ਗ੍ਰਾਮ ਖਾਣੇ। ਤੋ ਇਹ ਹੈਗਾ ਬੇਸਿਕ ਰੂਲ। ਹੁਣ ਜਿੱਦਾਂ ਮੈਂ ਕੀ ਕਰਦਾ, ਮੈਂ ਸਵੇਰੇ ਉੱਠ ਕੇ ਜੂਸ ਪੀਂਦਾ ਆ, ਉਸ ਤੋਂ ਬਾਅਦ ਮੈਂ ਫਿਰ 1-1.5 ਕਿਲੋ ਫਰੂਟ ਖਾਂਦਾ ਆ, ਉਸ ਤੋਂ ਬਾਅਦ ਮੈਂ ਫਿਰ ਪੂਰਾ ਸੈਲਡ ਖਾਂਦਾ ਭਰ ਕੇ, ਫਿਰ ਰੋਟੀ ਸਬਜ਼ੀ ਖਾਂਦਾ, ਫਿਰ ਸ਼ਾਮ ਨੂੰ ਜੂਸ ਪੀਂਦਾ ਆ, ਫਿਰ ਰਾਤ ਨੂੰ ਸੈਲਡ ਖਾ ਕੇ ਰੋਟੀ ਸਬਜ਼ੀ ਖਾ ਲੈਂਦਾ। ਸੋ ਇਸ ਤਰ੍ਹਾਂ ਦੀ ਜੇ ਆਪਾਂ ਡਾਈਟ ਫੋਲੋ ਕਰੀਏ ਤੇ ਜਿਹੜਾ ਬੰਦਾ ਬਿਮਾਰ ਹੈ ਉਹ ਬਿਮਾਰ ਰਹਿ ਨਹੀਂ ਸਕਦਾ, ਤੇ ਜਿਹੜਾ ਸਵਸਥ ਹੈਗਾ ਉਹ ਬਿਮਾਰ ਹੋ ਨਹੀਂ ਸਕਦਾ। ਤੋ ਇਹ ਹੈ ਇਸ ਡਾਈਟ ਦੀ ਖਾਸੀਅਤ। ਸੋ ਇਹ ਜਿਹੜੀ ਡਾਈਟ ਦੇ ਨਾਲ ਮੈਨੂੰ ਤਾਂ ਨਹੀਂ ਲੱਗਦਾ ਵੀ ਸ਼ੂਗਰ ਕੀ ਹੋਰ ਵੀ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨੇੜੇ ਨਹੀਂ ਆ ਸਕਦੀਆਂ। ਜੀ ਬਿਲਕੁਲ, ਇਸ ਡਾਈਟ ਦੀ ਖਾਸੀਅਤ ਇਹ ਹੈਗੀ ਕਿ ਤੁਹਾਨੂੰ ਸਾਈਡ ਇਫੈਕਟ ਹੋਏਗਾ। ਸਾਈਡ ਇਫੈਕਟ ਕੀ ਹੋਏਗਾ ਕਿ ਜੇ ਤੁਹਾਨੂੰ ਦਿਲ ਦੀ ਬਿਮਾਰੀ ਹੈਗੀ ਉਹ ਵੀ ਇੰਪਰੂਵ ਹੋਣ ਲੱਗ ਪਏਗੀ, ਤੁਹਾਨੂੰ ਹੋਰ ਕੋਈ ਪ੍ਰੋਬਲਮ ਐਨਰਜੀ ਲੋ ਹੈਗੀ ਉਹ ਵੀ ਇੰਪਰੂਵ ਹੋਣ ਲੱਗ ਪਏਗੀ। ਸੋ ਇਹ ਸਾਈਡ ਬੈਨੀਫਿਟਸ ਹੋਣਗੇ। ਦਵਾਈਆਂ ਦੇ ਸਾਈਡ ਇਫੈਕਟਸ ਹੁੰਦੇ ਨੇ, ਇਹ ਡਾਈਟ ਸਾਈਡ ਬੈਨੀਫਿਟਸ ਹੋਣਗੇ। ਹੋਰ ਵੀ ਛੋਟੀ ਮੋਟੀ ਜਿਹੜੀ ਆਸ-ਪਾਸ ਚੀਜ਼ਾਂ ਹੈਗੀਆਂ ਉਹ ਵੀ ਠੀਕ ਹੋ ਜਾਣਗੀਆਂ। ਲੇਕਿਨ ਇੱਥੇ ਕੁਝ ਪਰਹੇਜ਼ ਹੈਗੇ। ਪਰਹੇਜ਼ ਕੀ ਹੈਗੇ ਕਿ ਬਾਹਰ ਦਾ ਕੋਈ ਪੈਕਡ ਆਈਟਮ ਨਹੀਂ ਖਾਣੀ, ਜਿਵੇਂ ਕਿ ਬਿਸਕਿਟ, ਚਿਪਸ, ਨਮਕੀਨ, ਕੁਰਕੁਰੇ, ਪੈਟੀਜ਼, ਨੂਡਲਸ, ਤੇ ਕੋਈ ਵੀ ਰਿਫਾਈਨਡ ਚੀਜ਼ ਨਹੀਂ ਖਾਣੀ, ਜਿਵੇਂ ਕਿ ਸਮੋਸਾ ਹੋ ਗਿਆ, 버ਗਰ ਹੋ ਗਿਆ, ਇਹ ਸਾਰੀ ਚੀਜ਼ਾਂ ਹੋ ਗਈਆਂ। ਕਿਉਂ ਨਹੀਂ ਖਾਣੀ? ਕਿਉਂਕਿ ਜਿਨ੍ਹਾਂ ਚੀਜ਼ਾਂ ਕਰਕੇ ਬਿਮਾਰੀ ਆਈ ਸੀਗੀ, ਜੇ ਤੁਸੀਂ ਉਹ ਖਾਈ ਜਾਓਗੇ ਤਾਂ ਠੀਕ ਕਿਵੇਂ ਹੋਵੋਗੇ? ਤੇ ਉਹਨੂੰ ਛੱਡਣਾ ਪਊਗਾ ਤੇ ਗॉड ਮੇਡ ਫੂਡ ਨੂੰ ਖਾਣਾ ਪਊਗਾ। ਫਿਰ ਇਸ ਤੋਂ ਬਾਅਦ ਇੱਕ ਖਾਸ ਗੱਲ ਧਿਆਨ ਰੱਖਣ ਵਾਲੀ ਹੈ, ਕੋਈ ਵੀ ਐਨੀਮਲ ਫੂਡ ਜਾਂ ਡੇਅਰੀ ਪ੍ਰੋਡਕਟ ਨਹੀਂ ਲੈਣਾ। ਐਨੀਮਲ ਫੂਡ ਹੋ ਗਿਆ ਜਿਹੜਾ ਐਨੀਮਲ ਜਾਨਵਰਾਂ ਵਿੱਚੋਂ ਆਉਂਦਾ ਹੋਵੇ, ਜਿਵੇਂ ਮੀਟ, ਮੱਛਲੀ, ਅੰਡਾ, ਇੱਥੇ ਤੱਕ ਕਿ ਦੁੱਧ, ਘਿਓ, ਪਨੀਰ, ਇਹ ਸਭ ਵੀ ਨਹੀਂ ਖਾਣਾ। ਜਦ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ ਤਦ ਤੱਕ ਤਾਂ ਨਾ ਹੀ ਖਾਓ ਤਾਂ ਬਿਹਤਰ ਹੈਗਾ, ਕਿਉਂਕਿ ਇਹ ਤੁਹਾਡੀ ਬੋਡੀ ਦੀ ਹੀਲਿੰਗ ਨੂੰ ਸਟਾਪ ਕਰਦਾ ਹੈ, ਘਟਾਉਂਦਾ ਆ। ਜਾਂ ਤਾਂ ਤੁਹਾਡਾ ਏਦਾਂ ਹੋਵੇ ਨਾ ਕਿ ਬਿਲਕੁਲ ਪਿਓਰ ਦੁੱਧ ਆ ਰਿਹਾ ਹੋਵੇ ਤੇ ਉਹ ਵੀ ਦੇਸੀ ਗਾਂ ਦਾ ਹੋਵੇ, ਤਾਂ ਉਹ ਫਾਇਦੇਮੰਦ ਹੋ ਸਕਦਾ ਹੈ। ਉਹ ਵੀ ਤਾਂ ਜੇ ਤੁਹਾਨੂੰ ਕ੍ਰੋਨਿਕ ਡਿਜ਼ੀਜ਼ ਨਾ ਹੋਵੇ ਤੇ ਤੁਸੀਂ ਬਹੁਤ ਮਿਹਨਤ ਕਰਦੇ ਹੋ ਤਾਂ ਉਹ ਵਧੀਆ ਹੈ। ਪਰ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਦੁੱਧ ਦਾ ਹਿਸਾਬ ਕਿਤਾਬ ਕੀ ਹੈਗਾ, ਮਿਲਾਵਟੀ ਹੈਗਾ, ਪਲੱਸ ਹਾਈਬ੍ਰਿਡ ਕਾਊਸ ਦਾ ਹੁੰਦਾ, ਪਲੱਸ ਹੋਮੋਜਨਾਈਜ਼ਡ, ਪੈਸਚਰਾਈਜ਼ਡ, 100 ਤਰ੍ਹਾਂ ਦੀ ਪ੍ਰੋਬਲਮ ਉਹਦੇ ਨਾਲ ਹੈਗੀ। ਉਹਨੂੰ ਅਵੋਇਡ ਕਰੋਗੇ ਤਾਂ ਛੇਤੀ ਠੀਕ ਹੋਗੇ। ਅਸੀਂ ਆਪਣੀ ਐਕਸਪੀਰੀਅੰਸ ਵਿੱਚ ਵੇਖਿਆ, ਤੇ ਡਾਕਟਰ ਟਿਮ ਕੋਲਿਨ ਕੈਂਪਬੈਲ ਨੇ ਵੀ ਆਪਣੀ ਨਿਊਟ੍ਰੀਸ਼ਨ ਦੀ ਸਟੱਡੀ, ਦਾ ਚਾਈਨਾ ਸਟੱਡੀ ਵਿੱਚ ਲਿਖਿਆ ਹੋਇਆ ਹੈ ਕਿ ਐਨੀਮਲ ਪ੍ਰੋਟੀਨ ਜਿਹੜਾ ਹੈਗਾ ਉਹ ਡਿਜ਼ੀਜ਼ ਰਿਵਰਸਲ ਨੂੰ ਹਿੰਡਰ ਕਰਦਾ ਹੈ। ਇਸ ਤੋਂ ਇਲਾਵਾ ਜਿਹੜਾ ਤੁਸੀਂ ਹੈ ਕਿ ਖਾਣੇ ਨੂੰ ਹਮੇਸ਼ਾ ਇਸ ਤਰ੍ਹਾਂ ਚਬਾਓ ਕਿ ਉਹ ਮੂੰਹ ਵਿੱਚ ਹੀ ਪਾਣੀ ਬਣ ਜਾਏ। ਇਹਨਾਂ ਖਾਣਾ ਚਬਾਓ ਕਿ ਅੰਦਰ ਹੀ ਪਾਣੀ ਬਣ ਜਾਏ ਮੂੰਹ ਵਿੱਚ, ਤੇ ਅੰਦਰ ਪਾਣੀ ਵਾਂਗ ਜਾਵੇ, ਤਾਂ ਕਿ ਉਹ ਬੋਡੀ ਨੂੰ ਅੰਦਰੋਂ ਮਿਹਨਤ ਘੱਟ ਕਰਨੀ ਪਵੇ। ਇਸ ਤੋਂ ਇਲਾਵਾ ਘੱਟੋ ਘੱਟ ਦਿਨ ਵਿੱਚ 40 ਮਿੰਟ ਤੋਂ ਲੈ ਕੇ 1 ਘੰਟਾ ਧੁੱਪ ਵਿੱਚ ਜ਼ਰੂਰ ਜਾਓ। ਧੁੱਪ ਵਿੱਚ ਜਾਣਾ ਬਹੁਤ ਜ਼ਰੂਰੀ ਹੈਗਾ। ਧੁੱਪ ਵੀ ਨੈਚੁਰਲੀ ਸਾਡੀ ਬੋਡੀ ਨੂੰ ਠੀਕ ਕਰਦੀ ਹੈ। ਇਸ ਤੋਂ ਇਲਾਵਾ ਘੱਟੋ ਘੱਟ 15-20 ਮਿੰਟ, ਅੱਧਾ ਘੰਟਾ ਦਿਨ ਵਿੱਚ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰੋ ਕਿ ਤੁਹਾਡੀ ਜਿਹੜੀ ਸਾਹ ਹੈ ਉਹ ਸਾਹ ਦਾ ਰੇਟ ਵਧੇ, ਜਿਵੇਂ ਕਿ ਅਨੁਲੋਮ ਵਿਲੋਮ ਪ੍ਰਾਣਾਯਾਮ ਹੋ ਗਿਆ, ਕਪਾਲਭਾਤੀ ਹੋ ਗਿਆ, ਭਸਤ੍ਰਿਕਾ ਹੋ ਗਿਆ, ਜਾਂ ਫਿਰ ਜੋਗਿੰਗ ਹੋ ਗਈ, ਸਾਈਕਲਿੰਗ ਹੋ ਗਈ, ਸਕਿਪਿੰਗ ਹੋ ਗਈ, ਜਾਂ ਫੁੱਟਬਾਲ ਖੇਡਣਾ ਹੋ ਗਿਆ, ਜਾਂ ਬੈਡਮਿੰਟਨ ਖੇਡਣਾ ਹੋ ਗਿਆ। ਇਸ ਤਰ੍ਹਾਂ ਦੇ ਸਪੋਰਟਸ ਕਰੋ। ਹਾਂ, ਲੇਕਿਨ ਜਿਹੜੇ ਬਜ਼ੁਰਗ ਨੇ 40 ਸਾਲ ਜਿਨ੍ਹਾਂ ਦੇ ਗੋਡਿਆਂ ਵਿੱਚ ਥੋੜੀ ਤਕਲੀਫ ਹੈਗੀ, ਉਹ ਤੁਸੀਂ ਰਿਸਕ ਨਾ ਲਿਓ ਆਪਣੇ ਏਦਾਂ ਕਰਕੇ। ਜਿੰਨਾ ਹੁੰਦਾ ਹੈ ਉਨਾ ਹੀ ਕਰਨਾ, ਆਪਣੇ ਆਪ ਨੂੰ ਹਰਟ ਨਹੀਂ ਕਰਨਾ। ਤੇ ਇਸ ਤੋਂ ਇਲਾਵਾ ਜਿਹੜੇ ਪਾਣੀ ਦੇ ਰੂਲ ਦੱਸੇ ਸੀਗੇ, ਠੰਡਾ ਪਾਣੀ ਨਹੀਂ ਪੀਣਾ, ਪਾਣੀ ਨੂੰ ਗਟਾਕ ਨਹੀਂ ਪੀਣਾ, ਆਰਾਮ ਨਾਲ ਸਿਪ ਕਰਕੇ ਪੀਣਾ ਹੈ, ਤੇ ਖਾਣਾ ਖਾਣ ਤੋਂ 1 ਘੰਟੇ ਬਾਅਦ ਪੀਣਾ ਹੈ, ਤੇ ਖਾਣੇ ਦੇ ਨਾਲ ਪਾਣੀ ਨਹੀਂ ਪੀਣਾ। ਸੋ ਇਹ ਜਿਹੜੀ ਬੇਸਿਕ ਗਾਈਡਲਾਈਨਸ ਨੇ, ਜੇ ਇਹਨੂੰ ਪ੍ਰੋਪਰ ਫੋਲੋ ਕਰੋਗੇ ਤੇ ਕੁਝ ਹੀ ਹਫ਼ਤਿਆਂ ਵਿੱਚ ਤੁਹਾਡੀ ਜਿਹੜੀ ਸ਼ੂਗਰ ਹੈ ਕੰਟਰੋਲ ਹੋਣੀ ਸ਼ੁਰੂ ਹੋ ਜਾਏਗੀ। 3 ਮਹੀਨਿਆਂ ਦੇ ਅੰਦਰ ਪੂਰੀ ਤਰ੍ਹਾਂ ਠੀਕ ਹੋ ਜਾਏਗੀ। ਕੀ ਬਾਤ ਹੈ। 3 ਮਹੀਨਿਆਂ ਦੇ ਵਿੱਚ ਮਤਲਬ ਕਿ ਸ਼ੂਗਰ ਠੀਕ ਹੋ ਸਕਦੀ ਹੈ ਜੇ ਇਹ ਆਪਾਂ ਡਾਈਟ ਜਿਹੜਾ ਪਲਾਨ ਹੈ ਇਹਨੂੰ ਲੈ ਕੇ ਚੱਲਦੇ। ਜੀ ਬਿਲਕੁਲ ਬਿਲਕੁਲ। ਤੇ ਇੱਥੇ ਇੱਕ ਕੁਐਸਚਨ ਜਿਹੜਾ ਆਉਂਦਾ ਹੈ ਕਿ ਮੈਂ ਦਵਾਈ ਵੀ ਨਾਲ ਲਵਾਂ ਕਿ ਨਾ ਲਵਾਂ, ਇੱਥੇ ਇਹ ਬੜਾ ਵੱਡਾ ਸਵਾਲ ਹੈਗਾ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜੇ ਬਿਨਾਂ ਦਵਾਈਆਂ ਤੋਂ ਤੁਹਾਡਾ ਸ਼ੂਗਰ 250 ਤੋਂ ਥੱਲੇ ਹੈਗਾ ਤਾਂ ਤੁਸੀਂ ਡਾਇਬੀਟੀਜ਼ ਦੇ ਪੇਸ਼ੈਂਟ ਹੀ ਨਹੀਂ ਹੈਗੇ। ਫਿਰ ਤਾਂ ਤੁਹਾਨੂੰ ਲੋੜ ਹੈ ਹੀ ਨਹੀਂ ਡਾਇਬੀਟੀਜ਼ ਦੀ ਗੋਲੀਆਂ ਲੈਣ ਦੀ। ਪਰ ਹਾਂ, ਤੁਸੀਂ ਇਹ ਵਾਲੀ ਡਾਈਟ ਲਓਗੇ ਤੇ ਤੁਹਾਡੀ ਜਿਹੜੀ ਹੈਲਥ ਹੈ ਉਹ ਇੰਪਰੂਵ ਜ਼ਰੂਰ ਹੋਵੇਗੀ। ਜੀ। ਲੇਕਿਨ ਦਵਾਈ ਲੈਣ ਤੋਂ ਬਾਅਦ ਵੀ ਤੁਹਾਡਾ ਅਗਰ ਸ਼ੂਗਰ 250 ਦੇ ਉੱਤੇ ਹੈਗਾ ਤੇ ਹੁਣ ਕੀ ਕਰਨਾ ਹੈ, ਤੁਸੀਂ ਦਵਾਈਆਂ ਨਹੀਂ ਸਟਾਪ ਕਰਨੀ, ਆਪਣੀ ਡਾਈਟ ਚਾਲੂ ਕਰ ਦੇਣੀ ਹੈ। ਡਾਈਟ ਚਾਲੂ ਕਰੋਗੇ, 2-3 ਦਿਨ ਬਾਅਦ ਤੁਸੀਂ ਦੇਖਣਾ ਸ਼ੁਰੂ ਕਰੋਗੇ ਕਿ ਤੁਹਾਡੀ ਸ਼ੂਗਰ ਘਟਣੀ ਸ਼ੁਰੂ ਹੋ ਗਈ ਹੈ। ਜਿਵੇਂ ਮੰਨ ਲਓ ਤੁਹਾਡੀ ਫੋਰ ਐਗਜ਼ਾਮਪਲ 280 ਸ਼ੂਗਰ ਆ ਰਹੀ ਸੀ ਡੇਲੀ ਖਾਣਾ ਖਾਣ ਤੋਂ ਬਾਅਦ, ਦਵਾਈਆਂ ਦੇ ਨਾਲ ਵੀ 2 ਡੋਲੀ ਤੁਸੀਂ ਰੋਜ਼ ਖਾਂਦੇ ਸੀ ਗੋਲੀਆਂ। ਹੁਣ ਤੁਸੀਂ ਦੇਖਿਆ 1 ਹਫ਼ਤਾ ਡਾਈਟ ਫੋਲੋ ਕਰਨ ਤੋਂ ਬਾਅਦ ਤੁਹਾਡੀ ਸ਼ੂਗਰ ਜਿਹੜੀ ਹੈ ਉਹ 280 ਦੀ ਜਗ੍ਹਾ ਆਉਣ ਲੱਗ ਪਈ ਹੈ 180। ਤੇ ਤੁਸੀਂ ਦੇਖਿਆ ਕਿ ਬਈ 180 ਤੋਂ ਥੱਲੇ ਹੋ ਗਈ, ਯਾਨੀ ਕਿ 250 ਤੋਂ ਥੱਲੇ ਹੋ ਚੁੱਕੀ ਹੈ। ਦੈਟ ਮੀਨਸ ਕਿ ਤੁਸੀਂ ਸੇਫ ਰੇਂਜ ਵਿੱਚ ਆਉਣ ਲੱਗ ਪਏ ਹੋ। ਲੇਕਿਨ ਜਿਹੜੀ ਇਹ ਸੇਫ ਰੇਂਜ ਵਿੱਚ ਆਉਣਾ ਹੈਗਾ, ਇਹ ਦਵਾਈ ਦੇ ਸਹਾਰੇ, ਦਵਾਈ ਤੇ ਡਾਈਟ ਦੋਨੋਂ ਦੇ ਸਹਾਰੇ ਹੈਗਾ। ਹੁਣ ਤੁਸੀਂ ਕੀ ਕਰਨਾ ਹੈ, ਹਿਟ ਐਂਡ ਟ੍ਰਾਇਲ ਮੈਥਡ ਚੱਲੇਗੀ ਇੱਥੇ। ਜਾਂ ਤਾਂ ਕਿਉਂਕਿ ਅਸੀਂ ਕੀ ਹੈ, ਅਸੀਂ ਕਿਸੇ ਨੂੰ ਦਵਾਈ ਰੋਕਣ ਵਾਸਤੇ ਕਹਿ ਨਹੀਂ ਸਕਦੇ, ਕਿਉਂਕਿ ਇਹ ਦਵਾਈਆਂ ਦਾ ਕੰਮ ਸਾਡਾ ਨਹੀਂ ਹੈਗਾ। ਇਹ ਡਾਕਟਰ ਦਾ, ਮੈਡੀਕਲ ਡਾਕਟਰ, ਐਲੋਪੈਥੀ ਡਾਕਟਰ ਦਾ ਕੰਮ ਹੁੰਦਾ ਹੈ, ਤੇ ਉਹਨਾਂ ਦੀ ਗਾਈਡੈਂਸ ਵਿੱਚ ਹੀ ਤੁਸੀਂ ਆਪਣੀ ਦਵਾਈਆਂ ਨੂੰ ਘਟਾ ਸਕਦੇ ਹੋ। ਲੇਕਿਨ ਡਾਕਟਰ ਕਦੀ ਬੋਲਦਾ ਨਹੀਂ ਹੈਗਾ ਕਿ ਦਵਾਈ ਬੰਦ ਕਰੋ। ਇਸ ਕਰਕੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਵਿਜ਼ਡਮ ਦੇ ਨਾਲ
ਆਪਣੇ ਹਿਸਾਬ ਕਿਤਾਬ ਨਾਲ ਜਿਹਨੂੰ ਤੁਸੀਂ ਰਿਡਿਊਸ ਕਰ ਸਕਦੇ ਹੋ ਸੇਫਲੀ। ਲੇਕਿਨ ਮੈਡੀਕਲ ਡਾਕਟਰ ਦੀ ਸਲਾਹ ਲਓ ਕਿ ਆਫੀਸ਼ੀਅਲੀ ਇਹ ਠੀਕ ਹੈਗਾ। ਤਾਂ ਹੁਣ ਕੀ ਕਰਨਾ ਹੈ, ਜੇ 180 ਆ ਗਿਆ, ਤੁਸੀਂ ਆਪਣੀ ਇੱਕ ਦਿਨ ਜਾਂ ਤਿੰਨ ਦਿਨ ਵਾਸਤੇ ਆਪਣੀ ਇੱਕ ਡੋਜ਼ ਛੱਡ ਕੇ ਦੇਖੋ। ਤਿੰਨ ਦਿਨ ਵਾਸਤੇ ਤੁਸੀਂ ਇੱਕ ਡੋਜ਼ ਛੱਡ ਦਿੱਤੀ। ਹੁਣ ਤੁਸੀਂ ਦੇਖ ਰਹੇ ਹੋ ਕਿ ਡਾਈਟ ਫੋਲੋ ਕਰਦੇ ਕਰਦੇ ਤੁਹਾਡਾ ਜਿਹੜਾ ਸ਼ੂਗਰ ਹੈ ਉਹ 200 ਆਉਣ ਲੱਗ ਪਿਆ ਹੈ 3-4 ਦਿਨ ਬਾਅਦ, ਹੈ ਨਾ। ਲੇਕਿਨ ਗੋਲੀ ਇੱਕ ਚੱਲਦੀ ਪਈ ਹੈ ਤੇ ਬਾਕੀ ਡਾਈਟ ਚੱਲਦੀ ਪਈ ਹੈ। ਤੁਸੀਂ ਦੇਖਿਆ ਅਜੇ ਵੀ 200 ਜਿਹੜੀ ਹੈ ਉਹ ਸੇਫ ਲਿਮਿਟ ਤੋਂ ਘੱਟ ਹੈਗੀ, 250 ਦੇ ਥੱਲੇ ਹੈਗੀ। ਤੇ ਜਿਹੜੀ ਇੱਕ ਗੋਲੀ ਸੀਗੀ ਉਹ ਵੀ ਛੱਡ ਕੇ ਦੇਖੋ, 3 ਦਿਨ ਛੱਡ ਕੇ ਦੇਖੋ। 3 ਦਿਨ ਤੁਸੀਂ ਛੱਡ ਕੇ ਦੇਖੀ, ਤੁਹਾਡੀ ਸ਼ੂਗਰ ਆਈ 220। ਹੁਣ ਤੁਸੀਂ ਦੇਖਿਆ ਕਿ ਦਵਾਈ ਛੱਡਣ ਤੋਂ ਬਾਅਦ ਵੀ ਮੇਰੀ 250 ਤੋਂ ਥੱਲੇ ਹੈਗੀ, ਦੈਟ ਮੀਨਸ ਕਿ ਮੈਂ ਸੇਫ ਰੇਂਜ ਵਿੱਚ ਆਲਰੇਡੀ ਆ ਚੁੱਕਿਆ ਹਾਂ। ਹੁਣ ਜੇ ਤੁਸੀਂ ਡਾਈਟ ਫੋਲੋ ਕਰਦੇ ਜਾਓਗੇ ਤੇ ਜਿੰਨੀ ਤੁਹਾਡੀ ਸ਼ੂਗਰ ਬੋਡੀ ਦੀ ਆਪਟੀਮਮ ਹੋਣੀ ਚਾਹੀਦੀ ਹੈ, ਬੋਡੀ ਉਹਨੂੰ ਆਪਣੇ ਆਪ ਐਡਜਸਟ ਕਰ ਲੇਗੀ। ਜੇ ਮੰਨ ਲਓ 220 ਆ ਰਹੀ ਹੈ, 1 ਮਹੀਨੇ ਬਾਅਦ ਤੁਸੀਂ ਦੇਖੋਗੇ ਤਾਂ 180 150 ਆਣੀ ਸ਼ੁਰੂ ਹੋ ਜਾਏਗੀ, ਤੇ ਜਿੰਨੀ ਤੁਹਾਡੀ ਬੋਡੀ ਨੂੰ ਚਾਹੀਦੀ ਹੈ ਉਨੀ ਹੋ ਜਾਏਗੀ। ਹੁਣ ਤੁਸੀਂ ਕਹੋ ਕਿ ਨਹੀਂ, ਮੈਨੂੰ ਤਾਂ 126 ਤੱਕ ਹੀ ਲੈ ਕੇ ਆਣੀ ਹੈ, ਉਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਤੁਹਾਡੀ 250 ਤੋਂ ਥੱਲੇ ਹੈਗੀ ਬਿਨਾਂ ਦਵਾਈਆਂ ਤੋਂ, ਦੈਟ ਮੀਨਸ ਤੁਸੀਂ ਡਾਇਬੀਟਿਕ ਨਹੀਂ ਹੋ। ਜੇ 180 ਆ ਰਹੀ ਹੈ ਤਾਂ ਵੀ ਠੀਕ ਹੈ, ਜਾਂ 130 ਆ ਰਹੀ ਹੈ ਤਾਂ ਵੀ ਠੀਕ ਹੈ, 200 ਆ ਰਹੀ ਹੈ ਤਾਂ ਵੀ ਠੀਕ ਹੈਗੀ, ਕਿਉਂਕਿ ਬੋਡੀ ਨੂੰ ਉਤਨੀ ਲੋੜ ਹੈਗੀ ਆ। ਜੀ ਬਿਲਕੁਲ, ਵਾਕਿਆ ਜੀ ਬੜੀ ਵੱਡੀ ਗੱਲ ਜਿਹੜੀ ਹੈ ਤੁਸੀਂ ਦੱਸ ਰਹੇ ਹੋ ਕਿ ਇਸ ਦੇ ਨਾਲ ਇਹ ਜਿਹੜੀ ਸਾਰੀ ਜੇਕਰ ਡਾਈਟ ਫੋਲੋ ਕਰਦੇ ਹਾਂ ਤੇ ਇਹਦੇ ਨਾਲ ਆਪਾਂ ਜਿਹੜਾ ਹੈ ਫਾਇਦਾ ਲੈ ਸਕਦੇ ਹਾਂ। ਸੋ ਹੁਣ ਨਾਲੋਂ ਨਾਲ ਮੇਰਾ ਸਵਾਲ ਜਿਹੜਾ ਹੈਗਾ ਕਿ ਇਹ ਤਾਂ ਹੋ ਗਈ 45 ਸਾਲ ਤੋਂ ਜਿਹੜੇ ਥੱਲੇ, ਸੋ ਜਿਹੜੇ 45 ਸਾਲ ਤੋਂ ਉੱਪਰ ਨੇ, ਕਈਆਂ ਨੂੰ 10 ਸਾਲ ਹੋ ਗਏ, ਕਈਆਂ ਨੂੰ 20 ਸਾਲ ਹੋ ਗਏ, ਕਈਆਂ ਨੂੰ 30 ਸਾਲ ਵੀ ਹੋ ਗਏ ਸ਼ੂਗਰ ਹੋਈ, ਸੋ ਉਹਨਾਂ ਵਾਸਤੇ ਫਿਰ ਕਿਹੜਾ ਪਲਾਨ ਹੈਗਾ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਜੀ ਇੱਥੇ ਜਿਵੇਂ ਕਿ ਤੁਸੀਂ ਪੁੱਛਿਆ ਕਿ ਜਿਨ੍ਹਾਂ ਨੂੰ 45 ਸਾਲ ਤੋਂ ਉੱਤੇ ਉਮਰ ਹੈਗੀ, ਜਿਹੜੀ ਮੈਡੀਸਿਨ ਜ਼ਿਆਦਾ ਖਾ ਰਹੇ ਨੇ, ਦੇਖੋ ਉਹਨਾਂ ਨੂੰ ਵੀ ਡਾਈਟ ਤਾਂ ਇਦਾਂ ਦੀ ਹੀ ਫੋਲੋ ਕਰਨੀ ਹੈ। 70% ਡਾਈਟ ਇਹੀ ਹੋਊਗੀ, ਬਸ ਉਹਦੇ ਵਿੱਚ ਥੋੜੀ ਜਿਹੀ ਉਹਦੇ ਵਿੱਚ ਕਸਟਮਾਈਜ਼ੇਸ਼ਨ ਹੋਏਗੀ ਟਾਈਮਿੰਗ ਦੀ ਤੇ ਕੁਆਂਟੀਟੀ ਦੀ, ਤੇ ਕਿੰਨਾ ਫੂਡ ਦੀ ਕੁਆਂਟੀਟੀ ਹੋਵੇਗੀ। ਸੋ ਉਹਦੀ ਐਡਜਸਟਮੈਂਟ ਜਿਹੜੀ ਹੈਗੀ ਡਿਪੈਂਡਿੰਗ ਔਨ ਦਾ ਫੈਕਟਰਸ ਆਫ ਏਜ, ਡਿਪੈਂਡਿੰਗ ਔਨ ਦਾ ਲਾਈਫ ਸਟਾਈਲ ਦੇ ਹੈਵ ਬੀਨ ਫੋਲੋਇੰਗ, ਉਸ ਤੇ ਡਿਪੈਂਡ ਕਰੂਗਾ। ਪਲੱਸ ਉਹਦੇ ਇੱਕ ਸੁਪਰਵਿਜ਼ਨ ਤੇ ਗਾਈਡੈਂਸ ਦੀ ਲੋੜ ਹੈਗੀ, ਇੱਕ ਐਕਸਪਰਟ ਦੀ, ਕਿਉਂਕਿ ਉਹਨਾਂ ਨੂੰ ਜਿਹੜੇ ਸਵਾਲ ਹੋਣਗੇ, ਜਿਹੜੇ ਉਹਨਾਂ ਦੇ ਕੁਐਸਚਨਸ ਹੋਣਗੇ, ਫੋਲੋ ਅਪ ਹੋਊਗਾ, ਮੋਟੀਵੇਸ਼ਨ ਹੋਊਗਾ, ਉਹ ਇੱਕ ਗਾਈਡੈਂਸ ਵਿੱਚ ਹੀ ਹੋ ਸਕਦਾ ਆ। तो जे किसी ਨੂੰ ਇਸ ਤਰ੍ਹਾਂ ਪੁਰਾਣੀ 10-15 ਸਾਲ ਪੁਰਾਣੀ ਸ਼ੂਗਰ ਹੈਗੀ, ਏਜ ਵੀ 50 ਪਲੱਸ ਹੈਗੀ ਹੈ ਤੇ ਦਵਾਈਆਂ ਵੀ ਬਹੁਤ ਸਾਰੀ ਖਾ ਰਹੇ ਹੈ, ਹੈਲਥ ਇਸ਼ੂਜ਼ ਵੀ ਕਾਫੀ ਸਾਰੇ ਨੇ, ਤੇ ਫਿਰ ਉਹ ਸਾਡੇ ਥਰੂ ਵੀ ਕੰਸਲਟੇਸ਼ਨ ਲੈ ਸਕਦੇ ਹੈ, ਜਾਂ ਫਿਰ ਆਪਣੇ ਨੀਅਰੈਸਟ ਨੈਚੁਰੋਪੈਥ ਜਾਂ ਫਿਰ ਆਪਣੇ ਹੈਲਥ ਐਕਸਪਰਟ ਜਿਨ੍ਹਾਂ ਤੋਂ ਉਹ ਟਰਸਟ ਕਰਦੇ ਹੈ, ਜਿਨ੍ਹਾਂ ਦੇ ਰਿਜ਼ਲਟਸ ਆਉਂਦੇ ਹੈ ਪ੍ਰੂਵਨ, ਉਹਨਾਂ ਦੇ ਥਰੂ ਲੈ ਸਕਦੇ ਹੈ। ਜੇ ਸਾਡੇ ਥਰੂ ਲੈਣੀ ਹੈ ਤੇ www.gosatvik.ca ਤੇ ਜਾ ਸਕਦੇ ਆ, ਉੱਥੇ ਰਜਿਸਟਰ ਕਰ ਸਕਦੇ ਆ, ਸਾਡੀ ਕੰਸਲਟੇਸ਼ਨ ਉੱਥੋਂ ਪ੍ਰੋਵਾਈਡ ਹੁੰਦੀ ਹੈ। ਵੈਬਸਾਈਟ ਦਾ ਲਿੰਕ ਜਿਹੜਾ ਹੈਗਾ GOSATVIK.ca, ਅਗਰ ਪਾਣਗੇ ਤੇ ਉਹ ਸਾਡੀ ਵੈਬਸਾਈਟ ਖੁੱਲ ਜਾਏਗੀ। ਹੁਣ ਇੱਕ ਵੱਡਾ ਸਵਾਲ ਜਿਹੜਾ ਜਦੋਂ ਆਪਾਂ ਦੇਖਦੇ ਹਾਂ ਵੀ ਇਹ ਕੰਸਲਟੇਸ਼ਨ ਵੀ ਚਾਹੀਦੀ ਹੈ ਸਾਨੂੰ, ਆਪਾਂ ਉਹਨੂੰ ਫੋਲੋ ਕਰਕੇ ਸਾਰਾ ਕੁਝ ਕਰ ਸਕਦੇ ਹਾਂ। ਸੋ ਹੁਣ ਅਗਲਾ ਸਵਾਲ ਜਿਹੜੇ ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਆਉਂਦਾ ਹੋਊਗਾ ਵੀ ਭਾਈ ਇਹ ਕਿੰਨੇ ਕੁ ਖਰਚੇ ਵਾਲਾ ਕੰਮ ਹੈ ਜੇਕਰ ਆਪਾਂ ਇਹ ਸਾਰਾ ਕੁਝ ਲੈ ਕੇ ਚੱਲਦੇ ਹਾਂ। ਤੇ ਕਈ ਵਾਰ ਇਹ ਹੁੰਦਾ ਵੀ ਬੰਦੇ ਕੋਲ ਮਾਇਆ ਨਹੀਂ ਹੁੰਦੀ, ਹਾਲਾਤ ਉਹੋ ਜਿਹੇ ਹੁੰਦੇ ਨੇ, ਸਭ ਉਹ ਫਿਰ ਇਹ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਹੀ ਕਹਿ ਦਈਏ ਆਪਾਂ, ਚਲੋ ਕੰਟੈਕਟ ਕਰਨ ਤੋਂ ਪਹਿਲਾਂ ਇਹ ਗੱਲ ਸੋਚੂਗਾ ਵੀ ਭਾਈ ਖਰਚਾ ਕਿੰਨਾ ਕੁ ਆਉਣਾ। ਸੋ ਇਹ ਖਰਚਾ ਕਿੰਨਾ ਕੁ ਹੈਗਾ, ਕੀ ਹਿਸਾਬ ਕਿਤਾਬ ਇਹਦਾ ਹੈਗਾ, ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਤੁਸੀਂ। ਜੀ ਖਰਚਾ ਤਾਂ ਇੱਥੇ ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਵੀ ਖਰਚਾ ਤੁਹਾਡੀ ਡਾਇਬੀਟੀਜ਼ ਨੂੰ ਨੈਚੁਰਲੀ ਠੀਕ ਕਰਨ ਵਿੱਚ ਆਊਗਾ, ਉਹ ਹਮੇਸ਼ਾ ਉਸ ਖਰਚੇ ਤੋਂ ਘੱਟ ਹੋਏਗਾ ਜਿੰਨਾ ਤੁਹਾਡੀ ਅੱਖਾਂ ਦਾ ਆਪਰੇਸ਼ਨ ਵਿੱਚ ਲੱਗੂਗਾ ਅੱਗੇ ਜਾ ਕੇ, ਜਾਂ ਫਿਰ ਤੁਹਾਡੇ ਪੈਰਾਂ ਦੇ ਆਪਰੇਸ਼ਨ ਵਿੱਚ ਲੱਗੂਗਾ ਅੱਗੇ ਜਾ ਕੇ, ਜਾਂ ਫਿਰ ਤੁਹਾਡੇ ਜਿਹੜਾ ਤੁਹਾਨੂੰ ਦੁੱਖ ਹੋਏਗਾ ਜਾਂ ਤਕਲੀਫ ਹੋਏਗੀ ਤੁਹਾਡੀ ਕਿਡਨੀ ਡੈਮੇਜ ਹੋਣ ਕਰਕੇ, ਜਾਂ ਤੁਹਾਡੀ ਲੱਤ ਕੱਟਣੀ ਪਊਗੀ ਉਹਦੇ ਕਰਕੇ, ਜਾਂ ਅੱਖਾਂ ਦੀ ਰੋਸ਼ਨੀ ਚਲੀ ਜਾਏਗੀ ਉਹਦੇ ਕਰਕੇ, ਉਹ ਜਿਹੜਾ ਖਰਚਾ ਹੈਗਾ ਉਹਨੂੰ ਠੀਕ ਕਰਨ ਦਾ ਡਾਇਬੀਟੀਜ਼ ਨੂੰ ਪ੍ਰੋਪਰਲੀ ਨੈਚੁਰਲੀ 3-4 ਮਹੀਨੇ ਲਗਾ ਕੇ, ਉਹ ਹਮੇਸ਼ਾ ਘੱਟ ਹੋਏਗਾ ਉਸ ਦੁੱਖ ਤਕਲੀਫ ਤੋਂ, ਜਿਹੜਾ ਤੁਸੀਂ ਆਪਣੀ ਲਾਈਫ ਦੇ ਐਂਡ ਵਿੱਚ ਜਾ ਕੇ ਡਾਕਟਰਾਂ ਨੂੰ ਦਾਨ ਪੇਟੀ ਪਾ ਕੇ ਆਓਗੇ ਹਸਪਤਾਲਾਂ ਵਿੱਚ ਕਿ ਬਈ ਲੈ ਬਈ ਪੂਰੀ ਜ਼ਿੰਦਗੀ ਦੀ ਮੇਰੀ ਕਮਾਈ ਲੈ ਲੈ, ਕਿਸੇ ਤਰ੍ਹਾਂ ਮੈਨੂੰ ਠੀਕ ਕਰ ਦੇ। ਜਦੋਂ ਰੈਗੂਲਰ ਡਾਇਲਿਸਿਸ ਸ਼ੁਰੂ ਹੋ ਜਾਂਦੇ ਆ ਜਾਂ ਫਿਰ ਇਸ ਤਰ੍ਹਾਂ ਦਾ ਕੁਝ ਹੋ ਜਾਂਦਾ ਸ਼ੁਰੂ, ਫਿਰ ਤਾਂ ਪੈਸੇ ਦਾ ਖੂਹ ਬਣ ਜਾਂਦਾ ਵੀ ਭਾਈ ਸੁੱਟੀ ਜਾਓ ਪੈਸਾ ਜਿੰਨਾ ਸੁੱਟਣਾ, ਤੇ ਉਹ ਚੀਜ਼ ਫਿਰ ਲੱਗੀ ਜਾਂਦੀ ਹੈ। ਤੁਹਾਡੇ ਕਹਿਣ ਦਾ ਇਹ ਭਾਵ ਹੈ। ਜੀ ਤੇ ਡਿਪੈਂਡਿੰਗ ਔਨ ਦਾ ਕੰਡੀਸ਼ਨ ਤੁਸੀਂ ਕਿਸ ਤਰ੍ਹਾਂ ਦਾ ਕਸਟਮਾਈਜ਼ ਪਲਾਨ ਸਾਡੇ ਤੋਂ ਲੈਣਾ ਚਾਹੁੰਦੇ ਹੋ। ਸਾਡੇ ਕੋਲ 4 ਤਰ੍ਹਾਂ ਦੇ ਪਲਾਨ ਹੈਗੇ, 골ਡ, ਸਿਲਵਰ, ਬ੍ਰੌਂਜ਼ ਤੇ ਪਲੈਟੀਨਮ। ਅਸੀਂ ਪਲੈਟੀਨਮ ਪਲਾਨ ਜਿਹੜਾ ਹੈਗਾ ਉਹ ਰਿਕਮੈਂਡ ਕਰਦੇ ਹਾਂ ਸਾਰਿਆਂ ਨੂੰ ਕਿ ਬਈ ਪੂਰੀ ਤਰ੍ਹਾਂ ਅਗਰ ਠੀਕ ਹੋਣਾ ਹੈ, 3-4 ਮਹੀਨੇ ਪ੍ਰੋਪਰਲੀ ਫੋਲੋ ਕਰਨੇ ਆ, ਮਨ ਬਣਾ ਲਿਆ ਠੀਕ ਹੋਣ ਦਾ, ਤੇ ਪਲੈਟੀਨਮ ਪਲਾਨ ਲਓ। ਉਹਦੇ ਵਿੱਚ ਅਸੀਂ 3 ਮਹੀਨੇ ਦੀ ਗਾਈਡੈਂਸ ਫੋਲੋ ਅਪ ਦਿੰਦੇ ਹਾਂ, ਪਲੱਸ ਹੋਰ ਸਾਰੀ ਡਿਟੇਲਸ ਜਿਹੜੀਆਂ ਹੈਗੀਆਂ ਉਹ ਸਾਡੀ ਵੈਬਸਾਈਟ ਤੇ ਹੈਗੀ, ਉਹ ਪੜ੍ਹ ਸਕਦੀ ਹੈ। ਤੇ ਇੱਥੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ, ਕਈ ਵਾਰ ਬੰਦਾ ਸੋਚਦਾ ਹੈ ਕਿ ਡਾਈਟ ਦੀ ਜਿਹੜਾ ਖਰਚਾ ਪੈਂਦਾ ਹੈ ਉਹ ਸਾਰੀ ਖਰਚਾ, ਪਰ ਮੈਂ ਇਹ ਕਹਿੰਦਾ ਕਿ ਡਾਈਟ ਦਾ ਖਰਚਾ ਉਹਨਾਂ ਨਹੀਂ ਹੈਗਾ ਜਿੰਨਾ ਡਾਕਟਰਾਂ ਦੀ ਫੀਸਾਂ ਤੇ ਹਸਪੀਟਲ ਦੇ ਖਰਚੇ ਅੱਗੇ ਜਾ ਕੇ ਆਉਣ ਵਾਲੇ ਆ। ਤੇ ਤੁਸੀਂ ਇਸ ਖਰਚੇ ਨੂੰ ਹੁਣ ਕਰ ਲਓ ਤਾਂ ਕਿ ਅੱਗੇ ਜਾ ਕੇ ਉਸ ਤਰ੍ਹਾਂ ਦੇ ਖਰਚੇ ਨਾ ਕਰਨੇ ਪੈਣ, ਪਲੱਸ ਅੱਗੇ ਤਕਲੀਫ ਹੋਰ ਜਿਹੜੀ ਆਊਗੀ ਉਹ ਆਊਗੀ। ਸੋ ਇੱਥੇ ਇੱਕ ਚੀਜ਼ ਹੋਰ ਵੀ ਹੈਗੀ ਕਿ ਜੇ ਕੋਈ ਪੇਸ਼ੈਂਟ ਜਿੱਦਾਂ ਆਪਣੇ, ਕਿਉਂਕਿ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਬਈ ਜਿਹੜਾ ਲੋੜਵੰਦ ਹੈ ਉਹਦੀ ਮਦਦ ਕਰਨੀ ਹੈਗੀ, ਤੇ ਜੇ ਕੋਈ ਜਿਵੇਂ ਹੁਣ ਅਸੀਂ ਦੇਖਦੇ ਹਾਂ ਕਿ ਕਈ ਲੋੜਵੰਦ ਬਹੁਤ ਗਰੀਬ ਪਰਿਵਾਰਾਂ ਤੋਂ ਨੇ,
ਤੇ ਉਹਨਾਂ ਨੂੰ ਹੈਲਪ ਵੀ ਚਾਹੀਦੀ ਹੈ ਤੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਫ੍ਰੀ ਕੰਸਲਟੇਸ਼ਨ ਵੀ ਦਿੰਦੇ ਹਾਂ, ਪਲੱਸ ਉਹਨਾਂ ਦਾ ਡਾਈਟ ਦਾ ਖਰਚਾ ਵੀ ਅਸੀਂ ਉਹਨਾਂ ਨੂੰ ਦਿੰਦੇ ਹਾਂ ਕਿ ਵੀ ਤੁਸੀਂ ਸਾਡੇ ਤੋਂ ਮਾਇਆ ਲੈ ਕੇ ਡਾਈਟ ਲਓ ਤੇ ਆਪਣੇ ਆਪ ਨੂੰ ਠੀਕ ਕਰੋ ਤੇ ਪੂਰੀ ਤਰ੍ਹਾਂ ਠੀਕ ਹੋ ਜਾਓ। ਤੇ ਇਸ ਤਰ੍ਹਾਂ ਵੀ ਅਸੀਂ ਕਰਦੇ ਹਾਂ, ਲੇਕਿਨ ਉਹ ਹਰ ਕੇਸ ਵਿੱਚ ਨਹੀਂ, ਸਿਰਫ ਜਦ ਸਾਨੂੰ ਲੱਗਦਾ ਹੈ ਕਿ ਵੀ ਕਿਸੇ ਨੂੰ ਲੋੜ ਹੈਗੀ, ਕਿਉਂਕਿ ਅਸੀਂ ਚਾਹੁੰਦੇ ਸਾਡਾ ਪੈਸਾ ਬਣਾਉਣ ਦਾ ਨਹੀਂ ਮਕਸਦ ਹੈ, ਲੋਕ ਠੀਕ ਹੋਣੇ ਚਾਹੀਦੇ ਹੈ ਤੇ ਪੈਸੇ ਤਾਂ ਫਿਰ ਵੀ ਆ ਸਕਦੇ ਆ। ਬਿਲਕੁਲ, ਬਹੁਤ ਸੋਹਣੀ ਗੱਲ ਤੁਸੀਂ ਕੀਤੀ ਹੈ। ਜੇਕਰ ਆਪਾਂ ਸਿੱਖ ਧਰਮ ਦੀ, ਸਿੱਖ ਪੰਥ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸੇਵਾ ਵੀ ਜਿਹੜੀ ਹੈ ਉਹ ਨਾਲੋਂ ਨਾਲ ਹੀ ਚੱਲਦੀ ਹੈ। ਜਿੱਥੇ ਅਸੀਂ ਭਾਈ ਘਨੱਈਆ ਜੀ ਦੀਆਂ ਉਦਾਹਰਨਾਂ ਦਿੰਦੇ ਹੁੰਦੇ ਆ, ਜਾਂ ਫਿਰ ਪਿੰਗਲਵਾੜਾ ਤੱਕ ਬਣਾ ਦਿੱਤਾ ਗਿਆ, ਜਾਂ ਹੋਰ ਬੜੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਕੰਮ ਕਰਦੀਆਂ, ਪਰ ਲੋੜਵੰਦ ਹੋਣਾ ਚਾਹੀਦਾ। ਇਹ ਨਹੀਂ ਕਿ ਭਾਈ ਸਭ ਕੁਝ ਹੋਣ ਦੇ ਬਾਵਜੂਦ ਆਪਾਂ ਕਹੀਏ ਵੀ ਨਹੀਂ ਆਪਾਂ ਵੀ ਉਹੀ ਹਾਲਤ ਦੇ ਵਿੱਚ ਆ, ਸਾਡਾ ਵੀ ਤੁਸੀਂ ਸਾਰਾ ਕੁਝ ਜਿਹੜਾ ਹੈ ਫ੍ਰੀ ਕਰੋ, ਇਸ ਤਰ੍ਹਾਂ ਨਹੀਂ ਹੈ। ਸੋ ਇਹ ਤੁਸੀਂ ਦੇਖਣਾ ਹੈਗਾ। ਬਾਕੀ ਦਰਸ਼ਕੋ, ਕੋਈ ਵੀ ਤੁਹਾਡਾ ਸਵਾਲ ਹੋਵੇ ਇਸ ਪ੍ਰੋਗਰਾਮ ਦੇ ਪ੍ਰਤੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਉਹ ਲਿਖ ਦੇਣਾ, ਤੇ ਜਿਸ ਦਾ ਜਵਾਬ ਭਾਈ ਕਮਲਪ੍ਰੀਤ ਸਿੰਘ ਜੀ ਉਹ ਦੇਖ ਕੇ ਸਾਰਾ ਕੁਝ, ਤੇ ਫਿਰ ਉਹਦਾ ਸ਼ਾਇਦ ਕਮੈਂਟ ਦੇ ਵਿੱਚ ਹੀ ਜਾਂ ਫਿਰ ਤੁਹਾਡੇ ਨਾਲ ਕੰਟੈਕਟ ਕਰਕੇ ਤੁਹਾਨੂੰ ਉਹਦੇ ਬਾਰੇ ਦੱਸਣਗੇ। ਤੇ ਜੇਕਰ ਤੁਸੀਂ ਕੰਟੈਕਟ ਕਰਨਾ ਹੋਵੇ ਕਮਲਪ੍ਰੀਤ ਸਿੰਘ ਹੋਰਾਂ ਦੇ ਨਾਲ, ਤੇ ਮੈਂ ਚਾਹੁੰਦਾ ਕਿ ਤੁਸੀਂ ਅਖੀਰ ਦੇ ਵਿੱਚ ਭਾਈ ਦੱਸ ਦਿਓ ਕਿ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਕੰਟੈਕਟ ਜਿਹੜਾ ਕੀਤਾ ਜਾ ਸਕਦਾ ਹੈ, ਤਾਂ ਕਿ ਸਾਡੇ ਬਹੁਤ ਸਾਰੇ ਦਰਸ਼ਕ ਜਿਹੜੇ ਨੇ ਉਹ ਲਾਹਾ ਲੈ ਸਕਣ ਇਹ ਸਾਰੀਆਂ ਗੱਲਾਂ। ਜੀ ਹਾਂਜੀ, ਮੇਰਾ WhatsApp ਨੰਬਰ ਜਿਹੜਾ ਹੈਗਾ ਉਹ ਹੈ +91 9718422691 9718422691। ਇਹ ਤੇ WhatsApp ਮੈਸੇਜ ਕੀਤਾ ਜਾ ਸਕਦਾ ਹੈ। मैं प्रेफर करता हूँ कि WhatsApp पे मैसेज किया जाए इंस्टेड ऑफ कॉल, क्योंकि ये बंदा अपने टाइम के हिसाब नाल रिप्लाई कर लेंदा है ते कोऑर्डिनेट कर लेंदा है। या फिर बेस्ट हैगा कि मेरी वेबसाइट ते ऑलमोस्ट सारी डिटेल्स हैगियां ने, लिंक हैगा gosadvik.ca जेड़ा मैं पहला दस्सिया सीगा, तो ਉਹਦੇ ਥਰੂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਐਂਡ ਇਫ ਯੂ ਲਾਈਕ ਦਿਸ ਸ਼ੋ, ਤੁਹਾਨੂੰ ਪਸੰਦ ਆਇਆ ਤੇ ਡਾਇਬੀਟੀਜ਼ ਠੀਕ ਕਰਨ ਦਾ ਆਈਡੀਆ ਜਿਹੜਾ ਹੈਗਾ, ਜਿਹੜਾ ਐਵੀਡੈਂਸ ਹੈਗਾ, and you want to host this show in your community circle or organization, then you may email us with all your details and we can consider that, and ਆਪਾਂ ਇਸ ਸ਼ੋਅ ਨੂੰ ਤੁਹਾਡੇ ਏਰੀਆ ਵਿੱਚ, ਤੁਹਾਡੀ ਆਰਗੇਨਾਈਜੇਸ਼ਨ ਵਿੱਚ ਵੀ ਲੈ ਕੇ ਜਾ ਸਕਦੇ ਆ ਤੇ ਲੋਕਾਂ ਨੂੰ ਐਡੂਕੇਟ ਕਰ ਸਕਦੇ ਆ, because we believe ਕਿ ਲੋਕਾਂ ਨੂੰ ਐਡੂਕੇਟ ਕਰਨਾ, ਨੌਲੇਜ ਦੇਣਾ ਬਹੁਤ ਜ਼ਰੂਰੀ ਹੈਗਾ, so that ਕਿ ਉਹ ਆਪਣੇ ਆਪ ਨੂੰ ਹੈਲਦੀ ਰੱਖ ਸਕਣ। ਹੈਲਦੀ ਬੰਦਾ ਹੀ ਪੰਥ ਵਾਸਤੇ, ਦੇਸ਼ ਵਾਸਤੇ ਸੇਵਾ ਕਰਨ ਨੂੰ ਸਮਰੱਥ ਹੈਗਾ। ਬਹੁਤ ਸੋਹਣੀ ਗੱਲਬਾਤ ਤੁਸੀਂ ਜਿਹੜੀ ਹੈ ਦੱਸੀ ਹੈ, ਤੇ ਸਾਡੇ ਦਰਸ਼ਕਾਂ ਨੂੰ ਵੀ ਬੜੀ ਆਸ ਬੱਝੀ ਹੋਣੀ ਹੈ ਕਿ ਆਪਾਂ ਬਿਲਕੁਲ ਹੀ ਨਿਰਾਸ਼ ਹੋ ਕੇ ਬਹਿ ਗਏ ਸੀ, ਤੇ ਤੁਸੀਂ ਜ਼ਰੂਰ ਇਹਦਾ ਲਾਹਾ ਲੈਣਾ ਦਰਸ਼ਕੋ, ਕਿ ਜਿਵੇਂ ਜਿਵੇਂ ਕਮਲਪ੍ਰੀਤ ਸਿੰਘ ਹੋਰਾਂ ਨੇ ਤੁਹਾਨੂੰ ਦੱਸਿਆ ਉਹਨਾਂ ਦੇ ਨਾਲ ਕੰਟੈਕਟ ਕਰ ਲਓ। ਇਹ ਪ੍ਰੋਗਰਾਮ ਦੇ ਵਿੱਚ ਬੜੀਆਂ ਸਾਰੀਆਂ ਗੱਲਾਂ ਜਿਹੜੀਆਂ ਵਧੀਆ ਉਹਨਾਂ ਨੇ ਦੱਸੀਆਂ ਨੇ, ਸੋ ਇਹਨੂੰ ਫੋਲੋ ਕਰੋ, ਆਪਣੀ ਜ਼ਿੰਦਗੀ ਨੂੰ ਦੁਬਾਰਾ ਪੈਰਾਂ ਤੇ ਲੈ ਕੇ ਆਓ, ਲੀਹਾਂ ਤੇ ਲੈ ਕੇ ਆਓ, ਖੁਸ਼ੀਆਂ ਵੰਡੋ, ਖੁਸ਼ ਰਹੋ। ਇਹ ਸਾਰਾ ਕੁਝ ਜਿਹੜਾ ਹੈ ਇਸ ਪ੍ਰੋਗਰਾਮ ਦਾ ਵੀ ਮਕਸਦ ਹੈਗਾ। ਸੋ ਕਿਸੇ ਤਰ੍ਹਾਂ ਦੀ ਐਡਵਾਈਸ, ਕੋਈ ਵੀ ਗੱਲਬਾਤ ਹੋਵੇ, ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਕਮਲਪ੍ਰੀਤ ਸਿੰਘ ਹੋਰਾਂ ਨੇ ਆਪਣਾ ਸਾਰਾ ਜਿਹੜਾ ਹੈਗਾ ਕੰਟੈਕਟ ਸੰਪਰਕ ਜਿਹੜਾ ਤੁਹਾਨੂੰ ਦੇ ਦਿੱਤਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਬਲੱਡ ਪ੍ਰੈਸ਼ਰ ਦੇ ਉੱਤੇ ਕਰਾਂਗੇ, ਜਿਹਦਾ ਹਾਈ ਬਲੱਡ ਪ੍ਰੈਸ਼ਰ ਹੋ ਗਿਆ ਜਾਂ ਫਿਰ ਲੋ ਬਲੱਡ ਪ੍ਰੈਸ਼ਰ ਹੋ ਗਿਆ। ਸੋ ਇਹਦੇ ਉੱਤੇ ਅਸੀਂ ਕਮਲਪ੍ਰੀਤ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਨੀ ਆਉਣ ਵਾਲੇ ਦਿਨਾਂ ਦੇ ਵਿੱਚ, ਤਕਰੀਬਨ 1 ਹਫ਼ਤੇ ਦੇ ਵਿੱਚ ਅਸੀਂ ਫਿਰ ਤੋਂ ਪ੍ਰੋਗਰਾਮ ਲੈ ਕੇ ਆਵਾਂਗੇ। ਸੋ ਜੇਕਰ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਦੱਬ ਕੇ ਸ਼ੇਅਰ ਕਰ ਦਿਓ ਇਸ ਨੂੰ, ਤੇ ਵੱਡੀ ਗੱਲ ਜਿਹੜੀ ਹੈਗੀ ਆ, YouTube ਦੇ ਉੱਤੇ ਸਾਡਾ ਚੈਨਲ ਜਿਹੜਾ ਪ੍ਰਾਈਡ ਪੰਜਾਬ ਟੀਵੀ ਦਾ, ਉਹਨੂੰ ਜਾ ਕੇ ਸਬਸਕ੍ਰਾਈਬ ਕਰੋ, ਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਇਸ ਚੈਨਲ ਬਾਰੇ ਦੱਸੋ, ਤਾਂ ਕਿ ਅਸੀਂ ਇੱਕ ਵਧੀਆ ਹੁੰਗਾਰੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਅਸੀਂ ਲੈ ਕੇ ਆ ਸਕੀਏ। ਸੋ ਅਖੀਰ ਦੇ ਵਿੱਚ ਕੋਈ ਤੁਹਾਡੇ ਚੰਦ ਲਫ਼ਜ਼ਾਂ 'ਚ ਮੈਸੇਜ ਹੋਵੇ ਤਾਂ ਦੇ ਦਿਓ, ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰੀਏ। ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਜੀਵਨ ਦਾ ਜਿਹੜਾ ਮਨੋਰਥ ਹੈਗਾ ਉਹ ਆਪਣੇ ਅੰਤਰਾਤਮੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨਾ ਹੈਗਾ, ਤੇ ਜੇ ਅਸੀਂ ਸਵਸਥ ਨਹੀਂ ਹੈਗੇ ਤੇ ਅਸੀਂ ਉਹਨੂੰ ਵੀ ਆਪਣੇ ਮਨੋਰਥ ਵਿੱਚ ਪੂਰੀ ਤਰ੍ਹਾਂ ਨਾਲ, ਪੂਰੇ ਜ਼ੋਰੋ ਸ਼ੋਰੋ ਨਾਲ ਆਪਾਂ ਨਹੀਂ ਲੱਗ ਸਕਦੇ। ਤੇ ਸੰਸਾਰ ਦੀ ਸੇਵਾ ਵੀ ਕਰਨੀ ਹੈ ਤਾਂ ਪਹਿਲਾਂ ਆਪਣੇ ਆਪ ਨੂੰ ਠੀਕ ਰੱਖਣਾ ਜ਼ਰੂਰੀ ਹੈਗਾ, ਤੇ ਆਪਣੇ ਆਪ ਨੂੰ ਠੀਕ ਰੱਖਣ ਵਾਸਤੇ ਆਪਣੇ ਆਪ ਨੂੰ ਡਾਇਆਕਸਿਨਸ, ਟੌਕਸਿਨਸ ਤੋਂ ਬਚਾ ਕੇ ਰੱਖੋ। ਸਾਤਵਿਕ ਲਾਈਫ ਸਟਾਈਲ ਫੋਲੋ ਕਰੋ, ਜਿਹਦੇ ਵਿੱਚ ਗੋਡ ਮੇਡ ਫੂਡ ਹੋਵੇ, ਪਰਮੇਸ਼ਰ ਦਾ, ਪ੍ਰਕਿਰਤੀ ਦਾ ਬਣਾਇਆ ਹੋਇਆ ਭੋਜਨ ਹੋਵੇ, ਤੇ ਬਾਹਰ ਦੀ ਜਿਹੜੀ ਮੈਨ ਮੇਡ ਚੀਜ਼ਾਂ ਨੇ ਇਸ ਤੋਂ ਅਵੋਇਡ ਕਰੋ, ਕਿਉਂਕਿ ਉਹਨਾਂ ਨੇ ਤਾਂ ਕੀ ਕਰਨਾ ਹੈ, ਉਹਨਾਂ ਨੇ ਪਹਿਲਾਂ ਤੁਹਾਨੂੰ ਕੈਂਸਰ ਵਾਲਾ ਖਾਣਾ ਖਿਲਾ ਕੇ, ਪੀਜ਼ਾ, ਬਰਗਰ, ਮੈਕਡੋਨਲਡ ਖਿਲਾ ਕੇ ਤੁਹਾਨੂੰ ਕੈਂਸਰ ਦੇਣਾ ਹੈ, ਫਿਰ ਅੱਗੇ ਆਪਣੀ ਹੀ ਦਵਾਈਆਂ ਵੇਚ ਕੇ ਤੁਹਾਨੂੰ ਹੋਰ ਬਿਮਾਰ ਕਰਨਾ ਹੈ, ਜਿਹਦੇ ਨਾਲ, ਕਿਉਂਕਿ ਕੈਂਸਰ ਦਾ ਇਲਾਜ ਕੈਮੋਥੈਰੇਪੀ ਜਿਹੜਾ ਹੈ ਉਹ ਹੈ ਨਹੀਂ, ਉਹ ਤੁਸੀਂ ਲੱਖਾਂ ਰੁਪਏ ਉੱਥੇ ਲਗਾਓਗੇ, ਹੋਰ ਬਿਮਾਰ ਹੋ ਜਾਓਗੇ। ਤੇ ਪਹਿਲਾਂ ਤੁਹਾਨੂੰ ਕੈਂਸਰ ਦਾ ਖਾਣਾ ਵੇਚ ਕੇ ਪੈਸਾ ਉਹਨਾਂ ਨੇ ਕਮਾ ਲਿਆ, ਫਿਰ ਤੁਹਾਨੂੰ ਕੈਂਸਰ ਦੀ ਥੈਰੇਪੀ ਵੇਚ ਕੇ ਪੈਸਾ ਕਮਾ ਲਿਆ, ਤੇ ਜਿਹੜੇ ਬੰਦੇ ਉਸ ਫੂਡ ਚੇਨ ਵਿੱਚ ਇਨਵੈਸਟ ਕਰਦੇ ਆ, ਉਹੀ ਉਸ ਫਾਰਮਾਸਿਊਟੀਕਲ ਵਿੱਚ ਇਨਵੈਸਟ ਕਰਦੇ ਆ, ਤੇ ਤੁਹਾਨੂੰ ਦੋਨੋਂ ਪਾਸੇ ਲੁੱਟ ਲੈਂਦੇ ਆ। ਤੇ ਨੁਕਸਾਨ ਕਿੱਦਾਂ ਹੁੰਦਾ ਹੈ ਤੁਹਾਡਾ, ਬਿਮਾਰ ਕੌਣ ਹੁੰਦਾ ਹੈ ਤੁਸੀਂ, ਤੇ ਫਾਇਦਾ ਕਿੱਦਾਂ ਹੁੰਦਾ ਉਹਨਾਂ ਦਾ, ਔਰ ਕੌਣ ਦੁਨੀਆ ਤੇ ਰਾਜ ਕਰਦੇ ਆ ਉਹ। ਤੇ ਜੇ ਅਸੀਂ ਚਾਹੁੰਦੇ ਆ ਕਿ ਦੁਨੀਆ ਵਿੱਚ ਸੁਖ ਸ਼ਾਂਤੀ ਲੈ ਕੇ ਆਈਏ, ਸਵਾਸਥ ਲੈ ਕੇ ਆਈਏ, ਆਪਣੇ ਮਨੋਰਥ ਵੱਲ ਲੱਗੀਏ, ਤਾਂ ਆਪਣੇ ਆਪ ਨੂੰ ਸਵਸਥ ਰੱਖੋ, ਇਹ ਗਿਆਨ ਜਿਹੜਾ ਹੈਗਾ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰੋ, ਸੋ ਦੈਟ ਕਿ ਤੁਸੀਂ ਪੂਰੀ ਤਰ੍ਹਾਂ ਹੈਲਦੀ ਰਹਿ ਸਕੋ ਤੇ ਸਾਰਿਆਂ ਦੇ ਭਲੇ ਵਾਸਤੇ ਸੋਚ ਸਕੋ, ਕਿਉਂਕਿ until and unless we are healthy we cannot keep others happy and healthy. Thank you so much for inviting me to the show, and I hope ਕਿ ਆਪਾਂ ਫਿਊਚਰ ਵਿੱਚ ਵੀ ਅੱਗੇ ਕੰਮ ਕਰਾਂਗੇ ਮਿਲ ਕੇ। ਬਹੁਤ ਧੰਨਵਾਦ ਕਰਦਾ, ਬੜੀਆਂ ਚੜ੍ਹਦੀ ਕਲਾ ਵਾਲੀਆਂ ਗੱਲਾਂ ਤੁਸੀਂ ਦੱਸੀਆਂ ਨੇ,
ਤੇ ਸਾਡੇ ਦਰਸ਼ਕ ਵੀ ਇਹਨੂੰ ਜਿਹੜਾ ਅਮਲ ਦੇ ਵਿੱਚ ਲਿਆਉਣਗੇ ਤੇ ਉਹਦਾ ਫਾਇਦਾ ਵੀ ਲੈਣਗੇ। ਸੋ ਤੁਹਾਡਾ ਬਹੁਤ ਧੰਨਵਾਦ ਕਰਦਾ। ਮਿਲਾਂਗੇ ਆਪਾਂ ਫਿਰ ਅਗਲੇ ਐਪੀਸੋਡ ਦੇ ਵਿੱਚ, ਜਾਂ ਕਹਿ ਲਈਏ ਕਿ ਅਗਲੀ ਕਿਸ਼ਤ ਦੇ ਵਿੱਚ, ਤੇ ਇੱਥੇ ਹੀ ਆਪਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।